ਆ ਘੜੀ ਦਾ ਸੈੱਲ ਲੈਣਾ ਤੂੰ ਇੱਕ ਚੱਲ ਸੈੱਲ ਲੈ ਕੇ ਬੱਤੀ ਬੰਦ ਕਰਕੇ ਨਾਜ਼ਮ ਦੇ ਇਦਾਂ ਤੁਕ ਧਾਰੀਆਂ ਕੱਢਣੀਆਂ ਮਹੱਲੇ ਦੇ ਨਾਜ਼ਮ ਦੇ ਉਹ ਤੇਰਾ ਭਰਾ ਵਾ ਕਿ ਜ਼ਮੀਨ.com ਹੈ ਯਾਰ ਕੀ ਉਹ ਇਹਨਾਂ ਦਾ ਪਿਓ ਹੈ ਲੈਕਸਾ ਤਾਂ ਥੱਲੇ ਨਿੱਕਾ ਜਿਹਾ ਘਰ ਆ ਕਮੇਟੀ ਵਾਲੇ ਢਾਉਣ ਆਏ ਜਾਣ ਲੱਗਾ ਕਹਿੰਦਾ ਢਾਉਣਾ ਵਾ ਕਹਿੰਦਾ ਆਹੋ ਕਹਿੰਦਾ ਲੈ ਚੀਕਾ ਦੇਖਣ ਵਾਲੇ ਇਹਨਾਂ ਦੇ ਘਰ ਹੈ ਤੇ ਇਹਦੀ ਵਾਲ ਲੱਗਣੀ ਆ ਜਾਓ ਭਾਜੀ ਅੰਦਰ ਆ ਕੇ ਖੜ ਜਾਓ ਅੰਦਰ ਆ ਕੇ ਬਹਿ ਜਾਓ। अस्सलाम वालेकुम नाज़रीन टी टाइम में खुश आमदीद की हाल चाल है ठीक ठाक हो राजी बाजी हो अच्छा टी टाइम मैं ਹੁਣ ਤੁਹਾਨੂੰ ਇੰਜ ਲੱਗੇਗਾ ਕਿ ਵੀ ਉਹ ਹੀ ਆ ਗਿਆ ਪੁਰਾਣੇ ਵਾਲਾ ਸੈਟਅਪ ਹਾਂਜੀ ਅਸਲ 'ਚ ਬਾਬਰ ਕੁਰੈਸ਼ੀ ਸਾਹਿਬ ਦੀ ਗੱਲ ਕਰ ਰਹੇ ਆ ਬਾਬਰ ਕੁਰੈਸ਼ੀ ਸਾਹਿਬ ਤੁਸੀਂ ਦੇਖ ਰਹੇ ਹੋ ਕੁਝ ਦਿਨਾਂ ਤੋਂ ਸਾਡੇ ਨਾਲ ਸ਼ੋਅ ਦੇ ਵਿੱਚ ਔਰ ਤੁਹਾਨੂੰ ਸ਼ਾਇਦ ਲੱਗਦਾ ਹੋਵੇ ਕਿ ਸ਼ੋਅ ਦਾ ਫਾਰਮੈਟ ਥੋੜਾ ਚੇਂਜ ਹੋ ਗਿਆ ਮਤਲਬ ਮੈਂ ਵੀ ਚੁੱਪ ਬੈਠਾ ਸਾਰੇ ਅਸੀਂ ਚੁੱਪ ਬੈਠੇ ਆ ਬਾਬਰ ਸਾਹਿਬ ਬੋਲ ਰਹੇ ਨੇ ਤੁਸੀਂ ਹੁਣ ਆਪਣੀ ਆਪਣੀ ਰਾਏ ਦਿਓ ਤੁਹਾਨੂੰ ਕੀ ਲੱਗ ਰਿਹਾ ਤੂੰ ਦੱਸ ਪਹਿਲੇ ਮਤਲਬ ਬਾਬਰ ਕੁਰੈਸ਼ੀ ਸਾਹਿਬ ਦੇ ਨਾਲ ਹਾਂਜੀ ਹਾਂਜੀ ਨੈਗੇਟਿਵ ਕੀ ਹੋਇਆ ਪੋਜ਼ਿਟਿਵ ਕੀ ਹੋਇਆ ਨੈਗੇਟਿਵ ਸਰ ਜੀ ਇਹ ਹੋਇਆ ਕਿ ਉਹ ਫੁੱਲ ਟਾਈਮ ਲੈ ਰਹੇ ਨੇ ਇੱਕ ਮਿਸਾਲ ਵੱਡੇ ਸੀਨੀਅਰ ਹੀ ਕਹਿ ਸਕਦੇ ਹਾਂ ਅਸੀਂ ਉਹਨੂੰ ਆਪਣੇ ਤੋਂ ਉਹ ਸਰ ਜੀ ਫੁੱਲ ਟਾਈਮ ਲੈ ਰਹੇ ਆ ਅਸੀਂ ਉਹਨਾਂ ਦੇ ਵਾਕਿਆ ਸੁਣ ਰਹੇ ਆ ਔਰ ਇੱਥੇ ਤੱਕ ਕਿ ਉਹ ਕਿਸੇ ਦੀ ਯਾਨੀ ਕਿ ਗੱਲ ਨਹੀਂ ਸੁਣ ਰਹੇ ਆਪਣੇ ਨਿਜ਼ਾਮ ਚਲਾਈ ਜਾ ਰਹੇ ਸਾਰਾ ਫੁੱਲ ਟਾਈਮ ਲੈ ਕੇ ਕੀ ਕਰਦੇ ਆ ਉਸਤਾਦ ਜੀ ਬੜਾ ਮਜ਼ਾ ਕਰਾ ਰਹੇ ਲੈ ਆ ਤੇ ਫਿਰ ਲੈ ਨਾਲ ਮਜ਼ੇ ਦਾ ਸਾਨੂੰ ਵੀ ਮਜ਼ਾ ਆ ਰਿਹਾ ਸਾਜੀ ਹਾਂ ਸਾਨੂੰ ਵੀ ਮਜ਼ਾ ਆ ਰਿਹਾ ਗੱਲ ਕਰ ਤੇ ਅਸੀਂ ਆਪਣੀ ਗੱਲ ਲੱਭਦੇ ਹੁੰਦੇ ਜਗ੍ਹਾ ਲੱਭਦੇ ਹੁੰਦੇ ਕਿੱਥੇ ਉੱਥੇ ਇਹ ਸਾਲ ਵਾਲੋ ਮਿੱਠਾ ਚੁੱਪ ਬੈਠਾ ਵਾ ਆਹੋ ਅੱਛਾ ਹਾਂਜੀ ਤੁਸੀਂ ਦੱਸੋ ਜੀ ਮਿੱਠਾ ਸਾਹਿਬ ਉਸਤਾਦ ਜੀ ਪਹਿਲੇ ਆਵਾਜ਼ ਕੋ ਪੁੱਛੋ ਉਸਤਾਦ ਜੀ ਮੇਰਾ ਇੱਕ ਮਿੰਟ ਆ ਉਸਤਾਦ ਜੀ ਇੱਕ ਮਤਲਬ ਇੱਕ ਟੀ ਟਾਈਮ ਆ ਸਾਡਾ ਇਹਦੇ 10 ਰੁਪਏ ਤੁਹਾਨੂੰ ਆ ਰਹੇ ਸੀ ਇੱਕ ਸ਼ੋਅ ਦੇ ਜਰਨਲ ਇੱਕ ਮਤਲਬ ਹਾਂ ਤੁਸੀਂ 2 ਰੁਪਏ ਸਾਨੂੰ ਦੇ ਰਹੇ ਹੋ ਹਾਂ ਹਾਂਜੀ 2 ਰੁਪਏ ਉਹਨਾਂ ਨੂੰ ਬਾਬਰ ਸਾਹਿਬ ਨੂੰ ਦੇ ਰਹੇ ਹੋ ਹਾਂ ਤਾਂ ਜੀ ਇਹਦਾ ਕੀ ਮਤਲਬ ਤੁਸੀਂ ਇਹ ਤੇਰਾ ਕੀ ਮਤਲਬ ਆ ਮੇਰਾ ਮਤਲਬ ਉਸਤਾਦ ਜੀ ਤੁਸੀਂ ਉਹਨਾਂ ਤੁਹਾਨੂੰ ਆਣੇ ਹੁੰਨੇ ਹੀ ਆ ਅੱਛਾ ਮੈਂਬਰ ਬਣਾ ਲਿਆ ਯਾਨੀ ਅਬਾਸ ਸਾਹਿਬ ਦੇ ਕੋਲੋਂ ਪਹਿਲੇ ਤੇ ਇਹ ਦਾਦਾ ਵੀ ਕੋਈ ਤਬੱਕੋ ਨਹੀਂ ਸੀ ਤਵੱਕੋ ਬੜੀ ਬਰੀਕ ਗੱਲ ਵਾਹ ਤਾਂ ਜੀ ਆਣੇ ਤੁਹਾਨੂੰ ਇਹਦਾ ਹੁੰਨੇ ਮਤਲਬ ਕਾਰੋਬਾਰੀ ਹੈਗਾ ਜਿਹੜੀ ਧੋਰਮੇ ਵਾਲੀ ਗੱਲ ਹੁੰਦੀ ਨਾ ਜਿੱਥੇ ਵੱਧ ਉੱਥੇ ਆਪਣਾ ਹਿਸਾਬ ਪੂਰਾ ਇਹ ਕਰਦਾ ਵਾ ਤਾਂ ਜੀ ਤੁਹਾਨੂੰ ਉਹਨੇ ਹੀ ਆਣੇ ਆ ਇਹਦੇ ਕਹਿਣ ਦਾ ਮਤਲਬ ਆ ਵੀ ਸਾਨੂੰ ਇੱਕ ਮਿਸਾਲ ਆ 10 ਰੁਪਏ ਹਾਂਜੀ 10 ਰੁਪਏ ਸ਼ੋਅ ਦੇ ਆ ਰਹੇ ਨੇ ਮੈਂ ਤੁਹਾਨੂੰ ਦੇ ਰਿਹਾ ਰੁਪਈਆ ਹਾਂਜੀ ਫੋਰ ਐਗਜ਼ਾਮਪਲ ਤੇ ਹੁਣ ਮੈਂ ਬਾਬਰ ਸਾਹਿਬ ਆ ਰਹੇ ਨੇ ਤੇ ਮੈਂ ਰੁਪਈਆ 1.5 ਰੁਪਈਆ ਉਹਨਾਂ ਨੂੰ ਵੀ ਦੇ ਰਿਹਾ ਤੇ ਸਾਨੂੰ ਕੀ ਫਾਇਦਾ ਉਹਨਾਂ ਨੂੰ ਬਿਠਾਉਣ ਦਾ ਅੱਛਾ ਇਹ ਵੀ 2 ਸਵਾਲ ਹੋ ਗਏ ਤੁਹਾਡਾ ਜਵਾਬ ਦੇਣਾ ਬਾਅਦ ਚ ਹੋਰ ਹਾਂਜੀ ਦਾਨਿਸ਼ ਸਾਹਿਬ ਤੁਸੀਂ ਦੱਸੋ ਉਸਤਾਦ ਜੀ ਤੁਹਾਡੇ ਕੋਲ ਕੁਛ ਰਿਹਾ ਹੁਣ ਦੱਸੋ ਮੇਰੇ ਕੋਲ ਉਸਤਾਦ ਜੀ ਕਿਉਂ ਨਹੀਂ ਮੈਂ ਜ਼ਰੂਰ ਗੱਲ ਕਰਾਂਗਾ ਬਾਬਰ ਕੁਰੈਸ਼ੀ ਸਾਹਿਬ ਉਸਤਾਦ ਜੀ ਮੈਨੂੰ ਸਭ ਤੋਂ ਪਹਿਲੇ ਤੁਸੀਂ ਉਹਨਾਂ ਦਾ ਪਰਿਚੈ ਦੇਣਾ ਵਾ ਇੰਟਰੋਡਕਸ਼ਨ ਸਾਨੂੰ ਸਾਰਿਆਂ ਨੂੰ ਵੀ ਓਕੇ ਠੀਕ ਹੈ ਜੀ ਓਕੇ ਦੂਸਰੇ ਨੰਬਰ ਤੇ ਉਸਤਾਦ ਜੀ ਮਜ਼ੇਦਾਰ ਸ਼ਖਸੀਅਤ ਆ ਤੁਸੀਂ ਇੱਕ ਪਹਿਲੇ ਦਿਨ ਗੱਲ ਕਹੀ ਸੀ ਕਿ ਇਹਨਾਂ ਦੀ ਫਨਕਾਰ ਆਡੀਅנס ਆ ਹਾਂ ਹਾਂਜੀ ਹਾਂ ਤੇ ਫਨਕਾਰ ਤੇ ਸਿਰਫ ਅਸੀਂ ਹਾਂ ਉਸਤਾਦ ਜੀ ਹੁਣ ਨੈਗੇਟਿਵ ਇਹ ਹੈ ਕਿ ਉਹ ਇੱਕ ਵਾਕਿਆ ਸ਼ੁਰੂ ਕਰਦੇ ਆ ਉਹਦੇ 'ਚ ਹੀ ਅਗਲਾ ਖੁੱਲ ਗਿਆ ਉਹ ਪਿਛਲਾ ਮਿਟ ਗਿਆ ਅਗਲਾ ਉਸ ਤੋਂ ਵੀ ਖੁੱਲ ਗਿਆ ਉਹ ਪਿਛਲਾ ਫੇਰ ਮਿਟ ਗਿਆ ਉਹ ਪੈ ਦਰ ਪੈ ਇੱਕ ਸਿਲਸਿਲਾ ਅਧੂਰਾ ਛੱਡ ਦਿੰਦੇ ਆ ਓਕੇ ਡਨ ਤੁਹਾਡੀ ਗੱਲ ਆ ਗਈ ਮੇਰੀ ਹਾਂਜੀ ਉਸਤਾਦ ਜੀ ਚ ਦੋਹਰੀ ਰਾਏ ਆ ਕਿ ਮੈਂ ਜੋ ਅਬਜ਼ਰਵ ਕੀਤਾ ਨੋ ਡਾਊਟ ਬਹੁਤ ਅੱਛੇ ਮੈਂ ਖੁਦ ਪਰਸਨਲੀ ਮਜ਼ਾ ਲੈਣਾ ਆਪਾਂ ਸਾਰੇ ਮਜ਼ਾ ਲਈਦਾ ਇਸਲਾਮੀ ਜਿਹੜਾ ਹੁੰਦਾ ਨਾ ਥੋੜਾ ਟੱਚ ਘਟਾਉਣਾ ਚਾਹੀਦਾ ਨਹੀਂ ਉਹ ਤੇ ਅਸੀਂ ਕੱਟ ਵੀ ਦਿਆਂਗੇ ਉਹ ਐਸੀ ਚੀਜ਼ਾਂ ਨੇ ਜਿਹੜੀਆਂ ਸਾਡੇ ਹੱਥ 'ਚ ਨੇ ਉਸ ਤੋਂ ਇਲਾਵਾ ਉਹ ਵੀ ਨਿਕਲ ਗਈ ਮੈਨੂੰ ਵੀ ਦਾਨਿਸ਼ ਵਾਲਾ ਸਿਸਟਮ ਵੀ ਕਿਤੇ ਨਿਕਲਦੇ ਫਿਰ ਵਾਪਸ ਲਿਆਉਣਾ ਪੈਂਦਾ ਇਹ ਜ਼ਰਾ ਥੋੜਾ ਕੰਟਰੋਲ ਬਾਕੀ ਮਜ਼ਾ ਬੜਾ ਹੁੰਦਾ ਉਹਨਾਂ ਦਾ ਸੀਕਵੈਂਸ ਜਿਹੜਾ ਵੀ ਉਹਨਾਂ ਦੇ ਦੇਣ ਚਾਹੁੰਦਾ ਉਹ ਖੋਲ ਅੱਛਾ ਹੁਣ ਚਲੋ ਜੀ ਤੁਹਾਡੀ ਚਾਰਾਂ ਦੀ ਗੱਲ ਹੋ ਗਈ ਓਕੇ ਹੋ ਗਈ ਹੁਣ ਮੈਂ ਤੁਹਾਨੂੰ ਚਾਰਾਂ ਨੂੰ ਮਤਲਬ ਮੈਂ ਅਸੀਂ ਤੁਹਾਨੂੰ ਜਵਾਬ ਦੇ ਦੇਣਾ ਸਾਰੇ ਨੂੰ ਆਡੀਅנס ਵੀ ਵਿੱਚ ਹੀ ਹਾਂਜੀ ਪਹਿਲੀ ਤਾਂ ਗੱਲ ਇਹ ਆ ਕਿ ਅਸੀਂ ਬਿਲਕੁਲ ਇਹ ਨਹੀਂ ਸਮਝਣਾ ਕਿ ਅੱਜ ਸ਼ੋਅ 'ਚ ਨਹੀਂ ਹੈਗੇ ਤੇ ਅਸੀਂ ਕੋਈ ਇਦਾਂ ਦੀ ਬਕਵਾਸ ਕਰ ਰਹੇ ਉਹਨਾਂ ਦੇ ਮੁਤਲਕ ਐਸੀ ਗੱਲ ਕੋਈ ਨਹੀਂ ਉਹ ਸਾਡੇ ਬਜ਼ੁਰਗ ਨੇ ਵੱਡੇ ਨੇ ਵੀ ਸਾਨੂੰ ਸੱਚੀ ਟੀ ਟਾਈਮ ਕਰਨ ਦਾ ਆਪ ਨੂੰ ਬਹੁਤ ਮਜ਼ਾ ਆਉਂਦਾ ਮਜ਼ਾ ਆ ਰਿਹਾ ਐਸਾ ਮਜ਼ਾ ਸਾਨੂੰ ਤੋਬਾ ਬਾਬਰ ਕੁਰੈਸ਼ੀ ਸਾਹਿਬ ਕੀ ਪਹਿਲੀ ਗੱਲ ਦੂਸਰੀ ਗੱਲ ਆ ਸਾਡਾ ਇਹ ਐਂਟਰਟੇਨਮੈਂਟ ਸ਼ੋਅ ਕਾਮੇਡੀ ਤੋਂ ਇਲਾਵਾ ਕਾਰੋਬਾਰ ਵੀ ਆ ਹਾਂਜੀ ਸਾਡੇ ਘਰ ਇੱਥੋਂ ਚੱਲਦੇ ਨੇ ਸਾਡੇ ਸੈਟਅਪ ਇੱਥੋਂ ਚੱਲਦੇ ਨੇ ਵਾਧੇ ਘਾਟੇ ਸਾਡੇ ਇੱਥੋਂ ਚੱਲਦੇ ਨੇ ਉਹਦੇ ਤੇ ਕੋਈ ਅਸਰ ਪਵੇ ਜਾਂ ਉਹਦੇ ਤੇ ਕੋਈ ਗੱਲਬਾਤ ਹੋਵੇ ਉਹ ਵੀ ਸਾਨੂੰ ਦੇਖਣਾ ਪੈਣਾ ਨਾਲ ਜੀ ਜੀ ਠੀਕ ਹੈ ਨਾ ਅੱਛਾ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਜੋ ਦੇਖ ਰਿਹਾ ਕਿ ਬਾਬਰ ਕੁਰੈਸ਼ੀ ਸਾਹਿਬ ਦੇ ਅੰਦਰ ਜੋ ਕੁਛ ਆ ਜੋ ਉਹਨਾਂ ਦਾ ਸਟਾਈਲ ਆ ਜੋ ਉਹਨਾਂ ਦੀ ਗੱਲਬਾਤ ਆ ਜੋ ਉਹਨਾਂ ਕੋਲ ਇਲਮ ਆ ਜੋ ਉਹਨਾਂ ਕੋਲ ਵਾਕਿਆਤ ਨੇ ਮੈਨੂੰ ਇੱਕੋ ਹੀ ਗਰਜ਼ ਆ ਕਿ ਜੋ ਨਹੀਂ ਹੈਗੇ ਮੈਂ ਉਹਨਾਂ ਜਗ੍ਹਾ ਕਹਿਣਾ ਵੀ ਮੌਲਾ ਦੀ ਕਸਮੇ ਕਾਇਨਾਤ
ਬਈ ਮੈਨੂੰ ਕਸਮ ਆ ਹੈ ਕਾਇਨਾਤ 'ਚ ਮੈਨੂੰ ਉਹਨਾਂ ਕੋ ਕੋਈ ਫਾਇਦਾ ਨਹੀਂ, ਕਿਸੇ ਪਾਸਿਓਂ ਵੀ ਕੋਈ ਫਾਇਦਾ ਨਹੀਂ। ਮੈਨੂੰ ਇੱਕੋ ਹੀ ਫਾਇਦਾ ਵਾ ਕਿ ਉਸਤਾਦ ਜੀ ਇਹ ਬੰਦਾ ਇਸ ਕਾਬਲ ਹੈਗਾ ਕਿ ਇਹ ਹਰ ਬੰਦੇ ਨੂੰ ਇਸ ਬੰਦੇ ਦਾ ਪਤਾ ਹੋਵੇ ਕਿ ਬਾਬਰ ਕੁਰੈਸ਼ੀ ਫੈਸਲਾਬਾਦ 'ਚ ਕੋਈ ਆਰਟਿਸਟ ਹੈ। ਹਾਂ ਵਾਹ ਵਾਹ। ਬਸ ਇਸ ਤੋਂ ਇਲਾਵਾ ਤੁਸੀਂ ਕਹੋ ਕਿ ਇਹਨਾਂ ਨੇ ਕੋਈ ਮੇਰਾ ਕਮਾ ਲੈਣਾ ਇਹਨਾਂ ਤੋਂ, ਜਾਂ ਇਹਨਾਂ ਨੇ ਕੋਈ ਮੈਨੂੰ ਕੋਈ ਮੈਂ ਕਰੋੜਾਪਤੀ ਹੋ ਜਾਣਾ, ਕੋਈ ਚੱਕਰ ਨਹੀਂ ਹੁਣ ਤੱਕ। ਉਹ ਇਹਦੇ ਵਾਲੀ ਗੱਲ ਮੈਂ ਤੇ ਇਹ ਹੈਰਾਨ ਆ, ਮੈਂ ਤੈਨੂੰ ਬਾਅਦ ਚ ਪੁੱਛੂ ਤੈਨੂੰ ਕਿਹਨੇ ਦੱਸਿਆ ਸਵਾਲ ਤਾਜੀ ਕਿ ਇੱਕ ਗੱਲ ਆ ਕਿ ਇੱਕ ਮਿਸਾਲ ਆ, ਉਹ ਆਏ ਨੇ ਬੈਠੇ ਨੇ ਤੇ ਸਾਡਾ ਤੇ ਉਦਾਂ ਦਾ ਹਿਸਾਬ ਕਿਤਾਬ ਉਦਾਂ ਹੀ system ਲੇਕਿਨ ਇੱਕ ਇਹਦਾ ਇਹ ਗੱਲ ਆ ਕਿ ਅੱਛਾ ਫਿਰ ਇੱਕ ਹੋਰ ਜਿਹੜਾ ਮੈਨੂੰ ਲੱਗ ਰਿਹਾ ਵਾ ਕਿ ਅਸੀਂ 3-4 ਸਾਲ ਤੋਂ ਇਹ ਕਰ ਰਹੇ ਆ, ਇਹਨਾਂ ਕਰੈਕਟਰਾਂ ਦਾ ਨੂੰ ਮੈਂ ਇੱਕ ਬਿਲਟਅਪ ਬਣਾਇਆ, ਇੱਕ ਨਾਂ ਬਣਾਇਆ, ਇਹ ਮੇਰੇ ਕਰੈਕਟਰ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕਿ ਇਹ ਘਟ ਰਹੇ ਨੇ ਜੀ। ਹਾਂਜੀ ਸਮਝ ਆ ਰਹੀ ਗੱਲ ਦੀ? ਮਿੱਟੀ ਹੋ ਰਹੀ। ਅੱਛਾ ਇਹਦੇ ਬਾਵਜੂਦ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਨਹੀਂ ਗੱਲ ਕਰਨੀ, ਤੁਸੀਂ ਚੁੱਪ ਕੀਤੇ ਰਹੋ। ਇਸ ਤਰ੍ਹਾਂ ਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਉਹਨਾਂ ਨੂੰ ਮਤਲਬ ਗੱਲ ਸ਼ੁਰੂ ਕਰਦੇ ਨੇ ਤੇ ਅਗਲੀ ਗੱਲ ਸ਼ੁਰੂ ਕਰਦੇ ਅਗਲੀ ਗੱਲ, ਇਹਦੀ ਦੋ ਵਜੂਹਾਤ ਨੇ। ਇੱਕ ਵਜੂਹਾਤ ਹੈ ਕਿ ਉਹਨਾਂ ਦੇ ਅੰਦਰ ਦਿਮਾਗ 'ਚ ਇੰਨਾ ਕੁਝ ਚੱਲ ਰਿਹਾ ਹੁੰਦਾ, ਗੱਲ ਤੇ ਗੱਲ ਚੜੀ ਹੁੰਦੀ ਹੈ ਕਿ ਉਹ ਉਹਨਾਂ ਨੂੰ ਆਪਣੇ ਦਿਮਾਗ ਦੇ ਅੰਦਰ ਰੈਫਰੈਂਸ ਮਿਲ ਜਾਂਦਾ ਵਾ। ਇੱਕ ਗੱਲ ਕਰ ਰਹੇ ਨੇ ਨਾ ਉਹ ਕਿ ਯਾਰ ਮੈਂ ਤੈਨੂੰ ਸੁਣਾਉਣਾ ਵੀ ਉੱਥੇ ਮਾਲਸ਼ੀਏ ਲਾਹੌਰ ਕਿੱਦਾਂ, ਜਾਂ ਕਿਤੇ ਇੱਥੇ ਝਾਲ ਤੇ ਕਿੱਦਾਂ ਕੁੱਟਦੇ, ਉਹਨਾਂ ਦਾ ਕੀ ਸਟਾਈਲ ਹੁੰਦਾ। ਹੁਣ ਉਹਨਾਂ ਨੂੰ ਇੱਕ ਵਾਕਿਆ ਯਾਦ ਆ ਗਿਆ ਕਿ ਉਹਨਾਂ ਨੇ ਲਾਈਕ ਫਲਾਣੇ ਮੇਰੇ ਇੱਕ ਦੋਸਤ ਨੂੰ ਕੁੱਟਿਆ ਇੱਕ ਦਿਨ। ਉਹ ਦੋਸਤ ਹੁਣ ਜਦੋਂ ਦੋਸਤ ਦੇਣ ਚ ਆਇਆ ਨਾ ਤੇ ਦੋਸਤ ਦੇ ਨਾਲ ਇੱਕ ਉਸ ਤੋਂ ਵੀ ਅੱਛਾ ਵਾਕਿਆ ਯਾਦ ਆ ਗਿਆ, ਵਾਕਿਆ ਚੜ ਗਿਆ ਦੋਸਤ ਵਾਲਾ। ਹੁਣ ਉਹਨਾਂ ਨੇ ਕਹਿਣਾ ਵਾ ਕਿ ਓ ਹੋ ਵੀ ਜਾਨੀ ਮਾਲਸ਼ੀਏ ਕਿੱਦਾਂ ਘੁੱਟਦੇ, ਵੀ ਆ ਕੇ ਮਾਲਸ਼ੀਏ ਇੰਜ ਕਰਕੇ। ਤੇ ਮੇਰਾ ਇੱਕ ਦੋਸਤ ਸੀ ਉੱਥੇ ਹੈ ਵੀ ਲਾਲਾ ਦਲੀਪ, ਤੇ ਉਹ ਇੱਕ ਦਿਨ ਬੈਠਾ ਤੈਨੂੰ ਮੈਂ ਕਹਿੰਦਾ ਲਾਲੇ ਦਲੀਪ ਦੀ ਸੁਣ ਲਾ, ਹਾਏ ਮੇਰੇ ਮੌਲਾ ਲਾਲੇ ਦਲੀਪ ਸੀ ਸੁਣ ਲਾ, ਵੀ ਲਾਲਾ ਦਲੀਪ ਵੀ ਕੀ ਜੀ ਹੋਇਆ ਵੀ ਹੁਣ ਮਾਲਸ਼ੀਆ ਨੱਥੀ ਹੋ ਗਏ। ਉਧਰ ਹੋ ਗਏ। ਅਸਲ ਚ ਉਹਨਾਂ ਦਾ ਉਹ ਜਾਣ ਬੁੱਝ ਕੇ ਏਦਾਂ ਨਹੀਂ ਕਰਦੇ, ਉਹਨਾਂ ਦੀ ਮਾਸੂਮੀਅਤ, ਉਹਨਾਂ ਦਾ ਪਿਆਰ, ਉਹਨਾਂ ਦਾ ਇੱਕ ਸਿਸਟਮ ਐਸਾ ਹੈ ਕਿ ਉਹ ਗੱਲ ਇੰਨੀਆਂ ਗੱਲਾਂ ਯਾਦ ਨੇ। ਹੁਣ ਲਾਲੇ ਦੀ ਗੱਲ ਕਰਦੇ ਕਹਿੰਦੇ ਵੀ ਲਾਲਾ ਦਲੀਪ ਇੱਕ ਦਿਨ ਆਇਆ ਤੇ ਮੈਨੂੰ ਕਹਿੰਦਾ ਵੀ ਯਾਰ ਕੋ ਮਾਲਸ਼ੀਆ ਲੱਭ ਕੇ ਲਿਆ। ਉਹ ਜਿਸ ਚਾਹ ਵਾਲੇ ਕੋ ਬੈਠਾ ਮੈਂ, ਉਹ ਚਾਹ ਵਾਲੇ ਨੂੰ ਮੈਂ ਕਿਹਾ ਵੀ ਯਾਰ ਆਵਾਜ਼ ਮਾਰ ਕੇ ਸਿਆਪਣਾ ਇਹਨੂੰ, ਤੇ ਉਹ ਚਾਹ ਵਾਲਾ ਸੁਣ ਲਾ ਪਹਿਲੇ, ਚਾਹ ਵਾਲਾ ਜਿਹੜਾ ਉਹ ਮੇਰੇ ਮੌਲਾ ਚਾਹ ਵਾਲਾ ਵੀ ਐਸਾ ਕਾਇਨਾਤ ਪੂਰੀ ਦੇ ਵਿੱਚ ਐਸਾ ਚਾਹ ਵਾਲਾ ਨਹੀਂ ਹੋਣਾ। ਵੀ ਚਾਹ ਵਾਲੇ ਦਾ ਸੁਣ ਲਾ, ਵੀ ਚਾਹ ਵਾਲੇ ਦਾ ਛੋਟਾ ਭਰਾ ਮੇਰੇ ਕੋਲ ਆ ਗਿਆ, ਵੀ ਚਾਹ ਵਾਲੇ ਦਾ ਛੋਟਾ ਭਰਾ ਮੇਰੇ ਕੋਲ ਆਇਆ ਤੇ ਉਹਨੇ ਮੈਨੂੰ ਕਿਹਾ ਵੀ ਇਹ ਮੇਰਾ ਵੱਡਾ ਭਰਾ ਸਾਰੀ ਦਿਹਾੜੀ ਮੇਰੇ ਕੋਲ ਕੱਪ ਤੋਂ ਹੁੰਦਾ, ਮੈਨੂੰ ਪੈਸੇ ਨਹੀਂ ਦਿੰਦਾ ਹੈ। ਤੇ ਮੈਂ ਉਹਨੂੰ ਕਿਹਾ ਮੈਂ ਕਰਦਾ ਗੱਲ। ਕਹਿੰਦਾ ਮੇਰਾ ਨਵਾਂ ਵਿਆਹ ਆ, ਲੈ ਉਹਦੇ ਵਿਆਹ ਦੀ ਪਹਿਲੇ ਗੱਲ ਸੁਣ। ਵਿਆਹ ਤੇ ਕੀ ਹੋਇਆ? ਉਹ ਮੌਲਾ ਕਾਇਨਾਤ ਚ ਐਸੀ ਸ਼ਾਦੀ ਨਹੀਂ ਹੋਈ। ਤੇ ਇੱਕ ਵਾਰ ਇਧਰ ਇਹ ਬਾਬਰ ਕੁਰੈਸ਼ੀ ਸਾਹਿਬ ਦਾ ਹਿਸਾਬ ਇਹ ਹੈ ਕਿ ਉਹਨਾਂ ਦੇ ਦਿਮਾਗ 'ਚ ਇਹ ਨਹੀਂ ਕਿ ਜਾਣ ਕੇ ਕਰਦੇ ਨੇ ਜਾਂ ਕਿ ਉਹ ਇੰਨਾ ਕੁਛ ਆ ਉਹਨਾਂ ਦੇ ਅੰਦਰ। ਦੂਸਰੀ ਗੱਲ, ਇਹ ਜਿਹੜਾ ਸੈਟਅਪ ਆ ਇਹਦਾ ਇੱਕ ਤਰੀਕਾਕਾਰ ਹੁੰਦਾ ਹੈ, ਵੱਜਣਾ ਪੈਂਦਾ। ਮੈਂ ਗੱਲ ਕਰ ਰਿਹਾ, ਉਸ ਤੋਂ ਬਾਅਦ ਤੂੰ ਇਧਰ ਗੱਲ ਨਹੀਂ ਕਰਨੀ, ਓਵਰਲੈਪ ਨਹੀਂ ਕਰਨੀ। ਅੱਛਾ ਤੁਹਾਨੂੰ ਪਤਾ ਵਾ ਮੈਨੂੰ, ਮੈਂ ਅਗਰ ਕਿਸੇ ਸ਼ੋਅ 'ਚ ਜਾਵਾਂ ਮੈਨੂੰ ਪਤਾ ਯਾਰ ਇਹ ਭਾਵੇਂ ਮੇਰੇ ਨਾਲੋਂ ਅੱਛਾ ਆਰਟਿਸਟ ਆ, ਮੇਰੇ ਨਾਲੋਂ ਮਾੜਾ ਆਰਟਿਸਟ, ਜਿੱਦਾਂ ਦਾ ਮਰਜ਼ੀ, ਲੇਕਿਨ ਉਹ ਹੋਸਟ ਆ, ਮੈਂ ਉਹਦੀ ਕਮਾਂਡ ਤੇ ਚੱਲਣਾ ਵਾ। ਉਹਨੇ ਅਗਰ ਮੈਨੂੰ ਕਹਿ ਦਿੱਤਾ ਨਾ ਕਿ ਇੰਜ ਤੇ ਇੰਜ ਤੇ ਇੰਜ, ਤੇ ਮੈਨੂੰ ਪਤਾ ਲੱਗ ਗਿਆ ਓਕੇ ਠੀਕ ਹੈ ਨਾ। ਅੱਛਾ ਮੈਂ ਬਾਬਰ ਕੁਰੈਸ਼ੀ ਸਾਹਿਬ ਨੂੰ ਰੋਕਣਾ ਵੀ ਨਹੀਂ ਚਾਹ ਰਿਹਾ, ਮੈਂ ਉਹਨਾਂ ਨੂੰ ਟੋਕਣਾ ਵੀ ਨਹੀਂ ਚਾਹ ਰਿਹਾ, ਮੈਂ ਆਪ ਉਹਨਾਂ ਦਾ ਮਜ਼ਾ ਲੈਣਾ ਵਾ। ਜੀ ਮੈਂ ਕਹਿੰਦਾ ਕਿ ਬੋਲਣ ਇਹਨਾਂ ਦੀਆਂ ਗੱਲ ਇਹੀ ਸੁਣਨ ਵਾਸਤੇ ਤੇ ਮੈਂ ਉਹਨਾਂ ਨੂੰ ਲਿਆਇਆ। ਵਾਹ ਵਾਹ। ਫਿਰ ਹੁਣ ਕੀ ਹੈ, ਜਿਹੜਾ 4-5 ਸ਼ੋਆਂ ਦੇ ਉੱਪਰ ਥੋੜਾ ਜਿਹਾ ਸਾਡੇ ਅੰਦਰ ਇਹਨਾਂ ਕਿ ਯਾਰ ਅਸੀਂ ਬਿਲਕੁਲ ਚੋਪਾਂ, ਅਸੀਂ ਆਡੀਅנס ਬਣੇ ਹੁੰਦੇ ਆ, ਅਸੀਂ ਸਰ ਮੈਂ ਵੀ ਵਿੱਚ ਤੂੰ ਦੇਖਿਆ ਨਹੀਂ, ਮੈਂ ਚੁੱਪ ਕਰਕੇ ਬੈਠਾ ਹੁੰਦਾ, ਮੈਂ ਮਤਲਬ ਬਿਲਕੁਲ ਅੱਛਾ ਕਰਦਾ ਰਹਿਣਾ। ਉਹਦੀ ਵਜ੍ਹਾ ਇਹ ਹੈ ਕਿ ਫਿਰ ਜੇ ਤੇ ਕਿਸੇ ਨੂੰ ਤੁਸੀਂ ਰਿਸਪੈਕਟ ਦੇਣੀ ਆ ਤੇ ਫਿਰ ਉਹਨੂੰ ਪੂਰੀ ਦਿਓ। ਤੇ ਜੇ ਹੁਣ ਤੁਸੀਂ ਇਹ ਗੱਲ ਕਰਨੀ ਆ ਕਿ ਜੀ ਉਹ ਇਦਾਂ ਬੋਲਦੇ ਨੇ, ਚੌਥੇ ਦਿਨ ਇਦਾਂ ਬੋਲਦੇ ਨੇ, ਇਦਾਂ ਬੋਲਦੇ ਨੇ, ਕਲੀਅਰ ਮੈਂ ਇਹ ਕਰਨ ਲੱਗਾ ਅੱਜ, ਕਿਉਂਕਿ ਕਾਫੀ ਦਿਨਾਂ ਬਾਅਦ ਅਸੀਂ ਉਸ 3-4 ਸ਼ੋਆਂ ਤੋਂ ਬਾਅਦ ਲੰਘ ਕੇ ਇਕੱਲੇ ਬੈਠੇ ਹਾਂ ਕਿ ਵੀ ਹੁਣ ਅਸੀਂ ਡਿਸਕਸ ਕਰੀਏ, ਠੀਕ ਹੈ ਜੀ। ਤੇ ਡਿਸਕਸ ਫਾਈਨਲ A to Z ਅੱਗੇ ਪਿੱਛੇ ਗੱਲ ਇਹ ਹੈ ਕਿ ਅਗਰ ਸਜਾਦ ਜਾਨੀ ਆ, ਅਗਰ ਮਿੱਠਾਪੁਰੀਆ ਵਾ, ਅਗਰ ਦਾਨਿਸ਼ ਬਾਸ ਆ, ਕਾਲੂ ਆ, ਨੋਨੀ ਆ, ਕੋਈ ਵੀ ਆਰਟਿਸਟ, ਤੇ ਇੱਜ਼ਤ ਜ਼ਿਲਤ ਰੱਬ ਦੇ ਹੱਥ ਆ। ਨਾ ਤੁਹਾਡੀ ਨਾ ਮੇਰੀ ਘਟਣੀ ਹੈ, ਸਾਡੀ ਹੋਰ ਵਧੇਗੀ ਇਨਸ਼ਾਅੱਲਾ। ਬਾਬਰ ਕੁਰੈਸ਼ੀ ਸਾਹਿਬ ਦੀ ਵੀ ਵਧਾਏਗਾ ਅੱਲਾ, ਉਹਨਾਂ ਨਾਲ ਸਾਡੀ ਵੀ ਵਧੇਗੀ। ਵਾਹ ਵਾਹ ਵਾਹ। ਪਲੱਸ ਉਹਨਾਂ ਨੂੰ ਥੋੜਾ ਟਾਈਮ ਲੱਗਣਾ ਆਹਿਸਤਾ ਕਿ ਕੁਰੈਸ਼ੀ ਸਾਹਿਬ ਇੰਜ ਕਿ 60 ਮਿੰਟ ਦਾ ਸ਼ੋਅ ਆ ਸੀ ਵੀ। ਅੱਛਾ ਦੇਖੋ ਕੈਸੀ ਗੱਲ ਆ, ਵਿਚਾਰੇ ਮਤਲਬ ਉਹ ਕੈਸੇ ਮਾਸੂਮ ਆਦਮੀ ਨੇ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ
ਇਹ ਵੀ ਨਹੀਂ ਚਾਹੁੰਦੇ ਕਿ ਯਾਰ 60 ਮਿੰਟ ਆ ਮੈਂ 10-15 ਮਿੰਟ ਬੋਲਵਾਂ, 10-15 ਮਿੰਟ ਇਹ ਬੋਲਣ, ਮੈਂ ਈਜ਼ੀ ਹੋ ਜਾਵਾਂ। ਹਾਂਜੀ ਵੀ ਮੈਂ ਜਿੱਥੇ 20 ਗੱਲਾਂ ਕਰਨੀਆਂ ਪੂਰੇ ਸ਼ੋਅ 'ਚ, ਮੈਂ 6 ਕਰਕੇ ਬਾਕੀ ਇਹਨਾਂ ਨੂੰ ਬੁਲਾ ਲਵਾਂ ਤੇ ਸਾਰਿਆਂ ਦਾ ਇੱਕ ਕਲਰ ਹੀ ਐਡ ਹੋ ਜਾਏ ਵਿੱਚ। ਉਹ ਐਸੇ ਉਹਨਾਂ ਨੂੰ ਮਤਲਬ ਉਹਨਾਂ ਨੂੰ ਸਮਝ ਆ ਜਾਏਗੀ। ਬਹੁਤ ਚੀਜ਼ਾਂ ਉਹ ਡੇਲੀ ਸਮਝ ਰਹੇ ਨੇ, ਸਮਝ ਆ ਜਾਏ। ਉਹ ਤੁਰਦੇ ਫਿਰਦੇ ਸਾਨੂੰ ਸਹਾਈ ਫਿਰਦੇ, ਕਸਮੇ ਯਾਰ ਨਾਜ਼ਰੀਨ ਮੈਂ ਤੁਹਾਨੂੰ ਕੀ ਦੱਸਾਂ ਉਸ ਭਾਈ ਨੂੰ। ਐਸਾ ਪਿਆਰ, ਐਸਾ ਰਚਾਓ, ਔਰ ਅਨਹੋਨੀਆਂ ਹੋ ਰਹੀਆਂ ਨੇ, ਅਨਹੋਨੀਆਂ ਦੁਨੀਆ ਤੇ ਵੀ ਕਾਇਨਾਤ ਦੇ ਵਿੱਚ ਇੰਜ ਨਹੀਂ ਹੋ ਸਕਦਾ ਕਿ ਬਾਬਰ ਕੁਰੈਸ਼ੀ ਸਾਹਿਬ ਸਾਰਿਆਂ ਤੋਂ ਪਹਿਲੇ ਆ ਕੇ ਫਿਰ ਰਹੇ ਹੁੰਦੇ ਥੇ। ਹੋਰ ਉਸਤਾਦ ਜੀ ਕਿਉਂ? ਉਹਨਾਂ ਨੂੰ ਮੁਹੱਬਤ ਮਿਲੀ ਹੈ ਸਹੀ ਗੱਲ। ਸਾਰਿਆਂ ਵੱਲੋਂ। ਉਹ ਮੁਹੱਬਤ ਉਹਨਾਂ ਨੂੰ ਖਿੱਚ ਲਿਆਉਂਦੀ ਆ ਨਾ। ਉਹ ਪੈਸੇ ਦਾ ਕਰਕੇ ਆਉਂਦੇ ਨੇ, ਐਡਾ ਪੈਸੇ ਹੋ ਸਕਦਾ ਉਹਨਾਂ ਨੂੰ ਕੱਲ ਨੂੰ ਹੋਰ ਬੜੇ ਲੋਕੀ ਦੇ ਦੇਣ। ਉਹ ਕਹਿੰਦੇ ਨੇ ਯਾਰ ਮੈਂ ਇੱਥੇ ਰਚ ਗਿਆ, ਮੈਨੂੰ ਮੇਰੀ ਤਬੀਅਤ ਵਰਗੇ ਤੁਸੀਂ ਲੋਕ ਹੋ, ਇਸ ਨੇ ਸਾਜੀ ਠੀਕ ਹੈ ਨਾ। ਤੇ ਫਾਈਨਲ ਹੁਣ ਗੱਲ ਇਹ ਹੈ ਕਿ ਅਸੀਂ ਭਾਵੇਂ ਪੂਰਾ ਸ਼ੋਅ ਨਾ ਬੋਲੀਏ, ਵਿੱਚ ਹੀ ਮੈਂ ਵੀ, ਵਿੱਚ ਹੀ ਕੋਈ ਵੀ, ਉਹ ਬੰਦਾ ਦੁਨੀਆ ਤੱਕ ਜਾਣਾ ਚਾਹੀਦਾ ਯਾਰ। ਵਾਹ 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 ਉਸਤਾਦ ਜੀ, ਬਹੁਤ ਅੱਛਾ। ਔਰ ਇੱਕ ਹੋਰ ਗੱਲ, ਅੱਜ ਮੇਰੀ ਗੱਲ ਹੈ, ਭਾਵੇਂ ਰਿਕਾਰਡ ਕਰ ਲੈਣਾ, ਭਾਵੇਂ ਲਿਖ ਲੈਣਾ, ਭਾਵੇਂ ਇਹਦਾ ਟੋਟਾ ਕੱਢ ਲੈਣਾ, ਕਿ ਜੋ ਹੁੰਦਾ ਰਿਹਾ, ਜੋ ਹੋ ਗਿਆ ਪਿੱਛੇ, ਜਿਹਦੇ ਨਾਲ ਮਰਜ਼ੀ, ਜਿਹਦਾ ਮਰਜ਼ੀ ਮੂੰਹ ਚੁੱਕ ਫਲਾਣ, ਬਾਬਰ ਕੁਰੈਸ਼ੀ ਸਾਹਿਬ ਜਾਂ ਹੁਣ ਕੋਈ ਵੀ ਐਸਾ ਕੋਈ ਸੈਟਅਪ, ਕੋਈ ਵੀ ਬੱਚਾ, ਕੋਈ ਵੀ ਗੱਲਬਾਤ, ਭਾਜੀ ਇਹ 10 ਦਿਨ ਆਉਣ, 5 ਦਿਨ ਆਉਣ, 15 ਦਿਨ ਆਉਣ, ਕੱਲ ਤੋਂ ਨਾ ਆਉਣ, ਹਫ਼ਤੇ ਬਾਅਦ ਆ ਜਾਣ ਦੁਬਾਰਾ, ਇਹਨਾਂ ਦੇ ਬਾਰੇ 'ਚ ਕੋਈ ਇਸ ਚੱਕਰ 'ਚ ਗੱਲ ਨਹੀਂ ਕਿ ਮੇਰੇ ਕੋਲ ਕੰਮ ਕਰਦੇ ਸੀ, ਹੁਣ ਛੱਡ ਗਏ, ਹੁਣ ਕਿਤੇ ਹੋਰ ਚਲੇ ਗਏ, ਇਹ ਹੁਣ ਕਿਸੇ ਨੇ ਇਹਨਾਂ ਨੂੰ ਇੰਨੇ ਪੈਸੇ ਵੱਧ ਦੇਤੇ, ਲਓ ਬਾਬਰ ਕੁਰੈਸ਼ੀ ਉੱਧਰ ਚਲਾ ਗਿਆ, ਮੈਂ ਇਹਨਾਂ ਨੂੰ ਇੱਥੇ ਲਿਆਉਣ ਵਾਲਾ, ਮੈਂ ਇਹਨਾਂ ਨੂੰ ਇੰਟਰੋਡਿਊਸ ਕਰਾਉਣ ਵਾਲਾ, ਮੈਂ ਕੈਮਰੇ ਤੋਂ ਝਾਕਾ ਲਾ ਨਹੀਂ। ਮੈਂ ਸਾਰਾ ਕੁਝ ਪਹਿਲੇ ਸੋਚਿਆ ਕਿ ਬਾਬਰ ਕੁਰੈਸ਼ੀ ਸਾਹਿਬ ਨੇ ਇੱਥੇ ਆਉਣਾ ਵਾ। ਜਿੰਨੇ ਦਿਨ ਮੇਰੇ ਕੋਲ ਆ ਕੇ ਬਹਿੰਦੇ ਨੇ ਉਹ ਮੇਰੇ ਉਨੇ ਮਜ਼ੇਦਾਰ ਦਿਨ ਨੇ। ਵਾਹ ਵਾਹ। ਉਹ ਰੱਬ 10 ਸਾਲ ਕਰ ਦੇਵੇ, ਉਹ ਰੱਬ ਕੱਲ ਨੂੰ ਕਰ ਦੇਵੇ, ਲੇਕਿਨ ਮੇਰੇ ਲਈ ਜਿੰਨੇ ਆ ਰਹੇ ਨੇ ਮੇਰੇ ਲਈ ਉਹ ਮਜ਼ੇਦਾਰ ਦਿਨ ਨੇ। ਉਹਨਾਂ ਨੂੰ ਕੋਈ ਮੈਂ ਇੱਕ ਤਨਖਾਹ 'ਤੇ ਜਾਂ ਤੁਹਾਡੇ ਵਾਂਗੂ ਸੈਲਰੀ 'ਤੇ ਜਾਂ ਇੰਜ ਨਹੀਂ, ਕਿਉਂਕਿ ਉਹ ਇਸ ਕਾਬਲ ਨੇ ਕਿ ਉਹ ਆਉਣ ਅਤੇ ਉਹ 10 ਮਿੰਟ ਵੀ ਬੈਠਣ ਅਤੇ ਉਹ ਉਹਨਾਂ ਲਈ ਪੂਰਾ ਹੋ। ਇੱਕ ਗੱਲ ਐਸੀ ਕਰ ਦਿੰਦੇ ਆ ਕਿ ਬੰਦਾ ਕਹਿੰਦਾ ਕਿ ਲਓ ਜੀ ਮੁੱਲ ਪਾਤਾ। ਉਹ ਅਖਬਾਰ ਵਾਲੀ ਗੱਲ। ਦੂਜੀ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਗੱਲਾਂ, ਤੋਬਾ ਮੇਰਾ, ਜਿੱਦਾਂ ਦੀ ਉਹਨਾਂ ਨੇ ਭਿੰਡੀ ਪਕਾ ਛੱਡੀ, ਗੂੰਗੇ ਵਾਲੀ ਲੈ, ਗੂੰਗੇ ਵਾਲੀ ਮੈਂ ਮਰ ਗਿਆ ਯਾਰ, ਗੂੰਗੇ ਵਾਲੀ ਉਹ ਵੱਡੀ ਆ। ਉਹ ਮੇਰੇ ਬੋਲਾ, ਉਹਨੇ ਕਿਹਾ ਲਾ ਰਿਹਾ ਵਾ, ਉਹ ਬੋਤਲ ਕਿਉਂ ਝਾੜੂ ਦੇਣ ਲੱਗ ਗਿਆ। ਉਹਨੇ ਕਿਹਾ ਮੈਂ ਤੇ ਰੋਟੀ ਲੈ ਕਿਹੜਾ ਗੂੰਗਾ ਮਤਲਬ ਇੰਨਾ ਸ਼ੌਕ। ਆਹੋ। ਤੇ ਇਹ ਬਾਬਰ ਕੁਰੈਸ਼ੀ ਹੈ। ਔਰ ਤੁਹਾਨੂੰ ਮਜ਼ਾ ਆਏਗਾ। ਔਰ ਤੁਸੀਂ ਬਸ ਇਹ ਮਕਸਦ ਇਹ ਹੈ ਕਿ ਸਾਜੀ ਇੱਥੇ ਰਹਿ ਜਾਣਾ ਸਾਰਾ ਕੁਝ। ਕੱਲ ਨੂੰ ਹੋਰ ਆਰਟਿਸਟ, ਮੁਝਸੇ ਪਹਿਲੇ ਕਿਤਨੇ ਸ਼ਾਇਰ ਆਏ ਔਰ ਆकर ਚਲੇ ਗਏ ਹੈ, ਆਪਾਂ ਆਉਂਦੇ ਜਾਂਦੇ ਰਹਿਣਾ ਲਾਈਫ 'ਚ। ਲੇਕਿਨ ਇਹ YouTube ਤੇ 10 12 15 20 50 100 ਜਿੰਨੇ ਅੱਲਾ ਇਹਨਾਂ ਦੀ ਜ਼ਿੰਦਗੀ ਕਰੇ, ਤੰਦਰੁਸਤੀ ਕਰੇ, ਇਹ ਪਏ ਹੋਣਗੇ ਨਾ, ਤੇ ਕੋਈ ਇਹ ਤੇ ਮੈਨੂੰ ਕ੍ਰੈਡਿਟ ਜਾਏਗਾ ਨਾ ਕਿ ਸੱਜਾਦ ਜਾਨੀ ਆਫੀਸ਼ੀਅਲ ਤੇ ਬਾਬਰ ਕੁਰੈਸ਼ੀ ਹੈ। ਹਾਏ ਹਾਏ। ਬੜਿਆਂ ਲੋਕਾਂ ਨੇ ਟਰਾਈ ਕੀਤੀ। ਉਹ ਭਾਈ ਦਾ ਪਹਿਲੇ ਰਚਾ ਹੀ ਨਹੀਂ ਹੁੰਦਾ ਕਿਤੇ। ਹਾਂਜੀ ਹਾਂਜੀ। ਭਾਈ ਜਾਜ਼ ਕੈਸਰ ਸੀ ਨਾ, ਵਿੱਚ ਮਾੜੇ ਬੰਦੇ ਕੋ ਬਹਿਣਾ ਹੀ ਨਹੀਂ ਉਹਨਾਂ ਨੇ। ਹਾਂ, ਭਾਵੇਂ ਉਹ ਅਰਬਾਂ ਪਤੀ ਹੈ, ਭਾਵੇਂ ਉਹਨੇ ਸੋਨੇ 'ਚ ਪਿਆਲੀਆਂ 'ਚ ਸਾਲਣ ਅੱਗੇ ਰੱਖਤਾ, ਵੀ ਉਹ ਜੇ ਰਚਾਓ ਵਾਲਾ ਬੰਦਾ ਨਹੀਂ, ਤਬੀਅਤ ਨੂੰ ਲੱਗ ਰਿਹਾ ਤਾਂ ਉਹਨਾਂ ਨੇ ਨਹੀਂ ਬਹਿਣਾ। ਵਾਹ ਵਾਹ ਵਾਹ। ਦਿਲ ਕਰੇ ਉਹ ਕਿਤੇ ਝੁੱਗੀ ਵਾਲੇ ਕੋ ਦਾਲ ਇਕੱਠੇ ਖਾ ਰਹੇ ਨੇ, ਇੱਕ ਇੱਕ ਬੁਰਕੀ ਲਾ ਕੇ, ਉੱਥੇ ਖੁਸ਼ ਬੈਠੇ ਨੇ। ਆਰਟਿਸਟ ਨੂੰ ਮੈਨੂੰ ਪਤਾ ਜਿੱਦਾਂ ਇਦਾਂ ਦੇ ਆਰਟਿਸਟ ਨੇ ਨਾ, ਇਹਨਾਂ ਨੂੰ ਖਜਾ ਕਿਹੜੀ ਚੀਜ਼ ਤੋਂ ਚੜਦਾ। ਹਾਂਜੀ। ਇੱਕ ਕੀ ਪਸੰਦ ਹੈ ਉਹਨੂੰ। ਇੱਥੇ ਫਿਰ ਰਹੇ ਨੇ ਨਾ ਬਾਬਰ ਕੁਰੈਸ਼ੀ ਸਾਹਿਬ, ਕਸਮ ਹੈ ਵੀ ਬਿੱਲੀ ਫਿਰਨ ਦਈ ਇੱਥੇ। ਕੋਈ ਸ਼ੋਅ ਵੀ ਵੇਖਦੇ ਹੋਣੇ ਨੇ ਤੇ ਐਵੇਂ ਚੇਦਾ ਹੈ ਵੀ ਮੈਂ ਸਾਜੀ ਚਾਹ ਬਣਾਉਂਦੇ ਆ, ਓਏ ਅੱਲਾ ਦੀ ਕਸਮ, ਇੰਨੀਆਂ ਖਿਦਮਤਾਂ, ਓਏ ਇੰਨੀ ਖਿਦਮਤ, ਮੈਂ ਤੇਰਾ ਮੱਥਾ ਚੁੰਮ ਲਵਾਂ ਕਾਲੂ। ਅਸੀਂ ਸਾਨੂੰ ਇੱਕ ਕਹਿ ਲਓ ਕਿ ਅੱਲਾ ਨੇ ਨਾ ਸਾਨੂੰ ਅਗਰ ਆਉਂਦੇ ਰਹਿਣਾ ਤੇ ਸਾਨੂੰ ਇੱਕ ਬਜ਼ੁਰਗ ਵੀ ਨੇ ਸਾਡੇ ਯਾਰ ਵੀ ਨੇ, ਸਾਡੇ ਚੇਦੇਬਾਜ਼ ਵੀ ਨੇ, ਫਰੈਂਡ। ਤੇ ਲੇਕਿਨ ਇਹ ਹੈ ਕਿ ਅਸੀਂ ਇੱਕ ਲਿਮਿਟ ਰੱਖੀ। ਉਹਨਾਂ ਦੇ ਬੜੇ ਦੋਸਤ ਐਸੇ ਨੇ ਜਿਹੜੇ ਮਤਲਬ ਗਾਲੋ ਗਾਲੀ ਵੀ ਕੱਢ ਦਿੰਦੇ ਨੇ, ਮੇਰੇ ਸਾਹਮਣੇ ਬੈਠੇ ਹੁੰਦੇ, ਲੇਕਿਨ ਸਾਡੀ ਇੱਕ ਲਿਮਿਟ ਆ। ਕਿਉਂਕਿ ਅਸੀਂ ਉਹਨਾਂ ਨੂੰ ਬਾਬਰ ਕੁਰੈਸ਼ੀ ਸਾਹਿਬ ਕਹਿਣਾ, ਉਸਤਾਦ ਜੀ ਕਹਿਣਾ, ਉਹਨਾਂ ਕੋਲੋਂ ਜਿਹੜੀਆਂ ਲਾਈਫ ਦੀਆਂ ਵੱਡੀਆਂ ਸਾਡਾ ਕੰਮ ਆ ਯਾਰ। ਅਸੀਂ ਆਪ ਤਰਸੇ ਪਏ ਸਾਨੂੰ ਕੋਈ ਚੰਗੀ ਗੱਲ ਮਿਲੇ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਨਾ। ਤੇ ਲਿਆਦਾ ਬਾਬਰ ਕੁਰੈਸ਼ੀ ਸਾਹਿਬ ਦਾ ਰੌਲਾ ਇਹ ਆ ਫਾਈਨਲ। ਫਿਰ ਮੈਂ ਤੁਹਾਨੂੰ ਆਖਰੀ ਦੱਸ ਦਿਆਂ ਕਿ ਉਹਨਾਂ ਨੂੰ ਤੁਸੀਂ ਇਹ ਨਹੀਂ ਸਮਝਣਾ ਕਿ ਉਹ ਸ਼ੋਅ ਦਾ ਹਿੱਸਾ ਨੇ, ਉਹ ਬਹੁਤਾ ਬੋਲਦੇ ਨੇ, ਮੈਂ ਥੋੜਾ ਬੋਲਦਾ। ਉਹਦਾ ਜਦੋਂ ਉਹ ਬੈਠੇ ਨੇ ਫਿਰ ਉਹ ਬੈਠੇ ਨੇ ਬਸ। ਇਹਦਾ ਹਿੱਸਾ ਜੀ। ਹੌਲੀ ਹੌਲੀ ਉਹਨਾਂ ਨੂੰ ਮੈਂ ਕੋਸ਼ਿਸ਼ ਕਰਾਂਗਾ, ਹੌਲੀ ਹੌਲੀ, ਕਿ ਮੈਂ ਕਸਮੇ ਵੀ ਕਾਇਨਾਤ 'ਚ ਮੈਂ ਕਦੀ ਚੁੱਪ ਨਹੀਂ ਕੀਤਾ ਕਿਸੇ ਬੰਦੇ ਨੂੰ। ਮੈਂ ਕਿਹਾ ਹੋਇਆ ਵੀ ਸਿੱਧਾ ਹੋ ਕੇ ਬਹਿ, ਮੈਂ ਉਹਨਾਂ ਨੂੰ ਨਹੀਂ ਕਹਿੰਦਾ ਕਿ ਬਾਬਰ ਕੁਰੈਸ਼ੀ ਸਾਹਿਬ ਬੈਠੇ ਨੇ, ਬੈਠੇ ਇੰਜ ਕਰਦੇ ਇਹ ਸ਼ੋਅ 'ਚ
ਤੇ ਮੈਂ ਉਹਨਾਂ ਨੂੰ ਨਹੀਂ ਕਹਿੰਦਾ, ਨਾ ਮੈਂ ਕੈਮਰਾਮੈਨ ਨੂੰ ਕਹਿੰਦਾ ਉਹ ਇੰਝ ਹੋ ਰਹੇ ਨੇ, ਉਹ ਉੱਠ ਕੇ ਆਣ ਨੂੰ ਚਲੇ ਗਏ ਨੇ, ਮੈਂ ਉਹਨਾਂ ਨੂੰ ਨਹੀਂ ਕਹਿੰਦਾ। ਕਿਉਂ ਕਿ ਅਗਰ ਮੈਂ ਉਹਨਾਂ ਨੂੰ ਕਹਾਂ ਬਾਬਰ ਸਾਹਿਬ ਵੀ ਐਵੇਂ ਐਂਕਰ ਬਣ ਜਾ, ਐਵੇਂ ਬਾਬਰ ਸਾਹਿਬ ਢੋ ਛੱਡ ਕੇ ਬਵੋ, ਉਹ ਮੇਰੇ ਮੌਲਾ ਅੱਛਾ ਠੀਕ, ਇਹ ਲੱਤ ਨਾ ਹਿਲਾਓ, ਇਹ ਨਾ ਕਰੋ, ਤੁਸੀਂ ਕਿਸ ਕੋ ਪੁੱਛ ਕੇ ਗਏ ਬਾਹਰ ਯਾਰ, ਤੁਸੀਂ ਇੱਥੇ ਬੈਠੋ, ਸ਼ੋਅ ਹੋ ਰਿਹਾ ਰਿਕਾਰਡ। ਬਾਬਰ ਕੁਰੈਸ਼ੀ ਸਾਹਿਬ ਦੇ ਮੂੰਹ 'ਚ ਗੱਲ ਨਿਕਲ ਜੇ ਮੈਨੂੰ, ਕਿਸੇ ਵੀ ਆਰਟਿਸਟ ਦੇ, ਕੋਈ ਵੀ ਆਰਟਿਸਟ ਆ ਜਿਹੜਾ ਫਿਲਮ ਦੀ ਬੋਲਦਾ, ਉਹਦੇ ਲਈ ਮੌਤ ਆਏ ਗੱਲ। ਐ ਨਾ ਕਰੋ, ਇਹ ਨਾ ਕਰੋ, ਬਾਜ਼ੂ ਅੰਦਰ ਰੱਖੋ, ਕੋਣੀ ਅੰਦਰ ਰੱਖੋ, ਬਾਹਰ 11,000 ਵੋਲਟ ਹੈ, ਅੰਦਰ ਹੈ, ਫਲਾਂ ਹੈ, ਠੀਕ ਹੈ, ਸਰ ਬਾਹਰ ਨਾ ਨਿਕਾलें, ਕੋਣੀ ਅੰਦਰ ਕਰ लें, ਇਹ ਕੱਪ ਕਰ ਨਿਜ਼ਾਮ, ਇਹ ਉਹ ਸਵਾਰੀ ਮਰ ਗਈ ਸਮਝੋ ਵਿਚਾਰੀ। ਹਾਂਜੀ ਹਾਂਜੀ, ਉਹਨਾਂ ਨੂੰ ਮੈਂ ਫ੍ਰੀ ਹੈਂਡ ਦਿੱਤਾ। ਤੁਸੀਂ ਬਾਬਰ ਕੁਰੈਸ਼ੀ ਸਾਹਿਬ ਨੂੰ ਇਹ ਜ਼ੇਨ ਰੱਖ ਕੇ ਦੇਖਣਾ ਕਿ ਉਹ ਇੱਕ ਬਹੁਤ ਖੂਬਸੂਰਤ, ਪਿਆਰੇ ਔਰ ਇੱਕ ਸਾਡੇ ਫਰੈਂਡ ਨੇ। ਆਰਟਿਸਟ ਤੇ ਹੈ ਨੇ, ਲੇਕਿਨ ਆਰਟਿਸਟ ਤੋਂ ਜ਼ਿਆਦਾ ਅਸੀਂ ਇੰਜੋਏ ਕਰਦੇ ਹਾਂ। ਅਸੀਂ ਤੁਸੀਂ ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਅੰਦਰ ਜਿਹੜੀਆਂ ਗੱਲਾਂ, ਜਿਹੜੀਆਂ ਉਹਨਾਂ ਦੀ ਲਾਈਫ ਦੀ ਆਵਾਰਗੀ ਆ, ਜਿੱਥੋਂ ਉਹਨਾਂ ਨੇ ਪਤਾ ਨਹੀਂ ਕਿਹੜੇ ਆਰਟਿਸਟ ਕੋਲ ਬਹਿ ਕੇ ਕਿਹੜੀ ਗੱਲ, ਕਿਹਨੂੰ ਉਹਨਾਂ ਨੇ ਦੇਖਿਆ ਕਿ ਅੱਛਾ ਇਹ ਇੱਦਾਂ ਕਰਦੇ ਨੇ, ਇਹ ਇੱਦਾਂ ਕਰਦੇ ਨੇ, ਅੱਛਾ ਖਵਾਜਾ ਸਰਾ ਦੇ ਇੱਦਾਂ ਹੁੰਦਾ, ਉਹਦੇ ਇੱਦਾਂ ਹੁੰਦਾ, ਅੱਛਾ ਮਾਲਸ਼ੀ ਇੱਦਾਂ। ਅਸੀਂ ਉਹ ਮਜ਼ਾ ਲੈਣਾ ਗੱਲਾਂ ਦਾ, ਬਿਲਕੁਲ। ਤੇ ਉਹਦੇ ਲਈ ਉਹ ਲੰਮੇ ਪੈ ਜਾਣ, ਉਹ ਉੱਠ ਕੇ ਚੱਲ ਜਾਣ, ਉਹ ਵਾਪਸ ਆ ਜਾਣ, ਸਮਝ ਆ ਰਹੀ ਨਾ? ਉਹ ਤੁਸੀਂ ਬਿਲਕੁਲ ਨਹੀਂ ਇਹ ਸਮਝਣਾ, ਗੱਲਬਾਤ ਅਸੀਂ ਵੀ ਨਹੀਂ ਸਮਝਣਾ। ਹਾਂਜੀ ਠੀਕ ਆ। ਔਰ ਦੂਜੀ ਗੱਲ ਇਹ ਨਹੀਂ ਕਿ ਉਹ ਰੋਜ਼ ਇੱਕ ਟੀ ਟਾਈਮ 'ਚ ਨਹੀਂ, ਵੀ ਨਹੀਂ ਹੋ ਸਕਦਾ, ਵੀ ਉਹ ਹੋ ਸਕਦਾ ਹਫਤੇ 'ਚ 2-3 ਟੀ ਟਾਈਮਾਂ 'ਚ ਆ ਜਾਇਆ ਕਰਨ। ਹਾਂਜੀ, ਤੇ ਵਿੱਚ ਅਸੀਂ ਵੀ ਆਪਣਾ ਕਰ ਲਿਆ ਕਰੀਏ, ਇਹ ਗੱਲਬਾਤ ਆ। ਬਾਕੀ ਤੁਸੀਂ ਸਾਰੇ ਦੇਖ ਰਹੇ ਹੋ ਇੱਕ ਕਾਰੋਬਾਰੀ ਪੁਆਇੰਟ ਆਫ ਵਿਊ ਨਾਲ ਵੀ, ਆਪਣੇ ਨਾਲ ਵੀ, ਕਿ ਯਾਰ ਮੈਂ 3-4 ਸਾਲ ਹੋ ਗਏ ਆ, ਮੈਂ ਹੁਣ 60 ਮਿੰਟ ਬੋਲਦਾ ਹੀ ਨਹੀਂ, ਤੇ ਨੋ ਪ੍ਰੋਬਲਮ। ਤੁਸੀਂ ਸਮਝੋ ਕਿ ਯਾਰ ਸਾਡੀ ਖੁਸ਼ਕਿਸਮਤੀ ਆ, ਬੰਦਾ ਸਾਡੇ ਨਾਲ ਬੈਠਾ ਸੀ, ਉਹਦੇ ਕੋਲ ਸੁਣ ਰਹੇ। ਉਦੋਂ ਮੈਂ ਸ਼ੋਅ 'ਚ ਕਿਹਾ ਸੀ ਨਾ ਕਿ ਅੱਗੇ ਇੱਦਾਂ ਹੁੰਦਾ ਸੀ ਕਿ ਅਸੀਂ 5 ਜਣੇ ਸ਼ੋਅ ਕਰ ਰਹੇ ਹਾਂ, ਤੁਸੀਂ ਸਾਡੇ ਨਾਲ ਬੈਠੇ ਆ। ਹੁਣ ਬਾਬਰ ਕੁਰੈਸ਼ੀ ਸਾਹਿਬ ਗੱਲਾਂ ਕਰ ਰਹੇ ਨੇ, ਤੁਸੀਂ ਤੇ ਅਸੀਂ ਸਾਰੇ ਹੀ ਉਹਨਾਂ ਨੂੰ ਸੁਣ ਰਹੇ ਹਾਂ। ਹੁਣ ਇਹ ਥੋੜਾ ਜਿਹਾ ਬਸ ਸਮਝ ਲਿਆ ਕਰੋ, ਬਾਕੀ ਕੋਈ ਰੌਲਾ ਨਹੀਂ। ਔਰ ਬਾਕੀ ਉਹੀ ਗੱਲ ਫਿਰ ਮੈਂ ਕਹਾਂਗਾ ਕਿ ਸਾਜ ਜੀ, ਤੁਸੀਂ ਅਗਰ ਠੀਕ ਹੋ ਨਾ, ਯਾਨੀ ਤੁਸੀਂ ਆਪਣੇ ਜ਼ਮੀਰ ਤੋਂ, ਆਪਣੇ ਰੱਬ ਦਾ ਨਜ਼ਰ ਮਾਰ ਕੇ ਪੁੱਛ ਲਿਆ ਕਰੋ ਕਿ ਵੀ ਯਾ ਅੱਲਾ, ਮੈਨੂੰ ਇਦਾਂ ਲੋਕੀ ਕਹਿ ਰਹੇ ਨੇ ਕਿ ਬੰਦਾ ਨਹੀਂ ਸਹੀ, ਮੇਰੇ ਬਾਰੇ 'ਚ ਲੋਕੀ ਇਦਾਂ ਕਹਿ ਰਹੇ ਨੇ, ਮਿੱਠਾਪੁਰੀਆ ਜੀ ਮੁਨਾਫਕ ਆਦਮੀ ਆ, ਮਿੱਠੇਪੁਰੀਏ ਨੇ ਉਹਨੂੰ ਹਟਾਤਾ, ਮਿੱਠੇਪੁਰੀ ਨੇ ਉਹਨੂੰ ਹਟਾਤਾ, ਦਾਨਸ਼ ਨੇ ਉਹਨੂੰ ਲਾਤਾ। ਇੱਕ ਮਿਸਾਲ ਆ, ਤੁਸੀਂ ਸੁਣਦੇ ਹੋ, ਤੁਸੀਂ ਉਹਨਾਂ ਤੇ ਲਾਨਤ ਬੇਸ਼ੁਮਾਰ ਕਰਦੇ ਹੋ। ਤੁਸੀਂ ਸਿਰਫ ਆਪਣੇ ਰੱਬ ਦਾ ਕਰਕੇ ਨਾ ਉਹਨੂੰ ਪੁੱਛੋ ਕਿ ਯਾ ਅੱਲਾ, ਤੈਨੂੰ ਪਤਾ ਵੀ ਮੈਂ ਇਦਾਂ ਨਹੀਂ ਕੀਤਾ, ਤੈਨੂੰ ਪਤਾ ਵੀ ਮੈਂ ਇਦਾਂ ਨਹੀਂ ਸੀ ਸੋਚਿਆ, ਤੇ ਰਿਲੈਕਸ ਹੋ ਜਾਓ। ਤੁਹਾਨੂੰ ਕੀ ਲੋੜ ਆ ਵੀ ਤੁਸੀਂ ਇੰਜ ਕਰੋ ਤੇ ਉਂਝ ਕਰੋ ਤੇ ਇੰਜ ਕਰੋ ਤੇ ਇੰਜ ਕਰੋ? ਮੈਂ ਵੀ ਸਿੱਖ ਰਿਹਾ ਇਦਾਂ ਦੀਆਂ ਚੀਜ਼ਾਂ ਹੌਲੀ ਹੌਲੀ, ਤੁਹਾਨੂੰ ਲੋੜ ਹੀ ਕੋਈ ਨਹੀਂ। ਮੈਨੂੰ ਪਤਾ, ਮੇਰੇ ਅੰਦਰ ਨੂੰ ਪਤਾ ਹੈ ਕਿ ਮੈਂ ਬਾਬਰ ਕੁਰੈਸ਼ੀ ਨੂੰ ਪੈਸੇ ਕਮਾਉਣ ਲਈ ਲਿਆਇਆ, ਇਹਨੂੰ ਵੇਚਣ ਲਈ ਲਿਆਇਆ, ਜਾਂ ਮੈਂ ਇਸ ਤੋਂ ਲਿਆਇਆ ਕਿ ਬਾਬਰ ਕੁਰੈਸ਼ੀ ਨੂੰ ਬੱਚਾ ਜਾਣਨਾ ਚਾਹੀਦਾ, ਸਾਡੀਆਂ ਭੈਣਾਂ, ਮਾਵਾਂ, ਸਟੂਡੈਂਟਸ, ਇਹਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਬਾਬਰ ਕੁਰੈਸ਼ੀ ਵੀ ਇੱਕ ਐਸਾ ਬੰਦਾ ਜਿਹਨੇ 60 ਸਾਲ ਜ਼ਿੰਦਗੀ ਦੇ ਦਿੱਤੇ ਨੇ ਇਸ ਫੀਲਡ ਨੂੰ। ਇਹ ਸੋਸ਼ਲ ਮੀਡੀਆ ਦੇ ਟਾਈਮ ਵੀ ਅਸੀਂ ਉਹਨੂੰ ਜਾਣਦੇ ਨਹੀਂ। ਕਿਉਂ ਨਹੀਂ ਜਾਣਦੇ? ਇਹ ਬਾਬਰ ਕੁਰੈਸ਼ੀ ਜੇ, ਔਰ ਇਹ ਰਿਕਾਰਡਿੰਗ ਹੋ ਗਈ ਆ, 500 ਸਾਲ ਬਾਅਦ ਵੀ ਕੋਈ ਦੇਖ ਲੇਗਾ ਕਿ ਅੱਛਾ ਬਾਬਰ ਕੁਰੈਸ਼ੀ ਤੇ ਉਹਦੀਆਂ ਗੱਲਾਂ ਨੇ। ਇਹ ਮੇਰਾ ਮਕਸਦ ਆ, ਜਾਂ ਪੈਸੇ ਕਮਾਉਣੇ ਮੇਰਾ ਮਕਸਦ ਆ? ਇਹ ਮੇਰਾ ਰੱਬ ਜਾਣਦਾ, ਮੈਨੂੰ ਕਿਸੇ ਨਾਲ ਕੋਈ ਗਰਜ ਨਹੀਂ। ਜੋ ਮਰਜ਼ੀ ਕਿਸੇ ਨੇ PY ਕਰੀ ਜਾਵੇ, ਹੈ ਨਾ? ਸਹੀ ਹੈ। ਉਹ ਮੈਨੂੰ ਕੋਈ ਭਾਰ ਨਹੀਂ, ਮੈਨੂੰ ਪਤਾ ਨਾ, ਮੇਰੇ ਅੰਦਰ ਨੂੰ ਪਤਾ, ਮੇਰੇ ਰੱਬ ਨੂੰ ਪਤਾ। तो इंशाल्लाह अल्लाह पाक बरकत पाएगा। ਤੁਸੀਂ ਕਹਿੰਦੇ ਹੋ ਜਿੱਦਾਂ ਵੀ ਬੋਲੇ, ਉਹ ਇੱਕ ਗੱਲ ਤੋੜ ਕੇ ਦੂਜੀ ਤੋੜ ਲਵੇ, ਤੀਜੀ ਤੋੜ ਲਵੇ, ਚੌਥੀ ਰਲਾ ਲਵੇ, ਉਹ ਮੈਂ ਖਿੱਚ ਧੂ ਕੇ ਉਹਨੂੰ ਕਰ ਲੈਣਾ ਕਿ ਨਹੀਂ ਉਹ ਕਿੱਥੇ ਆ, ਹੈਨਾ? ਸਹੀ ਗੱਲ। ਫਿਰ ਹਾਂ, ਅਸੀਂ ਉਹਨਾਂ ਦੀ ਹਰ ਅਦਾ ਦਾ ਮਜ਼ਾ ਲਈਦਾ। ਤੇ ਉਹ ਮੈਂ ਇੱਕ ਸ਼ੋਅ ਜਿਹੜਾ ਪਹਿਲਾਂ ਸੀ ਨਾ, ਉਹਦੇ ਚ ਉਹਨਾਂ ਨੇ ਹੈਂਜੀ ਕੀਤਾ, ਮੈਂ ਪਤਾ ਨਹੀਂ ਕੀ ਕਿਹਾ, ਮੈਂ ਕੋਈ ਗੱਲ ਕੀਤੀ, ਕਹਿੰਦਾ ਹਾਂ ਹੈਂਜੀ, ਮੈਂ ਉਹ ਮੈਨੂੰ ਮਰ ਗਿਆ। ਮੈਂ ਦੱਸ, ਲੇਕਿਨ ਗੁੱਜਰ ਦੇ ਯਾਰ ਬਣ ਗਏ ਸਾਜੀ। ਤੁਸੀਂ ਯਾਰ ਨਹੀਂ ਸਾਰਿਆਂ ਦੇ ਯਾਰ ਬਣ ਗਏ। ਗੁੱਜਰ ਦੇ ਗੋੜੇ ਆ, ਬੜਾ ਪਿਆਰ ਕਰਦੇ ਤਾਜੀ ਨਾ ਲੈਟਾਂ ਸੈੱਟ ਕਰ ਰਹੇ ਤੇ ਤਾਜੀ ਪਰਾਂ ਸਾਈਡ ਤੇ ਬੈਠੇ ਥੱਲੇ ਨੂੰ ਮੂੰਹ ਕਰਕੇ ਕਹਿੰਦੇ ਉਹ ਤੋਂ ਬਾਅਦ ਕਿੰਨਾ ਇਸ ਭਾਈ ਨੂੰ ਪਤਾ ਹੈ। ਨਹੀਂ ਨਾਈਸ ਪਰਸਨੈਲਿਟੀ ਮਾਸ਼ਾਅੱਲਾ। ਇਸ ਤੋਂ ਤੁਸੀਂ ਉਹਨਾਂ ਨੂੰ ਆਰਟਿਸਟ ਤੇ ਹੈਗੇ ਨੇ, ਲੇਕਿਨ ਸਾਡੇ ਵਿੱਚ ਉਹਨਾਂ ਨੂੰ ਇਹ ਨਾ ਸਮਝੋ ਕਿ ਉਹ ਇੱਕ ਟਾਈਮ ਸ਼ਡਿਊਲ ਐਸੇ ਬੈਠਣਾ ਐਸੇ ਨਹੀਂ। ਫ੍ਰੀ ਹੈਂਡ ਦੇ ਉਹਨਾਂ ਦਾ ਮਜ਼ਾ ਲਿਆ ਕਰੋ, ਬਸ ਉਹਨਾਂ ਕੋਲ ਗੱਲਾਂ ਲਿਆ ਕਰੋ, ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ। ਉਹਨਾਂ ਕੋਲ ਬੜੇ ਟੌਪਿਕ ਮਿਲਣਗੇ ਸਿੱਖਣ ਨੂੰ ਤੁਹਾਨੂੰ। ਹਾਂਜੀ ਹਾਂਜੀ, ਉਹ ਇਸ ਤਰ੍ਹਾਂ ਦੇ ਮਜ਼ੇਦਾਰ ਬੰਦੇ ਨੇ। ਲਿਆਦਾ ਇਸ ਤੋਂ ਤੁਸੀਂ ਇਹ ਨਹੀਂ ਟੈਨਸ਼ਨ ਲੈਣੀ ਕਿ ਵੀ ਬਾਬਰ ਕੁਰੈਸ਼ੀ ਸਾਹਿਬ ਬੈਠੇ ਹੁੰਦੇ ਨੇ ਤੇ ਮੈਂ ਵੀ ਕੱਖ ਨਹੀਂ ਤੇ ਇਹ ਵੀ ਕੱਖ ਨਹੀਂ, ਤੇ ਸਾਡਾ ਬਣਦਾ ਵੀ ਹੈ ਕਿ ਅਸੀਂ ਕੱਖ ਨਹੀਂ ਹੋਈਏ। ਇਹ ਉਹਨਾਂ ਦੀ ਰਿਸਪੈਕਟ ਵੀ ਸਾਡੀ ਬਣਦੀ ਹੈ। ਕਰੀ ਉਹਨਾਂ ਵਾਸਤੇ ਕਲੈਪ, ਤੇ ਕਿਆ ਬਾਤ ਹੈ, ਐਸਾ ਸਟਾਈਲ, ਐਸੀ ਗੱਲਬਾਤ ਆਉਂਦਾ ਹੀ ਨਹੀਂ ਸੀ ਯਾਰ। ਉਹ ਭਾਈ ਕਿਸੇ ਦੇ ਕਾਬੂ ਨਹੀਂ ਸੀ ਆਉਂਦਾ। ਉਹਨੂੰ ਇਹ ਸੀ ਕਿ ਮੈਂ ਕੈਮਰੇ ਅੱਗੇ ਯਾਰ ਲਾਈਟਾਂ ਬਲਦੀਆਂ ਨੇ ਯਾਰ, ਹੁੰਦਾ ਵਾ ਕਈਆਂ ਬੰਦਿਆਂ ਨੂੰ।
ਸਾਡੇ ਸਾਰਿਆਂ ਦੇ ਵਿੱਚੋਂ ਸਟਾਰ ਤੇ ਪਹਿਲੀ ਵਾਰੀ ਜਦੋਂ ਆਏ ਇਹਦੇ ਸਾਜੀ ਪਸੀਨੇ ਨਹੀਂ ਸੀ ਵੇਖੇ, ਕਈਆਂ ਦੇ ਮੱਥੇ ਪਸੀਨਿਆਂ ਨਾਲ ਭਰੇ ਪਏ ਸੀ, ਕੰਬੇ ਪਏ ਫੜੇ ਨਹੀਂ ਜਾ ਰਹੇ ਅੱਜ ਜਿਹੜੇ ਆਹੋ। 13 ਕੱਟ ਲਵਾਏ। ਹਾਂਜੀ ਤਾਜੀ ਲਾਸਟ ਕੁਐਸਚਨ ਹੈ ਮੇਰਾ, ਇਹ ਤਾਜੀ ਬਾਬਰ ਸਾਹਿਬ ਨੂੰ ਤੁਸੀਂ ਟੀ ਟਾਈਮ 'ਚ ਕਿਉਂ ਇੰਤਖਾਬ ਕੀਤਾ? ਉਹਨਾਂ ਲਈ ਕੋਈ ਸਾਜੀ ਮੈਂ ਆਪਣੇ ਜੁੱਤੀ ਲਾ ਕੇ ਮਾਰਾ ਆਪਣੀ। ਅੱਛਾ, ਬਾਬਰ ਕੁਰੈਸ਼ੀ ਸਾਹਿਬ ਨੂੰ ਟੀ ਟਾਈਮ 'ਚ ਮੁਸਤਕਿਲ ਬਣਾਉਣ ਵਾਸਤੇ ਨਹੀਂ ਕੀਤਾ ਯਾਰ, ਅਬਾਸ ਕਿਆ ਕਹਿੰਦੇ ਤਾਜੀ ਉਹਨਾਂ ਲਈ ਕੋਈ ਮਤਲਬ ਹੋਰ ਵੀ ਪਲੇਟਫਾਰਮ ਤਾਜੀ ਲੈਦਾ ਹਾਂਜੀ ਕਰਨਾ ਚਾਹੁੰਦੇ? ਮਤਲਬ ਕਿ ਹੋਰ ਵੀ ਬਾਬਰ ਕੁਰੈਸ਼ੀ ਸਾਹਿਬ ਦੇ ਨਾਲ ਮੈਂ ਇੱਕ ਸ਼ੋਅ ਕਰਨਾ ਸੀ, ਕਰਾਂਗਾ ਵੀ ਇਨਸ਼ਾਅੱਲਾ, ਕਿ ਜਿੱਦਾਂ 2 ਜਣੇ ਅਸੀਂ, ਮੈਂ ਸੋਚਿਆ ਸੀ ਤੇ ਮੰਜੀਆਂ 2 ਰੱਖ ਕੇ ਨਾ, ਅੱਛਾ এনवायरमेंट ਬਣਾ ਕੇ, ਠੀਕ ਹੈ ਨਾ, ਚਾਏ ਸ਼ਾਏ ਟੇਬਲ ਅੱਗੇ ਰੱਖ ਕੇ, ਇੱਕ ਮੰਜੀ ਤੇ ਉਹ ਬੈਠੇ, ਇੱਕ ਤੇ ਮੈਂ ਸਰਾਣਾ ਰੱਖਿਆ, ਰਵਾਇਤੀ ਇਹ ਸਾਰੀਆਂ ਗੱਲਾਂ ਉੱਥੇ ਮੈਂ ਕਰਵਾਵਾਂ ਇਹਨਾਂ ਕੋਲ, ਉਹ ਸ਼ੋਅ ਹੀ ਇਹਨਾਂ ਦਾ ਹੋਏਗਾ। ਸਹੀ ਬਾਤ। ਲੇਕਿਨ ਮੈਂ ਇਸ ਸ਼ੋਅ 'ਚ ਇਸ ਤੋਂ ਲਿਆਂਦਾ ਕਿ 5 7 10 15 ਸ਼ੋਅ ਕਰਕੇ ਨਾ ਥੋੜਾ ਜਿਹਾ ਯੂਜ਼, ਅੱਜ ਮੈਂ ਬੜਾ ਖੁਸ਼ ਹੋਇਆ ਕਿ ਕੈਮਰੇ ਵਾਲੇ ਵੇਖ ਕੇ ਗੱਲਾਂ ਕਰੀ ਜਾ ਰਹੇ ਹੈ। ਹਾਂ ਜੀ ਬਿਲਕੁਲ ਹੈ। ਕੱਲ ਵਾਲੇ ਸ਼ੋਅ 'ਚ, ਪਰਸੋਂ ਵਾਲੇ 'ਚ ਕੈਮਰੇ ਦੀ ਅੱਖ ਚੱਕ ਭਾਈ, ਤੂੰ ਆਡੀਅנס ਨੇ ਸਿੱਧੇ ਹੋਏ ਨੇ, ਅਸੀਂ ਹੈ ਨਹੀਂ ਵਿੱਚ। ਮੈਂ ਕਿਹਾ ਕਿਆ ਕਹਿੰਦੇ, ਮੈਂ ਕਿਹਾ ਕੀ ਕੈਮਰੇ ਨਾਲ ਯਾਰੀ ਪੈ ਗਈ ਹੈ ਜਿਹਦੇ ਕੋਲ ਡਰਦੇ ਸੀ। ਹਾਂਜੀ ਤੇ ਉਹ ਮੈਂ ਇਸ ਸ਼ੋਅ 'ਚ ਇਸ ਤੋਂ ਲਿਆਂਦਾ, ਇਹ ਸ਼ੋਅ ਜਿਹੜਾ ਨਾ ਕੰਫਰਟ ਬਹੁਤ ਆ, ਕੰਫਰਟ ਕਿਸੇ ਨੂੰ ਵੀ ਬਾਦੋ ਨਹੀਂ ਵੀ ਜੁਗਤ ਕਰਨੀ, ਵੈਸੇ ਗੱਲਾਂ ਕਰੀ ਜੋ ਨਾਰਮਲ। ਔਰ ਉਹੀ ਮੇਰੀ ਇੱਕ ਸਾਜ਼ਿਸ਼ ਸੀ ਨਾ ਕਿ ਬਾਬਰ ਕੁਰੈਸ਼ੀ ਸਾਹਿਬ ਨੂੰ ਇੱਥੇ ਬਾਉਣਾ ਵਾ, ਇਹਨਾਂ ਨੂੰ ਮੈਂ ਕਿਹਾ ਤੁਸੀਂ ਕੋਈ ਸਵਾਲ ਨਹੀਂ ਕਰਨਾ, ਜੋ ਬੋਲੀ ਜਾਂਦੇ ਹੋ, ਮੈਂ ਆਪੇ ਹੀ ਮਾੜਾ ਫੜ ਕੇ ਸਿੱਧਾ ਪੱਧਰਾ ਕਰੀ ਜਾਂਗਾ, ਕਿ ਇਹ ਵੀ ਨਾ ਹੋਵੇ ਕਿ ਉਹਨਾਂ ਨੂੰ ਕੋਈ ਗੱਲ ਕੋਈ ਯਾਰ ਆ ਮੈਨੂੰ ਕੋਈ ਟੋਕੀ ਜਾਂਦੇ ਯਾਰ ਮੈਂ ਨਹੀਂ ਇੱਥੇ ਬਹਿਣਾ। ਲੇਕਿਨ ਅੱਲਾ ਦਾ ਸ਼ੁਕਰ ਆ, ਕੋ ਕੰਫਰਟ ਹੋ ਗਏ ਨੇ, ਹਾਂਜੀ ਹੈਪੀ ਹੁੰਦੇ ਨੇ ਵੀ ਇਹ ਟਾਈਮ ਸਿਰ ਠੱਕ ਬਾਬਰ ਕੁਰੈਸ਼ੀ ਹੈ ਦਫ਼ਤਰ ਦੇ ਵਿੱਚ ਹੈ, ਕਾਇਨਾਤ ਦੇ ਵਿੱਚ ਐਸਾ ਨਹੀਂ ਹੋਇਆ ਕਦੇ। ਬਾਬਰ ਕੁਰੈਸ਼ੀ ਤਾਂ ਮਗਰ ਬੰਦੇ ਨੇ, ਸਹੀ ਗੱਲ। ਕੁਰੈਸ਼ੀ ਕਿੱਥੇ ਨਜ਼ਰ ਨਹੀਂ ਆ ਰਿਹਾ, ਤੇ ਪਿਛਲੇ ਕਾਫੀ ਮਹੀਨਿਆਂ ਤੋਂ ਸਾਲਾਂ ਤੋਂ ਨਾ ਉਹ ਬਾਹਰ ਬੈਠੇ ਵੀ ਬਹੁਤ ਘੱਟ ਨੇ, ਘਰੇ ਹੀ ਰਹੇ ਨੇ, ਤੇ ਹੁਣ ਸਿੱਧੇ ਹੁੰਦੇ ਨੇ ਇੱਥੇ ਤੇ ਇੱਥੋਂ ਸਿੱਧੇ ਘਰ। ਹਾਂਜੀ ਹੁਣ ਸਹੀ ਹੋ ਗਏ ਨੇ ਸਾਜੀ, ਤੁਰਦੇ ਫਿਰਦੇ ਮਜ਼ਾ ਲੈਂਦੇ ਰਹੇ ਨੇ ਇਨਸ਼ਾਅੱਲਾ ਸਾਜੀ। ਤੁਹਾਡਾ ਸਿਰਫ ਉਹਨਾਂ ਦਾ ਇੱਕ ਪ੍ਰੋਬਲਮ ਆ, ਮੈਨੂੰ ਉਹ ਵੀ ਮੈਂ ਕਿਸ ਦਿਨ ਨਾ ਛਿੱਕੂ ਟੈਪ ਬੰਨਣਾ ਉਹਨਾਂ ਦੇ ਮੂੰਹ ਤੇ। ਹਾਂ ਕੋਈ ਨਹੀਂ ਹੋ ਜਾਏਗਾ ਠੀਕ ਸਾਜੀ, ਆਸਤਾ ਜੀ ਕੀ ਕਹਿਣਾ ਚਾਹ ਰਹੇ 2 ਗੱਲਾਂ ਕਰਨੀਆਂ ਚਾਹੁੰਦਾ ਸੀ ਕਿ ਬਾਬਰ ਕੁਰੈਸ਼ੀ ਨਾ ਵੀ ਹੋਣ ਤੇ ਅਸੀਂ ਨੱਥੀ ਬੈਠੇ ਹੁੰਨੇ, ਤੁਸੀਂ ਮਾਸ਼ਾਅੱਲਾ ਖੈਰ ਹੋ ਜੇ। ਸਹੀ ਗੱਲ। ਤੇ ਐਂਡ ਵਾਲੇ ਕੱਟਾਂ 'ਚ ਜਾ ਕੇ ਸਾਨੂੰ ਕਹਿੰਦੇ ਕਿ ਹਾਂਜੀ ਤੁਸੀਂ ਵੀ ਬੈਠੇ। ਤੁਸੀਂ ਵੀ ਬੈਠੇ। ਨਹੀਂ ਇਹ ਮੈਂ ਨਾ ਕਿੰਨੇ ਦਿਨਾਂ ਤੋਂ ਮੇਰਾ ਮੌਕਾ ਲੱਭ ਰਿਹਾ ਕਿ ਮੈਂ ਥੋੜਾ ਨਾਜ਼ਰੀਨ ਦੇ ਸਾਹਮਣੇ ਹੋ ਕੇ ਤੇ ਜਿਹੜੀਆਂ ਗੱਲਾਂ ਮੈਂ ਉਹਨਾਂ ਦੇ ਸਾਹਮਣੇ ਨਹੀਂ ਕਰ ਸਕਦਾ, ਮੈਂ ਇਹਨਾਂ ਨੂੰ ਵੀ ਸਮਝਾ ਦਿਆਂ ਕੀ ਹੋਈਆਂ ਸੀ ਗੱਲਾਂ ਕਿ ਇਹ ਰੌਲਾ ਜੇ, ਯਾਨੀ ਉਹ ਆਰਟਿਸਟ ਇਦਾਂ ਦਾ ਵਾ ਕਿ ਉਹ ਕੋਈ ਉਹਨੂੰ ਕੀ ਕਹਿੰਦੇ ਨੇ, ਵਿਕਾਊ ਜਾਂ ਫਲਾਣਾ, ਜਾਂ ਉਹ ਆਰਟਿਸਟ ਨਹੀਂਗਾ ਵੀ ਲਾਗ ਵੀ ਇਹ ਇਤਨੇ ਪੈਸੇ ਦੇਂਗੇ ਇਹ ਬੋਲਣਾ ਹੈ, ਉਹ ਇਦਾਂ ਦਾ ਨਹੀਂ ਆ। ਉਹ ਦਿਲ ਕਰੇ ਵੀ ਤੁਸੀਂ ਉਹਨੂੰ ਮਤਲਬ ਜਿੰਨੇ ਮਰਜ਼ੀ ਪੈਸੇ ਦਿਓ ਤੇ ਉਹਦਾ ਰਚਿਆ ਨਹੀਂ ਤੇ ਉਹਨੇ ਕਹਣਾ ਸਲਾਮ ਅਲੈਕਮ, ਵੀ ਭਲੇ ਹੋਣ ਭਾਜੀ ਸਲਾਮ ਅਲੈਕਮ। ਤੇ ਕਿਤੇ ਐਸਾ ਬੈਠਾ ਵਾ ਵੀ ਦਿਲ ਕਰੇ ਤੇ ਉਹਦਾ ਰਚ ਗਿਆ ਤੇ ਫਿਰ ਰਚ ਗਿਆ, ਬਸ ਠੀਕ ਹੈ। ਤੇ ਇੱਧਰ ਦੂਸਰੀ ਗੱਲ ਮੈਂ ਉਸਤਾਦ ਜੀ ਤੁਹਾਨੂੰ ਸ਼ਾਬਾਸ਼ ਦਾਂਗਾ ਆਪਣੇ ਤਾਈਂ ਕਿ ਤੁਸੀਂ ਮਾਸ਼ਾਅੱਲਾ ਕੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਉਜਾਗਰ ਕਰਨ ਦਾ। ਭਾਈਜਾਨ ਇਹ ਏਡਾ ਵੱਡਾ ਕ੍ਰੈਡਿਟ ਆ ਮੈਨੂੰ, ਇਹੀ ਤੇ ਖੁਸ਼ੀ, ਮੈਂ ਇਹੀ ਤੇ ਕਿਹਾ ਕਿ ਰੱਬ ਨੂੰ ਪਤਾ ਨਾ ਕਿ ਮੇਰੇ ਅੰਦਰ ਮੈਂ ਕਿਉਂ ਲੈ ਕੇ ਆਇਆ ਉਹਨਾਂ ਨੂੰ। ਉਹ ਯਾਰ ਇੱਥੇ ਪੈਸਾ ਪੂਹਾ ਫਲਾਣਾ ਢੀਂਗੜਾ ਇਹ ਉਹ ਯਾਰ ਲਾਹਨਤ ਭੇਜੋ, ਗੱਲ ਇਹ ਆ ਕਿ ਬੰਦਾ ਜ਼ਾਇਆ ਹੋ ਰਿਹਾ ਸੀ ਇਹ ਹੀ ਵੱਡੀ ਔਰ ਪੂਰੇ ਫੈਸਲਾਬਾਦ ਵਾਲਿਆਂ ਨੇ ਜ਼ੋਰ ਲਾ ਕੇ ਦੇਖ ਲਿਆ, ਕੈਮਰਾ ਵਾਲਿਆਂ ਨੇ ਫਲਾਣੇ ਨੇ, ਬੜੇ ਲੋਕ ਉਹਦੇ ਘਰ ਵੀ ਜਾਂਦੇ ਰਹੇ ਕਿ ਅਸੀਂ ਗੱਡੀ ਲੈ ਕੇ ਆ ਜੰਨੇ ਤੁਹਾਨੂੰ ਲੈ ਜਾ ਕਰਾਂਗੇ ਜਾਣਾ। ਉਹਨੇ ਕਿਹਾ ਮੈਂ ਜਾਣਾ ਹੀ ਨਹੀਂ। ਹਾਂਜੀ ਠੀਕ ਹੈ ਨਾ, ਉਹ ਚਲਾ ਵੀ ਜਾਂਦਾ, ਦਿਲ ਕਰੇ ਕੋਈ ਇੱਕ ਗੱਲ ਉਸ ਭਾਈ ਦੇ, ਮੈਂ ਡਰਿਆ ਰਹਿਣਾ ਯਾਰ ਇਸ ਭਾਈ ਨੂੰ ਕੋਈ ਗੱਲ ਨਾ ਬੁਰੀ ਲੱਗ ਜਾਏ ਯਾਰ, ਇਹਨੂੰ ਕੋਈ ਐਦਾਂ ਨਾ ਹੋ ਜਾਏ ਯਾਰ, ਤੁਸੀਂ ਨਾ ਕੋਈ ਹਰਕਤ ਕਰ ਦੋ, ਮੈਂ ਤੁਹਾਨੂੰ ਕਹਿਣਾ ਰਹਿਣਾ ਯਾਰ ਨਾ ਚੁੱਪ ਬਿਲਕੁਲ, ਕੋਈ ਦੂਸਰ ਨਹੀਂ ਕਰਨੀ ਕੋਈ ਗੱਲਬਾਤ, ਥੋੜਾ ਜਿਹਾ ਰਚ ਜੇ ਆਪੇ ਹੀ ਮਾਰਜਨ ਦੇ ਦੇਣਗੇ ਉਹ। ਸਾਜੀ ਜਦੋਂ ਰਚ ਜਾਣਗੇ ਨਾ ਫਿਰ ਥੋੜਾ ਮਾਰਜਨ ਦੇ ਦੇਣਗੇ, ਉਹ ਮਾਰਜਨ ਲੈ ਕੇ ਥੋੜਾ ਉਹਨਾਂ ਦੇ ਨਾਲ ਪੂਰਾ ਰਚਾਓ ਕਰ ਲਾਂਗੇ। ਨਹੀਂ ਸ਼ੋਨ ਆਪ ਕਹਿੰਦੇ ਹੁੰਦੇ ਹਿਸਾਬ ਲਾ ਵੀ ਜਿੱਦਾਂ ਅਸੀਂ ਬਾਹਰ ਜਾਂਦੇ ਆ, ਚਨਿਓੜ ਗਏ ਸਾਂ ਵੀ ਬਾਬਰ ਕੁਰੈਸ਼ੀ ਨੂੰ ਅਸੀਂ ਨਾਲ ਲੈ ਓਏ ਉਸਤਾਦ ਜੀ ਇਹਨੇ ਉਮਰ ਹਯਾਤ ਪੁੱਲ ਤੇ ਖਿਲਾਰਤਾ ਵਾ। ਹਾਂ ਤੈਨੂੰ ਕਹਾਂ ਖਾਨ ਸਾਹਿਬ ਥੱਲੇ ਵੇਖੋ ਤੇ ਸਾਜੀ ਉਹ ਜਾਂਦੀ ਕਿੱਥੇ ਲੈ ਮੈਨੂੰ ਉਸ ਪੁਲ ਤੇ ਨਹੀਂ ਚੜਨਗੇ, ਉਹ ਜਿਹੜਾ ਚਨਿਓਟ ਦਾ ਪੁਰਾਣਾ ਪੁਲ ਹੈ ਨਾ, ਕਹਿੰਦਾ ਅੰਗਰੇਜ਼ ਵੀ ਨਹੀਂ ਉੱਤੇ ਚੜਦੇ ਤੇ ਅਸੀਂ ਵੀ ਨਹੀਂ ਚੜਦੇ। ਕਿਉਂਕਿ ਇਹ ਕੈਸੀ ਅੱਛੀ ਗੱਲ ਆ, ਮੁੱਦਤ ਕਹਿੰਦੇ ਅਸੀਂ ਅੰਗਰੇਜ਼ਾਂ ਦੇ ਹਿਸਾਬ ਨਾਲ ਚੱਲਦੇ। ਉਹਨਾਂ ਨੇ ਕਹਿਤਾ ਵੀ ਇਹ ਪੁਲ ਦੀ ਮੁੱਦਤ ਖਤਮ ਹੋ ਗਈ ਹੈ ਇਹਦੇ ਤੇ, ਉਹ ਵੀ ਨਹੀਂ ਚੜਦੇ ਅਸੀਂ ਵੀ ਨਹੀਂ ਚੜਦੇ, ਆ ਤਾਈ ਚੜੀ ਜਾ ਰਹੇ ਹਾਂ। ਤੇ ਲੇਕਿਨ ਸਾਜ ਜੀ ਇੱਧਰ ਜਿਹੜਾ ਕੱਟਾ ਖੁੱਲਿਆ ਹੋਇਆ ਮਿੱਠੇ ਦਾ, ਕੀ ਹੋਇਆ ਇਹਨੂੰ? ਮਿਠਾਈ ਦੱਸੋ। ਪ੍ਰਾਪਤੀਆਂ ਖਰੀਦ ਰਿਹਾ ਮਿੱਠਾ ਕੱਟਾ ਖੁੱਲ ਗਿਆ ਨਵਾਂ। ਭਰਾ ਵਾਲਾ ਵਾਕਿਆ ਹਾਂਜੀ ਭਰਾ ਵਾਲਾ ਸੁਣੋ ਤਾਂ ਸਹੀ, ਇਹਦੀ ਪਾਗਲ ਹੋਏ ਪਏ ਜੀ। ਮੈਂ ਨਾ 2 ਦਿਨ ਪਹਿਲੇ ਨੂੰ ਵਾਕਿਆ ਦੱਸਿਆ ਵੀ ਭਰਾ ਮੇਰੇ ਨੇ ਮਕਾਨ ਲਿਆ 2.5 ਮਰਲੇ ਦਾ। ਪਹਿਲੇ ਉਹ ਫੜ ਕੇ ਲਿਆ ਉਧਰੋਂ, ਨੋਨੀ ਉਰਿਆ ਹੈ, ਨੋਨੀ ਇੰਨੇ ਦਿਨ ਹੋ ਗਏ ਭਾਜੀ, ਨੋਨੀ ਨੂੰ ਵੀ ਦੇਖ ਲਓਗੇ, ਆ ਜਾ ਇਹਦੀ ਵੀ ਮੈਂ ਤਬੀਅਤ ਠੀਕ ਕਰਨੀ ਹੈ। ਕਿੰਨੀਆਂ ਛੁੱਟੀਆਂ ਕੀਤੀਆਂ ਜਿੰਨੇ
ਕੈਮਰੇ ਦੇ ਅੱਗੇ ਖਲੋ ਗਿਆ ਪਰੇ ਹੋ ਜਾ। ਬਾਹਰ ਲਾ ਮਾਈਕ ਬਾਹਰ ਲਾ। ਹੈਲੋ ਸਰ ਮਾਈਕ ਬਾਹਰ ਲਾ ਯਾਰ। ਬਟਨ ਜਿਹਾ ਬਾਹਰ ਲਾਤਾ, ਮਾਈਕ ਅੰਦਰ ਲਾਤਾ। ਪ੍ਰਾਪਰਟੀ ਡੀਲਰੀ ਕਰ ਰਹੇ ਮੈਂ ਤੈਨੂੰ ਦੱਸਦਾ। ਹਾਂਜੀ ਕੀ ਹੋਇਆ? ਮਕਾਨ ਲਿਆ? ਮਕਾਨ ਨਾ ਹੁਣ ਭਾਈ ਬਾਬਰ ਨੇ ਵੇਚਣਾ। ਭਾਈ ਬਾਬਰ ਨੇ ਮਕਾਨ ਲੈਤਾ ਕਮਿਸ਼ਨ ਦੇ ਵਾਸਤੇ ਭਾਈ ਨਾਦਰ ਨੂੰ। ਭਾਈ ਨਾਦਰ ਨੇ 3 ਲੱਖ ਰੁਪਇਆ ਬਿਆਨਾ ਦੇ ਕੇ ਇੰਜ ਕਰਕੇ ਉਹ ਯਾਰ ਕੌਣ ਨੇ? ਕਾਫੀ ਰਦੀਫ ਸਾਰੇ ਨਾਦਰ ਮਾਦਰ ਸਾਦਰ ਕੌਣ ਨੇ ਸਾਰੇ? ਆਪਸ ਚ ਕਜ਼ਨ ਭਰਾ ਨੇ। ਮਕਾਨ ਬਾਬਰ ਨਾਦਰ ਨੇ ਕੌਣ ਨੇ? ਦੋਵੇਂ ਭਰਾ ਨੇ? ਕਵਾਲਾਂ ਦੀ ਜੋੜੀ ਹੈ ਜੀ। ਨਹੀਂ ਭਾਈ ਹੈ ਸਾਜੀ ਉਹਦੇ। ਹੁਣ ਇੱਕ ਦੋ ਕਿਹੜੇ ਦੋ ਭਰਾਵਾਂ ਦਾ ਰੌਲੀ ਹੈ? ਰੌਲਾ ਵਾ ਬਾਬਰ ਦਾ ਤੇ ਨਾਦਰ ਦਾ। ਰੌਲਾ ਦੋਨਾਂ ਦਾ ਹੀ ਨਹੀਂ। ਨਹੀਂ ਗੱਲ ਚ ਦੋ ਨੇ ਬਾਬਰ ਤੇ ਨਾਦਰ। ਹਾਂ ਅੱਗੇ ਜਾ ਕੇ ਖੋਲਾਂਗਾ। ਬਾਬਰ ਉਹ ਜਿਹੜਾ ਘਰ ਉਹ ਵੱਡਾ ਸਭ ਤੋਂ। ਹਾਂਜੀ ਤੇ ਨਾਦਰ ਛੋਟਾ। ਨਾਦਰ ਛੋਟਾ। ਓਕੇ ਬਾਬਰ ਨਾਦਰ ਦੋ ਚੂਜ਼ ਇੱਥੇ। ਜੋ ਚੂਜ਼ ਇੱਥੇ। ਨਾਦਰ ਬਾਹਰ ਦੇ ਮੁਲਕ ਹੁੰਦਾ ਵਾ? ਨਹੀਂ ਇੱਥੇ ਹੀ ਹੁੰਦੇ ਵੇ। ਵੈਸੇ ਸੀ ਬਾਹਰ ਤੇ ਪਾਇਆ ਹੋਇਆ। 3 ਲੱਖ ਰੁਪਇਆ ਬਿਆਨਾ ਦੇ ਦਿੱਤਾ, ਸਟਾਪ ਹੋ ਗਿਆ। ਮਕਾਨ ਕਿਹਨੇ ਲੈਣਾ ਸੀ? ਭਾਈ ਨਾਦਰ ਨੇ। ਨਾਦਰ ਨੇ। ਹੁਣ ਓਕੇ ਇਹ ਜ਼ਿਹਨ ਚ ਰੱਖਣਾ ਹੈ, ਅੱਗੇ ਜਾ ਕੇ ਖੋਲਾਂਗਾ। ਜਿਹੜਾ ਬੰਦਾ ਜਿਹਨੇ ਮਾਲਕ ਮਕਾਨ ਆ ਕੱਲਾ ਹੀ ਆ, ਬਾਪ ਠੀਕ ਹੈ, ਕੱਲਾ ਬੇਟਾ ਵਾ, ਬਾਕੀ ਫੈਮਿਲੀ ਫੌਤ ਹੋ ਚੁੱਕੀ ਹੈ ਜੀ। ਓਕੇ ਹੁਣ ਅਚਾਨਕ ਫੋਨ ਆਇਆ, ਕਹਿੰਦੇ ਮੇਰੇ ਬੇਟੇ ਦੀ ਤਬੀਅਤ ਖਰਾਬ ਹੈ, ਬਿਆਨ ਕਰਾਓ, ਰਕਮ ਸਾਰੀ ਦੇ ਦਿਓ। ਭਾਈ ਨਾਦਰ ਕਹਿੰਦਾ ਚਲੋ ਠੀਕ ਹੈ, ਮੇਰੇ ਕੋਲ ਰਕਮ ਆ, ਸਵੇਰੇ ਬਿਆਨ ਕਰਾਓ। ਰਜਿਸਟਰੀ ਤਿਆਰ ਤੁਰ ਹੋ ਗਈ, ਸਵੇਰੇ ਬਿਆਨ ਕਰਾਉਣੇ ਸੀਗੇ। ਜਿਸ ਬੰਦੇ ਦਾ ਨਾਮ ਪ੍ਰਾਪਰਟੀ ਹੈ ਨਾ, ਉਹ ਬੰਦਾ ਫੌਤ ਹੋ ਗਿਆ ਉਸੇ ਰਾਤ ਫੌਤ ਹੋ ਗਿਆ। ਭਾਈ ਨਾਦਰ ਨੂੰ ਤੈਸ਼ ਆ ਗਿਆ। ਉਹ ਕੀ ਹੋਇਆ? ਓਏ ਹੋਏ 2 ਲੱਖ ਦੁਬਾਰਾ ਪੈਣਾ ਹੁਣ। ਹੈ 2 ਲੱਖ ਹੁਣ ਭਾਈ ਨਾਦਰ ਨੂੰ ਦੁਬਾਰਾ ਪੈ ਗਿਆ। ਕਾਹਦਾ? ਔਰ ਉਹ ਬੰਦਾ ਫੌਤ ਹੋ ਗਿਆ ਨਾ, ਰਜਿਸਟਰੀ ਉਹਨਾਂ ਦੀ ਬਣ ਗਈ। ਠੀਕ ਹੈ। ਬੰਦਾ ਫੌਤ ਹੋ ਗਿਆ, ਹੁਣ ਉਹਦੀ ਤਾਂ ਰਜਿਸਟਰੀ ਉਹ ਬੰਦਾ ਫੌਤ ਹੋਇਆ, ਹੁਣ ਉਹਦਾ ਪਿੱਛੇ ਰਹਿ ਗਿਆ ਅੱਬਾ ਕੱਲਾ। ਠੀਕ ਹੈ। ਹੁਣ ਅੱਬਾ ਜੀ ਦੇ ਨਾਲ ਵਿਰਾਸਤ ਹੋਈ, ਪ੍ਰਾਪਰਟੀ ਹੋਈ, ਹੁਣ ਉਹਦੇ ਨਾਲ ਰਜਿਸਟਰੀ ਪੈਣੀ ਸੀ। ਭਾਈ ਨਾਦਰ ਨੂੰ ਘਰ ਬੈਠਣ 1.5 ਲੱਖ ਰੁਪਏ ਪੈ ਗਿਆ। ਠੀਕ ਹੈ। ਔਰ ਰਜਿਸਟਰੀ ਦੇ ਪੈਸੇ ਉਹਦੇ ਵੀ ਮਰ ਗਏ। ਉਹਨੇ ਕਿਹਾ ਜੀ ਹੁਣ ਚਾਚਾ ਜੀ ਤੁਹਾਡੇ ਨਾਲ ਵਿਰਾਸਤ ਹੋਣੀ, ਤੁਸੀਂ ਜਾ ਕੇ ਨਾ ਆਪਣੇ ਨਾਮ ਦਾ ਫਰਦ ਕਢਾਓ। ਚਾਚਾ ਜੀ ਆਪਣੇ ਨਾਮ ਦੀ ਫਰਦ ਕਢਾਉਣਗੇ। ਚਾਚਾ ਜੀ ਦਾ ਕੋਈ ਹੋਰ ਵਿਆਹ ਨਿਕਲ ਆਇਆ। ਕਿਹੜੇ ਚਾਚਾ ਜੀ? ਜਿਨ੍ਹਾਂ ਦਾ ਨਾਮ ਹੁਣ ਜਿਹੜੇ ਵਾਲਦ ਸਾਹਿਬ ਨੇ, ਮੁੰਡਾ ਜਿਹੜਾ ਫੌਤ ਨਹੀਂ ਹੋਇਆ, ਉਹਦਾ ਪਿਓ, ਉਹਦੇ ਪਿਓ। ਮਕਾਨ ਜਿਸ ਮੁੰਡੇ ਦੇ ਨਾਂ ਸੀ, ਹਾਂਜੀ ਉਹ ਮੁੰਡਾ ਫੌਤ ਹੋ ਗਿਆ। ਹੁਣ ਉਹਦਾ ਪਿਓ ਹੈਗਾ ਵਾ। ਉਹ ਹੁਣ ਉਹਦੇ ਪਿਓ ਨੇ ਕਰਵਾਉਣੀ ਸੀ ਨਾਮ। ਪਿਓ ਆਪਣੇ ਨਾਮ ਕਰਾਉਣੀ ਸੀਗੀ। ਪਿਓ ਨੇ ਆਪਣੇ ਨਾਂ ਕਰਾਉਣੀ ਸੀ? ਆਪਣੇ ਨਾਮ ਪਹਿਲੇ ਬੇਟੇ ਦਾ ਨਾਮ ਸੀਗੀ, ਫੇ ਹੁਣ ਪਿਓ ਦੇ ਨਾਂ ਹੋਣੀ ਸੀ। ਪਿਓ ਦੇ ਨਾਂ ਤੋਂ ਫਿਰ ਨਾਦਰ ਦੇ ਨਾਂ ਹੋਣੀ ਸੀ। ਅੱਛਾ ਹੁਣ ਪਿਓ ਦੇ ਨਾਂ ਹੋਣ ਲੱਗੀ ਤੇ ਪਿਓ ਦਾ ਇੱਕ ਹੋਰ ਵਿਆਹ ਨਿਕਲ ਆਇਆ। ਪਿਓ ਜਿਹੜਾ ਮੁੰਡਾ ਫੌਤ ਹੋਇਆ ਨਾ, ਉਹਦੀ ਵਾਲਦਾ ਹੈ ਨਹੀਂ ਸੀ, ਵਾਲਦਾ ਫੌਤ। ਠੀਕ ਹੈ। ਪਿਓ ਸਾਹਿਬ ਗਏ ਨੇ ਨਾਦਰ ਦਫ਼ਤਰ ਵੀ, FOC ਫਾਰਮ ਕੱਢ ਦਿਓ ਜੀ, ਫੈਮਿਲੀ ਫਾਰਮ ਮੇਰੇ ਬੇਟੇ ਦੇ ਨਾਂ ਦਾ। ਜਦੋਂ ਉਹਨੇ FOC ਫਾਰਮ ਕੱਢੇ ਤੇ 5 ਬੱਚਿਆਂ ਦੇ ਨਾਂ ਨਿਕਲ ਆਇਆ। ਚਾਚਾ ਜੀ ਦੇ ਪਹਿਲੇ ਇੱਕ ਹੋਰ ਵਿਆਹ ਵੀ ਸੀ, ਉਹ ਵਿਆਹ ਉਜਾਗਰ ਹੋ ਗਿਆ। ਓਏ ਫਰਦ ਫਰਮਾਨਵਾ ਕਢਾਉਣਗੇ, ਉਹਨਾਂ ਕਾ ਪੂਰੀ ਫੈਮਿਲੀ ਲੈ ਕੇ ਆਓ, ਫਿਰ ਮਕਾਮ ਤੁਹਾਡੇ ਨਾਮ ਹੋਣਾ। ਇੰਜ ਕਰਕੇ ਉਹਨੇ ਫੋਨ ਚੁੱਕਿਆ, ਕਹਿੰਦੇ ਨਾਦਰ ਮਾਦਰ ਚਾਹੁੰਦਾ ਯਾਰ ਮੈਂ ਦੱਸਿਆ ਨਹੀਂ, ਮੇਰਾ ਪਹਿਲੇ ਵੀ ਇੱਕ ਵਿਆਹ ਸੀ, ਹੁਣ ਉਹ ਸਾਰੇ ਬੱਚਿਆਂ ਦੇ ਬਿਆਨ ਹੋਣੇ, ਫਿਰ ਤੇਰੇ ਨਾਲ ਰਜਿਸਟਰੀ ਹੋਣੀ। ਭਾਈ ਨਾਦਰ ਨੇ ਸਿਰ ਫੜ ਲਿਆ। ਤੇ ਭਾਈ ਬਾਬਰ ਕਿੱਥੇ? ਭਾਈ ਬਾਬਰ ਉੱਥੇ ਟੈਨਸ਼ਨ ਨਾਲ ਲੈ ਕੇ ਤਾਂ ਮੈਂ ਬੈਠਾ ਨਹੀਂ, ਮੈਂ ਕਰਾਉਣਾ ਵਾ। ਸਾਰੇ ਬੱਚਿਆਂ ਦੇ ਨਾਂ ਇੰਜ ਕਰਕੇ ਫਰਦ ਫਰਮਾਨਵਾ ਹੋਇਆ ਵਾ। ਜਿੱਦਣ ਬਿਆਨ ਹੋਣਾ ਸੀ, ਉਦੋਂ ਪਟਵਾਰੀ ਦਾ ਮਾਮਾ ਮਰ ਗਿਆ। ਉਹ ਕਿਹੜਾ ਕਾਤਲਾਨਾ ਪਲਾਟ ਲੈ ਲਿਆ ਤੁਸੀਂ? ਇਹਨੂੰ ਮੈਂ ਦੱਸਿਆ, ਪਟਵਾਰੀ ਦਾ ਮਾਮਾ ਮਰ ਗਿਆ, ਬਿਆਨ ਫੇਰ ਰੁਕ ਗਿਆ। ਇੰਜ ਕਰਕੇ ਵਕੀਲ ਦੀ ਕਾਲ ਆਈ ਭਾਈ ਨਾਰੂ, ਸਵੇਰੇ ਤਿਆਰ ਰਹੋ, ਮਰੀਮ ਨਵਾਜ਼ ਸਾਹਿਬ ਨੇ ਬਿਆਨ ਓਕੇ ਕਰਵਾਤੇ, ਸਵੇਰੇ ਬਿਆਨ ਖੁੱਲਣੇ ਆ। ਇੰਜ ਕਰਕੇ ਸਾਰੇ ਉੱਥੇ ਪਹੁੰਚੇ ਆ। ਸਰਵਰ ਬੰਦ ਹੋ ਗਿਆ, ਜਿਹੜਾ ਕੰਪਿਊਟਰ ਸਰਵਰ ਨਹੀਂ ਬੰਦ ਹੁੰਦਾ, ਉਹ ਸਰਵਰ ਬੰਦ ਹੋ ਗਿਆ। ਸਾਰੇ ਉੱਥੇ ਬੈਠੇ ਰਹੇ ਆ ਕਿ ਅੱਜ ਮਰੀਮ ਨਵਾਜ਼ ਸਾਹਿਬ ਨੇ ਕਿਹਾ ਹਫ਼ਤੇ ਬਾਅਦ ਬਿਆਨ ਖੁੱਲਣੇ। ਭਾਈ ਨਾਰੂ ਨੇ ਸਿਰ ਫੜ ਲਿਆ। ਹਫ਼ਤੇ ਬਾਅਦ ਬਿਆਨ ਖੁੱਲੇ ਆ, ਹਰ ਸ਼ੇ ਓਕੇ ਹੋਈ ਆ। ਵਕੀਲ ਸੇਵਨ ਚਲਾ ਗਿਆ। ਕਿਹੜਾ ਵਕੀਲ ਆ? ਵਕੀਲ ਸੇਵਨ ਚਲਾ ਗਿਆ। ਵਕੀਲ ਸਾਹਿਬ ਸੇਵਨ ਨੂੰ ਆਏ ਹਫ਼ਤੇ ਬਾਅਦ। ਉਹਨਾਂ ਕਹਿੰਦੇ ਨਾਦਰ ਸਾਹਿਬ ਮੁਬਾਰਕ ਹੋਵੇ, ਮਰੀਮ ਨਵਾਜ਼ ਸਾਹਿਬ ਨੇ ਬਿਆਨ ਖੋਲਤੇ, ਸਵੇਰੇ ਬਿਆਨ ਆ। ਤੇ ਜਿਹੜਾ ਬਾਬਾ ਜੀ ਦੇ ਨਾਂ ਦੀ ਪ੍ਰਾਪਰਟੀ ਹੋਈ ਹੈ, ਉਹਨੂੰ ਦਿਲ ਦਾ ਅਟੈਕ ਹੋ ਗਿਆ। ਉਹ ਤੇਰਾ ਭਲਾ। ਜਿਹਦਾ ਦੂਜਾ ਵਿਆਹ ਨਿਕਲਿਆ ਸੀ, ਔਰ ਦਿਲ ਦਾ ਅਟੈਕ ਹੋ ਗਿਆ। ਭਾਈ ਬਾਬਰ ਨੇ ਇੱਕ ਸੌਦਾ ਉਹਨੂੰ ਕਰਾਇਆ। ਦਿਲ ਦਾ ਅਟੈਕ ਹੋਇਆ। ਹੁਣ ਭਾਈ ਨਾਦਰ ਕਿੱਥੇ? ਮੈਂ ਕਿਹਾ ਭਾਈ ਨਾਦਰ ਕਿੱਥੇ ਹੋ? ਮੈਂ ਕਹਿੰਦਾ ਹਸਪਤਾਲ ਆ। ਮੈਂ ਕਿਹਾ ਹਸਪਤਾਲ ਖਿਆਲ ਕਹਿੰਦਾ ਜਿਹਦੇ ਕੋਲ ਮਕਾਨ ਨਹੀਂ ਲਿਆ, ਉਹ ਬੇਹੋਸ਼ ਪਿਆ, ਮੈਂ ਉਹਦੀ ਤਮਾਦਦਾਰੀ ਕਰ ਰਿਹਾ। ਮੈਂ ਕੋਸ਼ਿਸ਼ ਕਰ ਰਿਹਾ ਕਿਸੇ ਤਰੀਕੇ ਨਾਲ ਗੂਠੇ ਲੱਗ ਜਾਣ, ਮੈਂ ਉਹਦੇ ਲਈ ਖੂਨ ਦਾ ਬੰਦੋਬਸਤ ਉਹਦੇ ਖੂਨ ਦਾ ਬਦਲਾ ਲੈਣਾ। ਅੱਲਾ ਅੱਲਾ ਕਰਕੇ। ਨਾਦਰ ਕੌਣ ਆ ਭਲਾ? ਇਹਦਾ ਭਰਾ ਭਾਈ ਨਾਦਰ ਸਲੋਨ ਵਾਲਾ, ਜਿਹੜਾ ਇੱਥੇ ਹੁੰਦਾ? ਨਹੀਂ ਉਸ ਤੋਂ ਵੱਡਾ। ਉਹਨੇ ਤੁਸੀਂ ਦੇਖੋ ਸਾਦਾ ਸਪਰੇਟ ਸਿੱਧਾ ਜਿਹਾ। ਅੱਛਾ। ਅੱਲਾ ਅੱਲਾ ਕਰਕੇ ਸਾਰਾ ਉਹ ਬਾਬਾ ਜੀ ਨੂੰ ਤੰਦਰੁਸਤ ਕੀਤਾ। ਸਵੇਰੇ ਫਜਰ ਪੜ੍ਹ ਕੇ ਫੈਸਲਾ ਹਸਪਤਾਲ ਗਿਆ, ਬਾਬਾ ਜੀ ਨੂੰ ਉਠਾਇਆ, ਨਾਲ ਬਿਠਾਇਆ ਗੱਡੀ ਕਿ ਬਿਆਨ ਹੋਣੇ। ਇੰਜ ਕਰਕੇ ਠੱਗ ਕਰਕੇ ਉੱਥੇ ਪਹੁੰਚੇ ਆ ਤੇ ਪਿੱਛੋਂ ਕਾਲ ਚੱਲੀ ਹੈ ਜੀ। ਹੁਣ ਉਹ 4 ਬੱਚੇ ਜਿਹੜੇ ਬਾਬੇ ਦੇ ਨਿਕਲੇ ਸੀ ਨਾ, ਸਾਰੇ ਨਾਮ ਵਿਰਾਸਤ ਸੀ ਕਿ ਉਹ ਬੱਚਾ ਸਕੂਲ ਦੀ ਛੱਤ ਤੋਂ ਡਿੱਗ ਪਿਆ। ਉਹਦੇ ਅੰਗੂਠੇ ਲੱਗਣੇ ਸੀ, ਫਰਸ਼ ਤੇ ਛੱਤ ਵੱਜਾ, ਇਹ ਪੰਜਾ ਮੁੜ ਗਿਆ। ਉਹਦੇ ਹੁਣ ਹੱਥ ਦੇ ਅੰਗੂਠੇ ਨਹੀਂ ਲੱਗਣੇ। ਉੱਥੋਂ ਫੇਰ ਵਾਪਸ ਬੁਲਾ ਲਏ, ਵਾਪਸ ਬਿਆਨ ਨਹੀਂ ਹੋਣੇ। ਉਹ ਬੱਚੇ ਨੂੰ ਹਫ਼ਤਾ ਪੱਟੀਆਂ ਪੁੱਟੀਆਂ ਕੀਤੀਆਂ, ਇਹਦੇ ਕਰਕੇ ਹੱਥ ਤੰਦਰੁਸਤ ਕੀਤਾ। ਅੰਗੂਠਾ ਹੀ ਉਹਨੇ
ਮਾਲਸ਼ ਕਰਕੇ ਅੰਗੂਠਾ ਚਾਹੀਦਾ ਬੱਚੇ ਦਾ। ਇੰਜ ਕਰਕੇ ਉੱਥੇ ਪਹੁੰਚੇ ਤੇ ਕਾਲ ਚੱਲ ਗਈ, ਮਰੀਮ ਨਵਾਜ਼ ਸਾਹਿਬ ਨੇ ਬਿਆਨ ਬੰਦ ਕਰਤੇ। ਉੱਥੇ ਬਿਆਨ ਨਹੀਂ ਇੱਕ ਗੱਲ ਤੂੰ ਭੁੱਲ ਗਿਆ ਵਿੱਚੋਂ, ਕਿਹੜੀ ਸਤਾਈ? ਭਾਈ ਨਾਦਰ ਨੇ ਸਿਰ ਫੜ ਲਿਆ। ਨਹੀਂ ਉੱਥੇ ਭਾਈ ਬਾਬਰ ਨੇ ਸਿਰ ਫੜ ਲਿਆ, ਕਿਉਂਕਿ ਭਾਈ ਬਾਬਰ ਦਾ ਕਮਿਸ਼ਨ ਮਰਨ ਡਿਆ ਸੀ। ਉਹ ਕਿਉਂ? ਉਹਦਾ ਜ਼ਿਆਦਾ ਕਮਿਸ਼ਨ? ਉਹਨੇ ਉਧਰੋਂ ਕਮਿਸ਼ਨ ਲੈਣਾ ਸੀ ਪਾਰਟੀ ਕੋਲੋਂ। ਉਹਦਾ ਕਿਉਂ ਕਮਿਸ਼ਨ ਲੈਣਾ ਸੀ? ਉਹਨੇ ਵਿਕਾਉਣਾ ਨਹੀਂ ਉਹਨਾਂ ਦਾ। ਪ੍ਰਾਪਰਟੀ ਡੀਲਰ ਦਾ ਕੰਮ ਕਰ ਰਿਹਾ ਬਾਬਰ ਪ੍ਰਾਪਰਟੀ ਡੀਲਰ ਆ? ਪ੍ਰਾਪਰਟੀ ਡੀਲਰ ਦਾ ਕਾਇਨਾਤ ਦੀ ਕੋਈ ਚੀਜ਼ ਦਾ ਸਤਾਜੀ ਮੈਂ ਅੱਖੀ ਵੇਖਿਆ ਵਾ, ਤੁਹਾਡੀ ਕੋਈ ਆਈਟਮ ਨਹੀਂ ਨਾ ਵਿਕਣ ਡਈ, ਭਾਈ ਬਾਬਰ ਵੇਚ ਦੇਗਾ। ਆ ਮੈਂ ਮੂੰਹੋਂ ਕਿਹਾ ਹੀ ਆ ਯਾਰ ਭਾਈ ਬਾਬਰ ਮੇਰੀ ਗੱਡੀ ਲੱਖ ਦੀ ਵਿਕਾ ਦੇ, ਵੱਲਾ ਬਾ ਖੁਦਾ ਮੈਂ ਕਹਿ ਕੇ ਪਿਆਈਆਂ 15 ਮਿੰਟਾਂ ਬਾਅਦ ਕਹਿੰਦਾ ਥੱਲੇ ਗਾਹ ਖੜੇ ਗੱਡੀ ਵੇਚਣੀ। ਓਏ ਮਿਸਟਰ ਨਟਵਰ ਲਾਲ ਆ ਤੁਹਾਡੇ ਘਰ ਦਾ? 15 ਮਿੰਟਾਂ ਬਾਅਦ ਭਰਾ ਤੇ OLX ਹੋਇਆ ਪਿਆ। ਨਾ ਨਟਵਰ ਲਾਲ ਦਾ ਪਤਾ ਨਹੀਂ ਸਰ ਮੈਂ ਤੁਹਾਨੂੰ ਦੱਸਦਾ, ਮੈਨੂੰ ਯਾਦ ਕਰਾਉਣਾ ਹੀ। ਠੀਕ ਹੈ। ਮਿਸਟਰ ਨਟਵਰ ਲਾਲ ਮਸ਼ਹੂਰ ਅਮਿਤਾਭ ਬੱਚਨ ਦੀ ਫਿਲਮ ਵੀ ਯਾਦ ਹੈ, ਉਹ ਜਿਨ੍ਹਾਂ ਨੇ ਉਹ ਪਾਰਲੀਮੈਂਟੀ ਉਹ ਅਮਿਤਾਭ ਬੱਚਨ ਦੀ ਫਿਲਮ में ਅਮਿਤਾਭ ਸਾਹਿਬ ਦੀ ਆਈ ਸੀ ਮਿਸਟਰ ਨਟਵਰ ਲਾਲ ਸਾਹਿਬ ਦਾ ਦੱਸਦਾ ਹਾਂ ਕੌਣ ਸੀ। ਮੁੰਸ਼ੀ ਜੀ। ਅੱਛਾ ਭਾਈ ਬਾਬਰ ਦੱਸਣਗਾ, ਪਿੰਡੋਂ ਫੋਨ ਆਇਆ ਟੈਂਟ ਵਾਲੇ ਦਾ, ਬਾਬਰ ਕੋ ਫੈਸਲਾਬਾਦ ਵਿੱਚ ਕੁਰਸੀਆਂ ਤੇ ਲੈ ਕੇ ਦੇ, ਜਿਹੜੀ ਲਾਲ ਪਰਦੇ ਵਾਲੀਆਂ ਕੁਰਸੀਆਂ ਮਾਰਕੀਟ ਵਿੱਚ ਕੁਰਸੀਆਂ ਸੈਕਿੰਡ ਹੈਂਡ ਵਿਕਦੀਆਂ, ਬਾਬਰ ਕੋ ਕੁਰਸੀਆਂ ਤੇ ਲੈ ਕੇ ਦੇ। ਇਹ ਉਹਨੇ ਕਾਲ ਕੀਤੀ ਹੈ 15 ਮਿੰਟ ਭਾਈ ਬਾਬਰ ਮੇਰੇ ਲਾਗੇ ਫੋਨ ਕਰਨ ਡਿਆ, ਭਾਜੀ 200 ਕੁਰਸੀ ਪਈ ਆ ਕੇ ਚੁੱਕ ਲਓ ਫਲਾਣੀ ਮਾਰਕੀਟ ਚ। ਮੈਂ ਕਿਹਾ ਭਾਈ ਬਾਬਰ ਤੈਨੂੰ ਹੋਇਆ ਤੂੰ ਕਰਦਾ ਕੀ ਯਾਰ? ਉਹਨੇ ਫਿਰਨਾ ਵਾ ਇੰਜ ਕਰਕੇ। ਇੱਕ ਮਾਈ ਸਾਡੇ ਘਰ ਪਿਆ ਸਾਫ ਬਾਬਰ ਕਿਤੇ ਵਾਸ਼ਿੰਗ ਮਸ਼ੀਨ ਹੀ ਲੈ ਦੇ, ਤੇ ਸ਼ਾਮ ਨੂੰ ਆ ਕਹਿੰਦਾ ਮਾਈ ਵਾਸ਼ਿੰਗ ਮਸ਼ੀਨ ਚੁੱਕਣੀ ਆ, ਇਕਬਾਲ ਨਗਰ ਵਾਸ਼ਿੰਗ ਮਸ਼ੀਨ ਪਈ ਲੈ ਕੇ ਦਵਾਂ। ਉਸਨੇ ਵੀ ਉਸਤਾਦ ਜੀ ਮੈਂ ਮੁਦੱਸਰ ਨੂੰ ਕਿਹਾ, ਮੈਂ ਕਿਹਾ ਮੁਦੱਸਰ ਜਿਹੜੀ ਤੈਨੂੰ ਸ਼ਾਇਦ ਚਾਹੀਦੀ ਲੈਣੀ ਵੇਚਣੀ ਭਾਈ ਬਾਬਰ ਨੂੰ ਦੱਸ ਤੈਨੂੰ ਲੈ ਕੇ ਦਊਗਾ। ਭਾਈ ਬਾਬਰ ਵਾ ਕਿ ਜ਼ਮੀਨ.com ਯਾਰ ਕੀ ਉਹ ਇਹਨਾਂ ਦਾ ਪਿਓ ਹੈ ਲੈਕਸ ਆ, ਕਿਉਂਕਿ ਵੱਡਾ ਸਭ ਤੋਂ ਇਹਨਾਂ ਦੇ ਬਾਪ ਤੋਂ ਬਾਅਦ ਹੁਣ ਉਹ ਹੀ ਪਿਓ ਹੈ ਲੈਕਸ ਹੈ ਇਹਨਾਂ ਦਾ। ਹੁਣ ਸਾਰੇ ਚਲੇ ਗਏ ਵੀ ਖੁਸ਼ਹਾਲੀ ਆ, ਸਰ 7 ਵਜੇ ਉੱਠੇ ਵੀ ਬਿਆਨ ਦੇਣ ਜਾਣੇ, ਮੈਨੂੰ ਵੀ ਨਾਲ ਲੈ ਕੇ ਚੱਲ ਬਿਆਨ। ਇੰਜ ਕਰਕੇ ਜੋ ਟੋਕਨ ਲੈ ਕੇ 2 ਘੰਟੇ ਬਾਅਦ ਖਿਦਮਤ ਮਰਕਜ਼, ਤੇ ਹੁਣ ਸਾਰੇ ਸਿਸਟਮ ਚੱਲਦੇ ਨੇ। ਇੱਕ ਵੱਡਾ ਅਫਸਰ ਆ ਜਿਹਨੇ ਆ ਕੇ ਥੰਮ ਲਾਉਣਾ, ਸਾਰੇ ਸਿਸਟਮ ਚੱਲਣੇ ਆ। ਉਹ ਵੱਡਾ ਅਫਸਰ ਨੂੰ ਫੋਨ ਕਰੇ, ਵੱਡਾ ਅਫਸਰ ਕਿਤੇ, ਵੱਡਾ ਅਫਸਰ ਕਿਤੇ, ਵੱਡਾ। ਬਾਅਦ ਚ ਪਤਾ ਲੱਗਾ ਵੱਡੇ ਅਫਸਰ ਦੀ ਵੈਗਨ ਵੱਜ ਗਈ, ਵੈਗਨਰ ਗੱਡੀ ਚ ਵੈਗਨਰ ਵੱਜ ਗਈ। ਵੱਡੇ ਅਫਸਰ ਉਹਦੀ ਸਿਵਲ ਹਸਪਤਾਲ ਐਡਮਿਟ ਹੋ ਗਏ ਨੇ। ਚਲੋ ਉਹ ਭਾਜੀ ਉਹ ਬਾਇਓਮੈਟ੍ਰਿਕ ਮਸ਼ੀਨ ਜਿਹੜੀ ਉੱਥੇ ਵੱਡੇ ਅਫਸਰਾਂ ਕੋਲ ਲੈ ਕੇ ਵੀ ਇੱਥੇ ਅੰਗੂਠਾ ਲਾ ਕੇ ਇੱਥੋਂ ਕੰਪਿਊਟਰ ਚਲਾ ਦੇ, ਲੋਕੀ ਤੁਹਾਡੀ ਜਾਨ ਨੂੰ ਰੋਣ ਡਏ ਆ। ਉਹਨੇ ਉੱਥੋਂ ਇੰਜ ਕਰਕੇ ਕੰਪਿਊਟਰ ਲਾ ਕੇ ਕੰਪਿਊਟਰ ਖੋਲੇ ਥੰਮ ਲਾ ਕੇ ਸਾਰਿਆਂ ਦੀ ਰਜਿਸਟਰੀਆਂ ਹੋ ਗਈਆਂ। ਜਦੋਂ ਫੋਨ ਆ ਗਿਆ ਮਰੀਮ ਨਵਾਜ਼ ਨੇ ਬਿਆਨ ਬੰਦ ਕਰਤਾ। ਨਹੀਂ ਜੋ ਸਾਰਿਆਂ ਦੀ ਰਜਿਸਟਰੀਆਂ ਹੋ ਗਈਆਂ, ਸਾਰੇ ਮੁਬਾਰਕ ਹੋਵੇ ਮਠਿਆਈ, ਲੋਕੀ ਕਹਿਣ ਦੇ ਸਾਹਮਣੇ ਮਠਿਆਈਆਂ ਚੱਲਣ ਡਈਆਂ, ਹਵੇਲੀਆਂ ਨਾਮ ਹੋਣ ਡਈਆਂ। ਜਦੋਂ ਇੰਜ ਕਰਕੇ ਭਾਈ ਨਾਦਰ ਦਾ ਅੰਗੂਠਾ ਰੱਖਿਆ ਹੀ ਆ, ਲਾਈਟ ਚਲ ਗਈ। ਆ ਮੇਰੇ ਅੱਖੀਂ ਵੇਖੇ ਵਾਕਿਆ। ਉਸਤਾਦ ਜੀ ਉਹਨੇ ਕਿਹਾ ਜੀ 12 ਵਜੇ ਰਮਜ਼ਾਨ ਆ, 12 ਵਜੇ ਖਿਦਮਤ ਮਰਕਜ਼ ਬੰਦ। ਭਾਈ ਨਾਦਰ 12:30 ਵਜੇ ਤੱਕ ਬੈਠਾ ਰਿਹਾ, ਖਿਦਮਤ ਮਰਕਜ਼ ਨਹੀਂ ਖੋਲਾ। ਅਗਲੇ ਦਿਨ ਫੇਰ ਕਹੇ ਤੁਸੀਂ ਸਵੇਰੇ ਆਉਣਾ, ਬਿਆਨ ਸ਼ੁਰੂ ਆ। ਇੰਜ ਕਰਕੇ ਨਹਾ ਧੋ ਕੇ ਸਵੇਰੇ ਭਾਈ ਨਾਦਰ ਬਿਆਨ ਦੇਣ ਗਿਆ ਵਾ, ਠਾ ਕਰਕੇ ਪਿੱਛੋਂ ਕਾਲ ਚੱਲ ਗਈ ਕਿ ਮਰੀਮ ਨਵਾਜ਼ ਸਾਹਿਬ ਨੇ ਬਿਆਨ ਬੰਦ ਕਰਤੇ। ਵਕੀਲ ਨੇ ਉੱਥੇ ਕਿਹਾ ਭਾਈ ਨਾਦਰ ਨੂੰ, ਯਾਰ ਤੇਰੀ ਮਿਹਰਬਾਨੀ, ਕੋਈ ਨਾ ਤੁਹਾਡੇ ਨਾਲ ਮੁਕੱਦਰਾਂ ਦੀ ਨੈਸ਼ੀ ਆ, ਤੂੰ ਕੋਈ ਦੇਗ ਸੁੱਖ ਲਾ। ਭਾਈ ਨਾਦਰ ਨੇ ਉੱਥੇ ਮੇਰੇ ਸਾਹਮਣੇ ਦੁਆ ਕੀਤੀ, ਮਾਲਕਾ ਮੈਂ ਚਿੱਟੇ ਚਣੇ ਵਾਲੀ ਦੇਗ ਦਿਆਂਗਾ, ਮੇਰਾ ਕੰਮ ਹੋਣਾ ਚਾਹੀਦਾ। ਭਾਈ ਨਾਦਰ ਨੇ ਦੇਗ ਸੁੱਖ ਲਈ ਆ। ਘਰ ਆ ਕੇ ਉਹਨੇ ਕਿਹਾ ਨਾਦਰ ਵਕੀਲ ਦਾ ਫੋਨ ਆ, ਸਵੇਰੇ ਬਿਆਨ ਹੋਣੇ। ਭਾਈ ਨਾਦਰ ਸਵੇਰੇ ਫੇਰ ਮੈਂ ਸਖੀ ਸਰਵਰ ਚੱਲਾ। ਸਵੇਰੇ ਭਾਈ ਨਾਦਰ ਨੇ ਫੇਰ ਇੰਜ ਕਰਕੇ ਸਾਰੇ ਤਿਆਰ ਹੋਏ, ਖਿਦਮਤ ਮਰਕਜ਼ ਪਹੁੰਚੇ ਆ, ਸਾਰੇ ਦੀ ਰਜਿਸਟਰੀਆਂ ਹੋ ਗਈਆਂ, ਫੇਰ ਮੁਬਾਰਕਾਂ ਹੋਣ, ਲੱਡੂ ਚੱਲਣ ਦੇ। ਇੰਜ ਕਰਕੇ ਭਾਈ ਨਾਦਰ ਨੇ ਅੰਗੂਠਾ ਰੱਖਿਆ, ਕਹਿੰਦਾ ਯਾਰ ਪਿੱਛੋਂ ਤੇਰੀ ਰਜਿਸਟਰੀ ਫਾਰਵਰਡ ਨਹੀਂ ਹੋਈ, ਪਿੱਛੋਂ ਜਿਹੜੇ ਪਟਵਾਰੀ ਕਰਦੇ ਨੇ ਕਿ ਯਾਰ ਰਜਿਸਟਰੀ ਫਾਰਵਰਡ ਹੋ ਗਈ ਆ, ਇਹਦਾ ਓਕੇ ਆ। ਲਓ ਜੀ ਫੇਰ ਉਹ ਵਕੀਲ ਕਹਿੰਦਾ ਯਾਰ ਤੇਰੇ ਕਹਿੰਦਾ ਮੁਕੱਦਮਾ ਨਹੀਂ ਬੰਦਾ, ਸ਼ਾਹ ਦੇਗ ਸੁੱਖ ਲਾ। ਭਾਈ ਨਾਦਰ ਨੇ ਉੱਥੇ ਬੈਠੇ ਕੋਰ ਮੇਰੀ ਦੇਗ ਸੁੱਖ ਲਈ। ਮਾਲਕਾ ਇੱਕ ਤੇ ਤੁਹਾਡੀ ਪਹਿਲੀ ਦੇਣੀ ਆ, ਇੱਕ ਮੈਂ ਹੋਰ ਸੁੱਖਣ ਡਿਆ, ਮੇਰਾ ਕੰਮ ਹੋਣਾ ਚਾਹੀਦਾ। ਭਾਈ ਨਾਦਰ ਨੇ ਬੇਸਿਕਲੀ 8-10 ਲੱਖ ਰੁਪਏ ਨਾ ਬਜ਼ੁਰਗ ਤੇ ਲਾਤਾ ਸੀ ਜਿਹਨਾਂ ਦਾ ਨਾਮ ਮਕਾਨ ਸੀਗਾ। ਇੰਜ ਕਰਕੇ ਫਿਰ ਭਾਜੀ ਅਗਲੇ ਦਿਨ ਗਏ, 2 ਦੇਗਾਂ ਪੈ ਗਈਆਂ ਭਾਈ ਨਾਦਰ ਨੂੰ। ਤੇ ਭਾਈ ਬਾਬਰ ਕਹਿੰਦਾ ਟੈਨਸ਼ਨ ਲੈ, ਮੈਂ ਬੈਠਾ ਨਹੀਂ, ਸਵੇਰੇ ਬਿਆਨ ਹੋਣਗੇ। ਇੰਜ ਕਰਕੇ ਸਵੇਰੇ ਬਿਆਨ ਕੀਤੇ ਆ ਉਸਤਾਦ ਜੀ। ਹੁਣ ਉਹ ਬਾਬਾ ਜੀ ਬਿਮਾਰ ਸੀ ਜਿਹਨਾਂ ਦਾ ਪ੍ਰਾਪਰਟੀ ਸੀਗੀ, ਹਰ ਸ਼ੈ ਹੋ ਗਈ, ਓਕੇ ਡਨ, ਸਭ ਦੇ ਸਾਈਨ ਹੋ ਗਏ। ਬਾਬਾ ਜੀ ਨੂੰ ਲੱਗਾ ਸੀ ਬਰਨੌਲਾ, ਤੇ ਬਾਬਾ ਦੀ ਹਾਲਤ ਬੜੀ ਨਸਾਦ ਆ। ਉਹ ਬਾਇਓਮੈਟ੍ਰਿਕ ਦੀ ਛੋਟੀ ਮਸ਼ੀਨ ਨਹੀਂ ਹੁੰਦੀ, ਇੰਜ ਕਰਕੇ ਉਹ ਵਕੀਲ ਨੇ ਅੱਗੇ ਕੀਤੀ ਆ, ਬਾਬਾ ਜੀ ਤੇ ਅੰਗੂਠਾ ਲਾਓ। ਉਹ ਅੰਗੂਠਾ ਅੱਗੇ ਜਾਂਦਾ ਜਾਂਦਾ ਨਾ, ਐ ਪਿੱਛੇ ਹੋਣ ਲੱਗ ਗਿਆ। ਕਿਉਂ? ਬਾਬਾ ਜੀ ਪਿੱਛੇ ਡਿੱਗ ਗਏ ਓਏ ਤੇ ਇੱਕ ਕੋਹਰਾ ਮਚਿਆ, ਬਾਬਾ ਜੀ ਦੀ ਡੈਥ ਹੋ ਗਈ। ਓਏ ਹੋਏ ਹੋਏ ਉਹ ਜਿਹਦਾ ਬੰਦਾ ਸੀ, ਜਿਹਦਾ ਸੀ, ਓਏ ਜਿਹਦਾ ਦੂਜਾ ਵਿਆਹ ਨਿਕਲਿਆ ਸੀ। ਮੈਂ ਅੱਖੀ ਵੇਖਿਆ ਭਾਈ ਬਾਬਰ ਨਾਦਰ ਕਹਿੰਦਾ ਉਹ ਇਹ ਨਹੀਂ ਮਰਿਆ ਭਾਈ, ਮੈਂ ਮਰ ਗਿਆ। ਕਹਿੰਦਾ ਉਹ ਮੇਰਾ ਕਹਿੰਦਾ 14 ਲੱਖ ਰੁਪਇਆ ਗਿਆ। ਉਹ ਬਾਬਾ ਫੌਤ ਹੋ ਗਿਆ। ਉਹ ਬਾਬੇ ਨੂੰ ਘਰ ਲਿਆਂਦਾ, ਵਕੀਲ ਨੂੰ ਫੋਨ ਕੀਤਾ, ਬਾਬਾ ਵਕੀਲ ਸਾਹਿਬ ਕੀ ਹਾਲ ਚਾਲ, ਕਿੱਦਾਂ ਹੋਊਗਾ? ਕਹਿੰਦਾ ਭਾਜੀ ਮੁੜ ਕੇ ਉਸੇ ਤਰੀਕੇ ਦੇ ਨਾਲ 14 ਬੰਦੇ, ਜਿਹੜੇ 4 ਭਰਾ ਬੇਟੇ ਸੀਗੇ, ਉਹ ਵਾਈਫ ਉਹਦੀ, ਉਹਨਾਂ ਦੇ ਨਾਲ ਪ੍ਰਾਪਰਟੀ ਹੋਏਗੀ, ਉਹ ਮੰਨਣਗੇ, ਫਿਰ ਤੇਰੇ ਨਾਲ ਮਕਾਨ ਹੋਏਗਾ। ਉਹਨਾਂ 'ਚੋਂ ਇੱਕ ਬੱਚਾ ਮੁਕਰ ਗਿਆ, ਕਹਿੰਦਾ ਅਸੀਂ ਮਕਾਨ ਨਹੀਂ ਵੇਚਣਾ। ਭਰੀ ਪੰਚਾਇਤ ਦੇ ਵਿੱਚ ਹਰਫੇ ਆਖਰ
ਭਾਈ ਨਾਦਰ ਨੇ 9 ਲੱਖ ਰੁਪਏ ਇੰਜ ਕਰਕੇ ਮਾਫ ਕੀਤਾ, ਕਹਿੰਦਾ ਤੁਸੀਂ ਮੇਰੀ ਜਾਨ ਛੱਡ ਦਿਓ, ਮੈਂ ਤੁਹਾਡੀ ਜਾਨ ਛੱਡਤੀ, ਤੁਸੀਂ ਮੈਨੂੰ ਮੇਲੀ ਮਾਰ ਕੇ ਮੈਂ ਤੁਹਾਡੀ ਮਾਰ ਕੇ, ਇੰਜ ਕਰ ਕੇ ਅਸੀਂ ਘਰ ਆ ਗਏ। ਹੱਸੀ ਖੁਸ਼ੀ ਰਹਿਣ ਲੱਗ। ਹੱਸੀ ਖੁਸ਼ੀ ਹੁਣ ਉਦਾਂ ਹੀ ਵਿਚਾਰਾ ਵਸਣ ਡਿਆ ਵਾ। ਵਾਹ ਵਾਹ ਉਸਤਾਦ ਜੀ, ਵੀ 2 ਐਸੇ ਲੱਖ ਰੁਪਈਆ ਤੇ 2 ਦੇਗਾ। ਮੈਂ ਕਿਹਾ ਭਾਈ ਨਾਦਰ ਉਹ ਤੇਰੇ ਅਸੀਂ ਕਾਰ ਚ ਆਉਣੇ, ਮੈਂ ਕਿਹਾ ਭਾਈ ਨਾਦਰ ਤੁਹਾਡੇ ਸਿਰ ਹੁਣ 2 ਦੇਗਾ, ਕਹਿੰਦਾ 7 ਵੀ ਹੋ ਯਾਰ ਤੂੰ ਮੇਰੇ ਨਾਲ ਗੱਲ ਕਰਦਾ, ਉਦੋਂ ਮੇਰੇ ਨਾਲ ਗੱਲ ਕਰਦਾ, ਮੈਂ ਹਫਤਾ ਪਹਿਲੇ ਸਟੋਰੀ ਸੁਣ ਲੈਂਦਾ। ਇੰਨੀ ਮਜ਼ਾ ਸਟੋਰੀ ਤੋਂ ਇੰਨੀ ਲੇਟ ਕਰਦੀ। ਮੈਂ ਕਿਹਾ ਭਾਈ ਨਾਦਰ ਤੈਨੂੰ 2 ਦੇਗਾ ਪੈ ਗਈਆਂ, ਕਹਿੰਦਾ ਮੈਨੂੰ 7 ਵੀ ਪੈ ਗਈਆਂ, ਜੇ ਮੈਂ ਦੇਗਾ ਗੱਲ ਕਰਿਓ, ਕਹਿੰਦਾ ਜੋ ਮੇਰੇ ਨਾਲ ਹੋਣ ਡਈ ਯਾਰ। ਉਹ ਪਟਾਪਟੀ ਡੀਲਰ ਨੂੰ ਫੜਨਾ ਸੀ। ਮਜ਼ਾ ਉਦੋਂ ਆਇਆ ਜਦੋਂ ਇੰਜ ਕਰਕੇ ਗੂਠਾ ਲਾਉਣ ਲੱਗੇ ਨਾ, ਤੇ ਗੂਠਾ ਪਿੱਛੇ ਨੂੰ ਜਾਣਨੇ ਆ। ਓਏ ਹੋਏ ਹੋਏ, ਉਹ ਮਰੀਜ਼ ਸੀ ਨਾ, ਉਹ ਮਰ ਗਿਆ ਤੇ ਇਹਨੂੰ ਮਜ਼ਾ ਆ ਰਿਹਾ। ਤੇ ਬਰਨੌਲਾ ਹੁਣ ਤੂੰ ਗੌਰ ਨਹੀਂ ਕੀਤਾ, ਬਾਬੇ ਦੇ ਮੂੰਹ ਚੋਂ ਇੱਕ ਆਵਾਜ਼ ਵੀ ਨਿਕਲੀ ਹੋਣੀ ਹੈ ਜਦੋਂ ਪਿੱਛੇ ਨੂੰ ਗਿਆ, ਉਹਨੇ ਇੰਜ ਲਾਇਆ ਨਾ ਅੰਗੂਠਾ, ਇੰਜ ਪਿੱਛੇ ਪੜਮ ਇਹ ਵੀ ਹੋ ਗਿਆ। ਤੁਹਾਨੂੰ ਪਤਾ ਸਾਡੀ ਉਹਦੀ ਇੰਜ ਮਈਅਤ ਪਈ ਹੈ ਬਾਬੇ ਦੀ, ਤੇ ਗੁੱਡੀਆਂ ਗੱਲਾਂ ਕਰਨੀਆਂ ਨਹੀਂ, ਲਾਈਕ ਕਰਦਾ ਭਰਿਆ ਯਾਰ ਉਹ ਫਿਰ ਉਹਨੇ ਇੰਜ ਕੀਤਾ ਸੀ, ਇੰਜ ਕਰਦੇ ਕਰਦੇ ਹੀ ਉਹਨੇ ਨਾਦਰਾ ਨੇ ਕੀਤਾ, ਉਹਨੇ ਮੈਂ ਕਿਹਾ ਓਕੇ ਓਏ ਤੂੰ ਗਲਤੀ ਕੀਤੀ, ਜਦੋਂ ਪਿੱਛੇ ਆਇਆ ਮਸ਼ੀਨ ਚੁੱਕ ਕੇ ਇੰਜ ਲਾਉਣੀ ਸੀ। ਨਹੀਂ ਉਹ ਇੰਜ ਕਰਦੇ ਭਾਈ ਨਾਦਰ ਹੋਇਆ ਕਰਦੇ ਨਹੀਂ ਤੇ ਜਦੋਂ ਮਰੇ ਤਾਂ ਨਹੀਂ ਲੱਗਦਾ। ਨਹੀਂ ਉਸਤਾਦ ਜੀ ਉਹ ਸਾਹ ਰੁਕ ਜਾਂਦੇ ਨੇ। ਉਸਤਾਦ ਜੀ ਉਹਨਾਂ ਨੂੰ ਯੂਰਿਨ ਬੈਗ ਲੱਗਾ ਸੀ ਨਾ, ਉਹਨੂੰ ਚਾਹੀਦਾ ਜਦੋਂ ਪਿੱਛੇ ਗਿਆ ਬਾਬਰ ਨੂੰ ਚਾਹੀਦਾ ਫੜਦਾ ਤੇ ਉਹਦੇ ਇੰਜ ਹੀ ਲਾ ਦਿੰਦਾ, ਭਾਜੀ ਆ ਦੇਖ ਲਓ ਓਕੇ ਚੱਲ। ਉਹ ਚਾਚਾ ਜੀ ਜਦੋਂ ਬਿਆਨ ਵਾਲੀ ਕੁਰਸੀ ਉੱਚੀ ਹੁੰਦੀ, ਚਾਚਾ ਜੀ ਨੂੰ ਲੱਗਾ ਯੂਰਿਨ ਬੈਗ, ਉਹ ਚਾਚਾ ਜੀ ਭਲੇ ਸਿੱਧੇ ਬੰਦੇ, ਉਹ ਜਿੱਥੇ ਬਾਇਓਮੈਟ੍ਰਿਕ ਵਾਲੀ ਮਸ਼ੀਨ ਨਹੀਂ ਹੁੰਦੀ ਭਾਈ ਚੌੜੀ ਜੀ, ਉਹਨੇ ਆਪਣਾ ਯੂਰਿਨ ਬੈਗ ਚੁੱਕ ਕੇ ਉੱਥੇ ਰੱਖਤਾ, ਐ ਰੱਖਤਾ, ਕਹਿੰਦਾ ਕੋਈ ਕਿਸੇ ਪੈਰ ਥੱਲੇ ਨਾ ਆ ਜਾਵੇ। ਉਹ ਕਹਿੰਦਾ ਚਾਚਾ ਚੁੱਕੋ, ਪੀਲਾ ਪੀਲਾ ਹੋ ਗਿਆ ਬਾਇਓਮੈਟ੍ਰਿਕ ਸਾਰਾ ਹੀ, ਪਤਾ ਨਹੀਂ ਕੀ ਉਹਨਾਂ ਦੀਆਂ ਮਸ਼ੀਨਾਂ ਸੜ ਗਈਆਂ, ਇਹਨਾਂ ਦੀ ਬਾਇਓਮੈਟ੍ਰਿਕ ਪੱਥਰੀ ਆਉਣ ਨਹੀਂ, ਚੁੱਕੋ ਤੁਹਾਡੀ ਮਕਾਨ ਨਹੀਂ ਲਿਆ ਹੁਣ। ਮਕਾਨ ਲਿਆ ਹੀ ਨਹੀਂ ਵੀਰੇ, ਉਹ ਮਕਾਨ ਲੈਣਾ ਹੈ ਹੀ ਉਹ ਪੈਸੇ ਦਿੱਤੇ ਕਿਹਨੂੰ ਸੀ? ਚਾਚਾ ਜੀ ਨੂੰ। ਚਾਚਾ ਜੀ ਬਿਮਾਰ ਸੀ ਨਾ, ਚਾਚਾ ਜੀ ਟੋਟੇ ਨੇ ਪੈਸੇ ਜਿਹੜਾ ਸਭ ਤੋਂ ਪਹਿਲੇ ਫੌਤ ਹੋਇਆ ਉਹਨੂੰ ਦਿੱਤੇ ਸੀ ਨਾ? ਉਸ ਤੋਂ ਬਾਅਦ ਵਾਲੇ ਨੂੰ ਨਹੀਂ ਪਹਿਲੇ ਹੀ ਦਿੱਤੇ ਸੀ ਉਹਨੂੰ ਦਿੱਤੇ। ਉਹ ਬੇਸਿਕਲੀ ਉਹ ਬੱਚੇ ਨੂੰ ਹਾਰਟ ਦਾ ਪ੍ਰੋਬਲਮ ਸੀ। ਇਹ ਚਾਚਾ ਜੀ ਨਾ ਜਿਹੜਾ ਵਕਫਾ ਹੁੰਦਾ ਨਾ, ਕਿ 3 ਮਹੀਨੇ ਦਾ ਵਕਫਾ, 2 ਮਹੀਨੇ ਦਾ ਵਕਫਾ, ਉਹਦੇ ਵਿੱਚ ਭਾਈ ਨਾਦਰ ਕੋਲ ਪੈਸੇ ਲੈਂਦੇ ਰਹੇ, ਯਾਰ 50,000 ਰੁਪਇਆ ਭੇਜ ਦੇ, ਮੇਰੇ ਬੱਚੇ ਦੀ ਤਬੀਅਤ ਖਰਾਬ ਆ। ਅੱਛਾ ਇਦਾਂ ਪੈਸੇ ਤੂੰ ਭੇਜੇ ਘੱਟ ਹੀ ਲੈਣੇ। ਭਾਈ ਨਾਦਰ ਦਾ 8-9 ਲੱਖ ਫਸ ਗਿਆ। ਤੇ ਫਿਰ ਇਹਨੇ ਛੱਡੇ ਇਕੱਠੇ ਹੀ? ਇਕੱਠੇ ਛੱਡੇ ਨਹੀਂ ਆ ਗਲਤ ਕੀਤਾ ਨਾ, ਇਹਨੂੰ ਚਾਹੀਦਾ ਸੀ ਉਦਾਂ ਹੀ ਛੱਡਦਾ। ਜਿਹੜੇ ਮਹੀਨੇ ਬਾਅਦ ਫੋਨ ਕਰਦਾ, ਕਹਿੰਦਾ ਲਓ ਜੀ ਮੈਂ 50,000 ਛੱਡਤਾ, ਤੁਹਾਡੇ 8.5 ਲੱਖ ਰਹਿ ਗਿਆ। ਇਹ ਵਿੱਚ ਹਿੰਮਤ ਹੋਈ, ਮੈਂ ਤੁਹਾਨੂੰ ਛੱਡ ਫਿਰ ਹਾਂ ਫਿਰ 2 ਮਹੀਨੇ ਬਾਅਦ ਕਹਿੰਦਾ ਲਓ ਜੀ ਮੈਂ 70,000 ਹੋਰ ਛੱਡਤਾ ਜੇ, ਤੁਹਾਡੇ 7 ਲੱਖ ਕਿੰਨੇ ਰਹਿ ਗਏ? ਜ਼ਲੀਲ ਕਰਕੇ ਜ਼ਲੀਲ ਕਰਕੇ ਛੱਡਦਾ ਉਹਨਾਂ ਨੂੰ। ਫਿਰ ਉਹਨੂੰ ਵੀ ਪਤਾ ਲੱਗ ਗਿਆ ਯਾਰ ਹਾਂ ਭਾਜੀ ਇਹ ਕੀ ਗੱਲ ਹੋਈ? ਕਈ ਸਹੀ ਗੱਲ ਦਿੱਤੇ ਏਦਾਂ ਵਾ ਤੇ ਛੱਡ ਇਕੱਠੇ ਹੀ ਦਿੱਤੇ, ਛੱਡਦਾ ਵੀ ਉਦਾਂ ਹੀ ਛੱਡਦਾ, 3-3 ਕਰਕੇ ਛੱਡਦਾ ਉਹਨਾਂ ਨੂੰ। ਨਹੀਂ ਭਾਈ ਨਾਦਰ ਨੇ ਕਿਹਾ ਮੈਂ ਵੀ ਪਿਓ ਦਾ ਪੁੱਤ ਨਹੀਂ ਤੁਹਾਡੇ ਕੋਲ ਲੈ ਗਿਆ। ਹਾਂ ਬਸ ਠੀਕ ਆ, ਬਸ ਸਹੀ ਆ। ਅੱਛਾ ਉਸਤਾਦ ਜੀ ਮੈਂ ਤੁਹਾਨੂੰ ਮਾਦਰਤ, ਮੇਰੇ ਨਾਲ ਇੱਥੇ ਰਸੌਲੀ ਜੀ ਬਣਨ ਰਹੀ ਆ, ਇਹਦਾ ਹੁਣ ਹੱਲ ਕੀ ਹੈ? ਬਸ ਬਾਦਸ਼ਾਹ ਰਸੌਲੀ ਉਹ ਜਿਹੜਾ ਤੁਹਾਨੂੰ ਬਲਬ ਜਿਹਾ ਦਿਖਾਇਆ। ਉਹ ਯਾਰ ਤੂੰ ਉਹਨੂੰ ਤਾਂ ਜੀ ਫਿਰ ਲਾਜ ਪੁੱਛਦਾ ਵਾ, ਫਿਰ ਕਰਦਾ ਵੀ ਕੋਈ ਨਹੀਂ ਪੂਰਾ। ਆਹੋ ਉਹ ਬਲਬ ਜੀ ਬਣ ਗਈ ਫੇਰ ਉਹੀ ਰਸੌਲੀ। ਉਹ ਯਾਰ ਤੂੰ ਉਹ ਜਿਹੜੀ ਟੂਪ ਦੀ ਟੂਟੀ ਨਹੀਂ ਹੁੰਦੀ, ਉਹ ਮੂੰਹ 'ਚ ਪਾ ਕੇ ਨਾ ਆਪਣੀ ਸੱਸ ਨਾਲ 10 ਕਦਮ ਤੁਰ ਵੇਖੀ, ਸਹੀ ਹੋ ਜੂ। ਸੌਖਾ ਲਾ ਗਿਆ ਤੇ ਉਹ ਟੂਬ ਦੀ ਟੂਟੀ ਇੱਕ ਅੱਧਾ ਭਲਾ ਪੈਂਚਰ ਇੱਥੇ ਲਾ ਲਈ, ਗੱਲ ਤੇ ਆ ਇਦਾਂ। ਤਾਂ ਜੀ ਨਹੀਂ ਨਰ ਪੋਲੀ ਹੋਈ ਰਸੌਲੀ ਸੀ, ਪੋਲੀ ਹੋਈ ਉਹ ਵੀ ਦੱਸੇਗਾ ਤੈਨੂੰ, ਜ਼ਾਹਰੀ ਗੱਲ ਆ। ਆ ਘੜੀ ਦਾ ਸੈੱਲ ਲੈਣਾ ਤੂੰ, ਇੱਕ ਚੱਲ ਸੈੱਲ ਲੈ ਕੇ ਬੱਤੀ ਬੰਦ ਕਰਕੇ ਨਾਜ਼ਮ ਦੇ ਇਦਾਂ ਤੁਕ ਧਾਰੀਆਂ ਕੱਢਣੀਆਂ। ਮਹੱਲੇ ਦੇ ਨਾਜ਼ਮ ਦੇ ਨਾਜ਼ਮ ਨਹੀਂ ਸੈੱਲ ਇੱਥੇ ਲੈ ਲੈਣਾ ਹੱਥਾਂ 'ਚ, ਹਾਂਜੀ ਆ ਤਾਜ ਲੀਲੇ ਮੂੰਹ 'ਚ ਪਾ ਲੇ, ਤਾਜੀ ਜੇਬੀ 'ਚ ਤੇ ਨਾਜ਼ਮ ਦੇ ਕੁਤਕੁਤਾਰੀਆਂ ਕਰਨੀਆਂ। ਇਦਾਂ ਤੁਕ। ਉਹ ਬੇਸਿਕਲੀ ਅਰਥ ਹੈ ਨਾ, ਅਰਥ ਦਾ। ਅੱਛਾ ਲੈ ਬਸ ਠੀਕ, ਚੰਗਾ ਰਿਹਾ ਹੁਣ। ਕੋਲੇਸਟ੍ਰੋਲ ਉਸਤਾਦ ਜੀ, ਚਾਵਲ ਖਾ ਲੈਣ, ਸਮੋਸੇ ਖਾ ਲੈਣ, ਕੰਮ ਖਰਾਬ ਹੋ ਜਾਂਦਾ। ਉਹ ਤੇ ਕੋਈ ਦੱਸ ਯਾਰ। ਇਹਦਾ ਔਖਾ ਵਾ ਲਾਜ ਇਹਦਾ। ਨਹੀਂ ਕੋਲੇਸਟ੍ਰੋਲ ਦਾ ਸਾਦਾ ਜੋ ਕਿ ਦੱਸਦਾ ਨਹੀਂ ਆ, ਦੱਸ ਦੇ। ਨਹੀਂ ਉਹ ਰਸੋਲੀ ਦਾ ਵਾ, ਕੋਲੇਸਟ੍ਰੋਲ ਜਿਹੜਾ ਇਹਦਾ ਬੜਾ ਔਖਾ ਵਾ। ਕੋਲੇਸਟ੍ਰੋਲ ਬਾਈਵਾਦੀ ਦੀ ਵਜ੍ਹਾ ਤੋਂ ਸਟੋਰ ਕਾਦੀ ਵੇ ਤਾਂ ਬਾਈਵਾਦੀ ਹਾਂ ਓਏ ਐ ਤੱਕਰ ਪਹੁੰਚ ਗਿਆ। ਸਾਜਿਦ ਹੋਇਆ ਕੀ ਆ? ਬਾਈਵਾਦੀ ਦੀ ਹੁੰਦਾ ਏ। ਬਾਈ ਤੇ ਯਾਰ ਅੱਜ ਬਹੁਤ ਇਹਨੇ 2 ਗੱਲਾਂ ਬਹੁਤ। ਹਾਂਜੀ ਕਲਾਸੀਕਲ ਕੀਤੀ। ਇੱਕ ਇੰਤਖਾਬ ਵਾਲੀ ਤੇ ਕੋਈ ਜਿਹੜਾ 2 ਰੁਪਏ ਤੁਹਾਨੂੰ ਬਚਦੇ। ਨਹੀਂ ਹਾਂ ਉਹ ਗੱਲ ਮੈਂ ਹੈਰਾਨ ਆ ਯਾਰ, ਉਹਦੇ ਕਿੱਦਾਂ ਜ਼ੇਨ ਚ ਆਈ? ਤਾਦੀ ਦੇਨ ਚ ਆ ਜਾਂਦੀ ਆ ਜਿਹੜਾ ਕੱਲ ਤੋਂ ਆ ਨਾ ਬਿਮਾਰੀ ਇਸ ਤਰ੍ਹਾਂ ਇਹ ਉਹ ਜਿਹੜਾ ਹੁੰਦਾ ਨਾ ਸੀ, ਉਹ ਤਸਵੀਰ ਦੇ ਵਿੱਚੋਂ ਨਿਕਲਦਾ ਨੈਗੇਟਿਵ। ਹਾਂ ਉਹ ਜਿੱਤੇ ਉਹ ਨਕਸ਼ਾ ਬਣਾ। ਆਹੋ ਨੈਗੇਟਿਵ। ਹਾਂਜੀ ਇਹ ਉਹ ਢਿੱਡ ਤੇ ਬੰਨ ਕੇ ਤੇ ਪੱਖਾ ਚਲਾ ਕੇ ਸੋ ਜਾਣਗੇ ਕਿ ਸਹੀ ਹੋ ਜੂ। ਕੋਲੇਸਟ੍ਰੋਲ ਸਹੀ ਹੋ ਗਿਆ। ਨੈਗੇਟਿਵ ਢਿੱਡ ਤੇ ਬਣ ਕੇ। ਹਾਂਜੀ ਨੈਗੇਟਿਵ। ਉਹ ਤੇ ਚਰਬੀ ਪਿਘਲਾਉਣ ਦਾ ਨਹੀਂ ਕਾ ਨੁਸਖਾ? ਨਹੀਂ ਤਾਜੀ ਇਹਦਾ ਹੀ ਚੱਲ ਤਾਂ ਦੂਜਾ ਵਾ। ਉਹ ਫਿਲਮ ਕਿਹੜੀ ਫਿਲਮ ਦਾ ਨੈਗੇਟਿਵ ਲੈਣਾ? ਕੋਈ ਡਰਾਮੇ ਦਾ ਲੈਣਾ ਜਾਂ ਉਰਦੂ ਫਿਲਮ ਦਾ, ਇੰਗਲਿਸ਼ ਫਿਲਮ ਦਾ ਲੈ ਲੈਣਾ। ਨਹੀਂ ਤੂੰ ਕਹਿੰਦਾ ਸੀਗਾ, ਹੁਣ ਤੂੰ ਵੀ ਪੁੱਛ ਓ ਯਾਰ ਛੱਡ ਦੇ ਯਾਰ, ਤੂੰ ਕਿਹੜੇ ਕੰਮੇ ਲੱਗ ਇਹਨਾਂ ਨੂੰ? ਉਹਦੇ ਅੱਗੇ ਬਹਾਨੇ ਲੱਭਦਾ ਲਾਜ ਦੱਸਣ। ਉਸਤਾਦ ਜੀ ਬਲਗਮ ਜਿਹੜੀ ਖਾਸ ਠਹਿਰ ਜਾ ਕੋਲ, ਪਹਿਲੇ ਮੈਨੂੰ ਇਹਨੂੰ ਪੁੱਛਣ ਦੇ, ਤੁਸੀਂ ਭਾਜੀ ਕੀ ਗੱਲ, ਕਿੱਥੇ ਅੱਜ ਕੱਲ ਫਿਰ ਰਹੇ? ਅੱਜ ਕੱਲ ਤੁਹਾਡੇ ਕੋਲ ਹੀ ਕੱਲ ਨਹੀਂ ਆਇਆ ਤੂੰ? ਕੱਲ ਸਾਜੀ ਜੁਮਾ ਸੀ। ਸਾਰੇ ਹੀ ਆਏ ਸੀ।
ਉਹ ਸਾਰਿਆਂ ਦੀ ਵਜ੍ਹਾ ਨਹੀਂ ਜੁਮੇ ਨੂੰ ਤੇ ਤੂੰ ਤਦ ਛੁੱਟੀ ਕਰੇ ਨਾ, ਜੇ ਅੱਗੋਂ ਪਿੱਛੋਂ ਤੂੰ ਸਵੇਰ 9 ਵਜੇ ਆਉਣਾ ਤੇ ਕਹਿੰਦੇ ਸਾਰਿਆਂ ਦੀ ਵਜ੍ਹਾ ਤੋਂ ਮੈਂ ਨਹੀਂ ਆਇਆ, ਤੁਸੀਂ ਕਹਿੰਦੇ ਨਹੀਂ ਤੂੰ ਫੋਨ ਕਿਉਂ ਨਹੀਂ ਕਰਕੇ ਪੁੱਛਦਾ? ਤੂੰ ਕਿਸੇ ਨੂੰ ਪੁੱਛ ਲਾ ਕਿ ਭਾਜੀ ਅੱਜ ਆਉਣਾ ਨਹੀਂ ਆਉਣਾ। ਤੈਨੂੰ ਕਿੰਨੇ ਕਿਹਾ ਵੀ ਨਹੀਂ ਆਉਣਾ ਜਾਂ ਜੁਮੇ ਦੀ ਛੁੱਟੀ ਆ? ਰਮਜ਼ਾਨ ਦੇ ਵਿੱਚ ਅਫਤਾਰੀ ਤੋਂ ਬਾਅਦ ਤੁਸੀਂ ਆਉਂਦੇ, 1-2 ਸ਼ੋਅ ਕਰੀਦੇ ਆ, ਤੁਸੀਂ ਚਲੇ ਜਾਂਦੇ ਆ। ਉਸਤਾਦ ਜੀ ਕੱਲ ਅਸੀਂ ਜਾਣ ਨੇ ਇਕੱਠੇ, ਮੈਂ ਭਾਈ ਮਿੱਠੇ ਨੂੰ ਕਿਹਾ, ਮੈਂ ਕਿਹਾ ਕੱਲ ਦਾ ਕੀ ਸ਼ਡਿਊਲ ਆ, ਕੱਲ ਛੁੱਟੀ ਕਰਨੀ ਹੈ, ਕਹਿੰਦੇ ਛੁੱਟੀ ਕਰ ਲਓ। ਮੈਂ ਅਸੀਂ ਇਦਾਂ ਹੀ ਇਹ ਚਾਲ ਤੋਂ ਆਏ ਬਿਲਕੁਲ ਇਸ ਤਰ੍ਹਾਂ ਹੀ, ਬਿਲਕੁਲ ਝੂਠ ਨਹੀਂ ਬੋਲਾਂਗਾ। ਮੈਨੂੰ ਕਹਿੰਦਾ ਕੱਲ ਆ ਕਿ ਛੁੱਟੋ, ਮੈਂ ਕਿਹਾ ਮੇਰੇ ਕੋਲ ਛੁੱਟੀ ਕਰ ਲਾ, ਮੈਂ ਗੱਡੀ ਤੇਜ਼ ਕਰ ਨਹੀਂ ਇਹ ਮੇਰੇ ਲਈ ਨਹੀਂ ਮੈਂ ਦੱਸ ਲੇਕਿਨ ਹੁਣ ਫਿਰ ਇਹ ਤੇ ਮਿੱਠਾ ਕੀ ਹੈ? ਅੱਛਾ ਹੋਈ ਮੈਂ ਗੱਲ ਨਹੀਂ ਤੂੰ ਉਹਦੀ ਗੱਲ ਹਾਂ, ਤੇ- ਤੂੰ ਉਹਨੂੰ ਕਿਉਂ ਕਿਹਾ ਵੀ ਛੁੱਟੀ ਕਰ ਲਾ? ਮੈਂ ਦੱਸਦਾ ਉਸਤਾਦ ਜੀ, ਮੈਂ ਚੀਜ਼ਾਂ ਤਨ ਤੋਬਤਨ ਕਿਹਾ, ਅੱਗੇ ਮੈਨੂੰ ਪੁੱਛਦਾ ਹੈ ਵੀ ਹੁਣ ਮਸਲਨ ਸੇਵਨ ਗਿਆ, ਮੈਨੂੰ ਪੁੱਛਿਆ ਤੂੰ ਪਿੱਛੇ ਜੇ ਉਲਟੀਆਂ ਤੋਂ ਲੱਗੀਆਂ, ਤੂੰ ਮੈਨੂੰ ਕਾਲ ਕੀਤੀ ਵੀ ਉਲਟੀਆਂ ਲੱਗੀਆਂ, ਮੈਂ ਛੁੱਟੀ ਕਰ ਲਵਾਂ, ਉਦੋਂ ਕੀਤੀ ਮੈਨੂੰ ਪੁੱਛਿਆ ਵਾ ਯਾਰ ਤੂੰ ਹੁਣ- 11 ਵਜੇ ਉਹਨੂੰ ਭਾਈ ਮਿੱਠੇ ਨੂੰ ਪੁੱਛਦਾ ਵਾ ਹੁਣ ਉਸਤਾਦ ਜੀ ਅੱਛਾ ਜਦੋਂ ਬਦਮਜ਼ਗੀ ਕੀ ਫਾਇਦਾ ਹੋ ਗਈ, ਭਾਈ ਮਿੱਠੇ ਤੇ ਪਾਤੀ ਸਹੀ ਚੱਲ ਰਿਹਾ ਸੀ, ਤੂੰ ਆਪਣੇ ਆਪ ਤਾਂ ਨਹੀਂ ਜਦੋਂ ਇਕੱਠੇ ਜਾਣਦੇ, ਮੇਰਾ ਇਦਾਂ ਮੋਟਰਸਾਈਕਲ ਤੇ ਜਾਣਦੇ ਇਕੱਠੇ, ਮੈਂ ਇਦਾਂ ਹੀ ਐਸੇ ਜੁਮਾ ਕਰਕੇ ਕਿ ਕੱਲ ਦਾ ਕੀ ਸ਼ਡਿਊਲ ਹੈ ਐਜ਼ ਅ ਸੀਨੀਅਰ ਨਹੀਂ, ਯਾਰ ਸਹੀ ਗੱਲ ਹੀ ਕਰ ਐਜ਼ ਏ ਜੁਮਾ। ਤੂੰ ਮੰਗਲ ਬੁੱਧ ਨਹੀਂ ਮੈਂ ਤੇ ਪਾਇਆ, ਤੂੰ ਜੁਮਾ ਪਾਇਆ, ਕਰੈਕਟ ਦਿਨ ਪਾਇਆ ਵਾ। ਅੱਛਾ ਤੂੰ ਇਹਨੂੰ ਕੀ ਪੁੱਛਿਆ? ਮੈਂ ਕਿਹਾ ਕੱਲ ਦਾ ਕੀ ਸ਼ਡਿਊਲ ਆ ਭਾਈ ਮਿੱਠੇ, ਕੱਲ ਆਣਾ ਇਹ? ਹਾਲਾਂਕਿ ਇਹ ਬੋਲੇ ਨਹੀਂ, ਹੈਲਮਟ ਪਾਇਆ ਸੀ, ਕਹਿੰਦਾ ਨਹੀਂ ਕੱਲ ਛੁੱਟੀ। ਮੈਂ ਕਿਹਾ ਕੱਲ ਛੁੱਟੀ ਆ, ਮੋਟਰਸਾਈਕਲ ਤੇ ਸੀ ਉੱਚੀ ਉੱਚੀ ਬੋਲ, ਕੱਲ ਵੀ ਛੁੱਟੀ ਕਰ ਲਈਏ। ਮੈਂ ਨਹੀਂ ਉਹ ਕੀ ਆ ਵੀ ਉਹਨੂੰ ਉਹਦਾ ਕੀ ਆ? ਹਾਂ ਇਹ ਗੱਲ ਬਸ ਪਾਉਣੀ ਸੀ। ਮੈਨੂੰ ਤੇ ਜਿੱਦਣ ਮਿੱਠਾ ਕਵੇ ਨਾ ਛੁੱਟੀ ਹੈ, ਮੈਂ ਟਾਈਮ ਨਾ ਹੋਣਾ ਅਗਲੇ। ਅੱਛਾ ਤੁਸੀਂ ਇਹ ਦੇਖੋ, ਕੱਲ ਮੈਨੂੰ ਕਾਲੂ ਨੇ ਕਾਲ ਕੀਤੀ ਕਿ ਭਾਈ ਮਿੱਠੇ ਕਿੱਥੇ, ਮੈਂ ਬਲਕਿ ਕਾਲ ਕੀਤੀ, ਮੈਂ ਕਿਹਾ ਕਾਲੂ ਉਸਤਾਦ ਜੀ ਨੂੰ ਕਹੀਂ, ਮੈਂ ਕਿਹਾ ਕਾਲੂ ਕਿੱਥੇ, ਕਹਿੰਦਾ ਮੈਂ ਦਫ਼ਤਰ। ਮੈਂ ਕਿਹਾ ਉਸਤਾਦ ਜੀ ਨੂੰ ਕਿ ਮੈਂ ਤੇਰਾ ਨਾ ਸਸੁਰਾਲ ਆਇਆ ਮੈਂ ਬੱਚਿਆਂ ਦੇ ਨਾਲ, ਤੇ ਮੈਂ ਤੇਰਾ ਥੋੜਾ ਲੇਟ ਆਉਣਾ ਇੱਥੇ। ਮੈਂ ਉਹਨੂੰ ਪੁੱਛਿਆ ਸਪੈਸ਼ਲ ਕਾਲੂ ਨੂੰ, ਮੈਂ ਕਿਹਾ ਨੋਨੀ ਆਇਆ, ਕਹਿੰਦਾ ਨਹੀਂ। ਮੈਂ ਕਿਹਾ ਉਹਨੂੰ ਕਾਲ ਕਰਦੀ, ਉਸ ਤੋਂ ਪਹਿਲੇ ਕਾਲ ਕੱਟੀ ਗਈ ਸੀ। ਹੁਣ ਨੋਨੀ ਦੇ ਆਪਣੇ ਨਸੀਬਾਂ ਨੋਨੀ ਪੁੱਛੀਦਾ ਹੁੰਦਾ ਵਾ ਕਿ ਉਸਤਾਦ ਜੀ ਕੀ ਚੱਲ ਰਿਹਾ ਵਾ। ਦੇਖੋ ਨਾ ਮਾੜਾ ਕੰਮ ਤੁਸੀਂ ਮਿੱਠੇ ਤੇ ਪਾਤਾ ਵਾ। ਨਹੀਂ ਮਿੱਠੇ ਐਵੇਂ ਬਹਾਨਾ ਟਾਈਪ ਹੀ ਹੈ ਕਿ ਜੀ ਮੈਂ ਜੁਮਾ, ਵੈਸੇ ਕੋਈ ਉਹਨੂੰ ਮਿਸ਼ਨ ਹੋਣਾ ਕੋਈ ਉਹਦਾ। ਨਹੀਂ ਮਿਸ਼ਨ ਕੋਈ ਦੇਖ ਨਹੀਂ, ਲੈ ਕੱਲ ਪੂਰਾ ਭਾਈ ਮਿੱਠੇ ਨੇ ਮੈਨੂੰ ਛੁੱਟੀ ਕਰਾਈ ਯਾਰ। ਹੁਣ ਭਾਈ ਮਿੱਠਾ ਉਹ ਯਾਰ ਮਿੱਠਾ ਤੈਨੂੰ ਕੁਝ ਵੀ ਕਹਦੇ ਤੂੰ ਛੁੱਟੀ ਕਰ ਲੇਗਾ ਹੁਣ? ਮਿੱਠਾ ਤੈਨੂੰ ਹੁਣ ਕਹਿ ਦੇਵੇ ਨੋਨੀ ਤੁਸੀਂ ਕੱਲ ਤੋਂ ਆਉਣਾ ਹੀ ਨਹੀਂ, ਕਹਿ ਇਹਨੂੰ ਜ਼ਰਾ। ਕੱਲ ਤੋਂ ਨੋਨੀ ਤੁਸੀਂ ਆਉਣਾ ਨਹੀਂ, ਲੈ ਐਵੇਂ ਹੁਣ ਕਿ ਤੈਨੂੰ ਕੰਮ ਤੋਂ ਜਵਾਬ ਆ, ਕੱਲ ਤੋਂ ਆਉਣਾ ਤੈਨੂੰ ਨਹੀਂ। ਕੰਮ ਤੋਂ ਜਵਾਬ ਹੈ, ਕੱਲ ਤੋਂ ਤੂੰ ਆਉਣਾ ਨਹੀਂ। ਹੁਣ ਕਰ ਲੇਗਾ? ਮਿੱਠਾ ਕੀ ਹੈ? ਮਿੱਠੇ ਤੇ ਕਹਿੰਦੇ ਤੂੰ ਇਦਾਂ ਕਰ ਲੇਗਾ। ਚਲੋ ਮਿੱਠਾ ਦਾ ਤੁਸੀਂ ਇਹਨੂੰ ਕਹੋ ਤੁਸੀਂ ਕੱਲ ਤੋਂ ਇਹ 12 ਵਜੇ ਦਿਨੇ ਆਇਆ ਕਰਨਾ। ਕੱਲ ਤੋਂ ਤੁਸੀਂ 12 ਵਜੇ ਦਿਨੇ ਇੱਥੇ ਹੋਵੋ। ਹਾਂ ਹੁਣ ਮੰਨੇਗਾ ਮਿੱਠੇ ਦੀ? ਨਹੀਂ ਅਗਲਾ ਪੁਆਇੰਟ ਉਸਤਾਦ ਜੀ ਰਹਿ ਗਿਆ, ਜਾਣਾ ਕਿੰਨੇ ਵਜੇ? ਹੈ ਜਾਣਾ ਜੋ ਸਾਰੇ ਵੇਲੇ ਉਹ ਸਾਰਿਆਂ ਨਾਲ ਹੀ ਆ। ਕਿੰਨੇ ਵਜੇ? 2 ਵਜੇ ਰਾਤ ਨੂੰ। ਮੈਂ ਇਹਦਾ ਤਜਜ਼ੀਆ ਕੱਢਿਆ ਵਾ ਕਿ ਇਹ ਬੰਦਾ ਫੇਲ ਆ। ਉਸਤਾਦ ਜੀ ਭਲਾ ਕਿਉਂ ਫੇਲ? ਕਿ ਜੋ ਮਰਜ਼ੀ ਕਰੇ ਲੇਕਿਨ ਉਸਤਾਦ ਜੀ ਦੀ ਗੱਲ ਨੂੰ ਪੂਰਾ ਕਰੇ ਬਸ। ਇਹ ਬਾਤ ਮੇਰੇ ਦੋਸਤ, ਜੇ ਉਸਤਾਦ ਜੀ ਦੀ ਗੱਲ ਨੂੰ ਅਹਿਮੀਅਤ ਨਹੀਂ ਨਾ ਤੇ ਫਿਰ ਫੇਲ ਆ। ਹਾਂ ਮਤਲਬ ਕਿ ਉਸਤਾਦ ਜੀ ਮੇਰੀ ਕੋਈ ਡਿਊਟੀ ਲਾ ਦਿੰਦੇ ਕਿ ਤੂੰ ਇੰਜ ਕਰਨਾ ਹੀ, ਉਹ ਮੈਂ ਸਾਰਾ ਕੁਝ ਆਪਣਾ ਕਰੀ ਵੀ ਜਾਵਾਂਗਾ ਲੇਕਿਨ ਉਹ ਮੈਂ ਜ਼ਰੂਰ ਕਰਾਂਗਾ। ਜੇ ਮੈਂ ਉਹ ਨਾ ਕਰਦਾ ਹਾਂ ਤੇ ਫਿਰ ਫੇਲ ਆ। ਇਹ ਆਇਆ ਕਿੰਨੇ ਵਜੇ ਅੱਜ? ਕੋਈ ਤਾਂ ਕੀ ਪਤਾ ਲੱਗਦਾ ਉਸਤਾਦ ਜੀ। ਉਸਤਾਦ ਜੀ ਤੁਹਾਡੇ ਆਉਣ ਤੋਂ ਪਹਿਲਾਂ ਹੀ ਆਇਆ। ਮੇਰੇ ਕਿੱਥੋਂ ਆਉਣ ਤੋਂ? ਅੱਜ ਜਦੋਂ ਦੁਬਾਰਾ ਗਏ ਆ ਕੇ ਤੁਸੀਂ ਚਲੇ ਗਏ, ਫਿਰ ਜਦੋਂ ਆਏ ਨਾ ਉਸ ਤੋਂ ਪਹਿਲੇ ਕਹਿੰਦੇ ਨਹੀਂ ਤੁਹਾਡੇ ਅੰਦਰੋਂ ਆਉਣ ਤੋਂ ਪਹਿਲੇ ਆਇਆ ਹੈ। ਜਦੋਂ ਤੁਸੀਂ ਆ ਗਏ ਸੀ ਨਾ, ਅੰਦਰ ਆ ਗਏ ਸੀ, ਉਸ ਦੌਰਾਨ ਮੈਂ ਵੀ ਆ ਹੀ ਗਿਆ ਸੀ ਕਿੱਥੋਂ ਆਏ ਸੀ ਉਸਤਾਦ ਜਿੰਦਰ? ਬਾਹਰੋਂ। ਉਹ ਮੇਰੀ ਤਕਦੀਰ ਏ। ਕਿੱਦਣ ਦੀ ਗੱਲ ਹੈ ਇਹ? ਕੱਲ ਦੀ, ਓਏ ਕੱਲ ਤੇ ਤੂੰ ਆਇਆ ਹੀ ਨਹੀਂ। ਪਰਸੋਂ ਦੀ, ਜਦੋਂ ਤੁਸੀਂ ਆਏ ਸੀ ਤੇ ਮੈਂ ਕਿਹਾ ਅੱਜ ਮੈਂ ਤੁਹਾਡੇ ਆਉਣ ਤੋਂ ਬਾਅਦ ਆਇਆ। ਕਿਉਂ ਚੈੱਕ ਕਰ ਰਹੇ ਨਾਜ਼ਰੀਨ? ਗੱਲ ਘੁਮਾਈ ਗਿਆ ਸੀ ਬੱਚੇ ਨਹੀਂ ਉਸਤਾਦ ਜੀ ਤੁਸੀਂ ਆ ਗਏ ਸੀ, ਉਸ ਤੋਂ ਬਾਅਦ ਮੈਂ ਆ ਕੇ ਉੱਥੇ ਬੈਠਾ, ਸਿਰਫ 2 ਹੀ ਸੀਗੇ ਭਾਈ, ਮੈਂ ਭਾਈ ਕਾਲੂ ਤੇ ਭਾਈ ਮਿੱਠਾ, ਬਾਕੀ ਭਾਈ ਦਾਨਿਸ਼ ਨਹੀਂ ਸੀ ਆਏ ਤੇ ਅਬਾਸ ਮੇਰੇ ਆਉਣ ਤੇ। ਉਹ ਯਾਰ ਉਸਤਾਦ ਜੀ ਤੇ ਆ ਗਏ ਸੀ ਤਕਰੀਬਨ ਕੋਈ 7 ਵਜੇ ਆ ਗਏ ਸੀ ਤੁਸੀਂ ਉਸਤਾਦ ਜੀ ਜੋ ਅੰਦਰ ਆਏ। ਅੰਦਰ ਬਾਹਰੋਂ ਆਏ, ਅੰਦਰੋਂ ਤੇ ਆਏ ਲੇਟ। ਤੁਹਾਨੂੰ ਮੈਂ ਟਾਈਮ ਦੱਸ ਦੇਣਾ, 8:22 ਤੇ ਮੈਂ ਇੱਥੇ ਆਇਆ, ਪਹੁੰਚਿਆ ਅੰਦਰ। ਹਾਂ ਨਹੀਂ ਉਸਤਾਦ ਜੀ ਕੋਈ ਲੇਟ ਤੇ ਨਹੀਂ ਆਇਆ ਫਿਰ ਬੱਚਾ। ਅੱਛਾ ਯਾਰ ਬਾਸ ਕੋ 2-4 ਗੱਲਾਂ ਕਰ ਮੈਨੂੰ ਸਾ ਯਾਰ। ਤਾਜੀ ਇਹਦਾ ਰਿਸ਼ਤਾ ਵੇਖਣ ਆ ਗਏ ਇਹ ਮਿੱਠੇ ਦਾ ਤਾਜੀ ਕਿਸੇ ਦਾ ਵੀ, ਨੋਨੀ ਦਾ। ਨੋਟ ਚਲੋ ਯਾਰ ਨੋਨੀ ਦਾ ਰਿਸ਼ਤਾ ਵੇਖਣ ਆ ਗਏ। ਕੁੜੀ ਵਾਲੇ ਦੇਖਣ ਆ ਗਏ ਤੇ ਤਾਜੀ ਸਾਰੇ ਰੂਪ ਉਹਨਾਂ ਨੂੰ ਵਿਖਾਉਂਦੇ ਆ। ਜਿੰਨੇ ਵੀ ਨੇ ਹਾਂਜੀ, ਆਪਣੇ ਜਿੰਨੇ- ਚੰਗੇ ਮਾੜੇ, ਹਾਂਜੀ। ਜਿਹੜੇ ਕਹਿੰਦੇ ਆਇਆ ਦਾ ਅਸਲ ਰੂਪ ਹੀ ਉਹ ਵੀ ਵਿਖਾ ਰਿਹਾ। ਕੁੜੀ ਵਾਲਿਆਂ ਨੂੰ ਵੇਖਣ ਆਏ ਤੇ ਉਹਨਾਂ ਦਾ ਸਿਆਣਾ ਜਿਹਾ ਕਹਿੰਦਾ ਹਾਂ ਖੁਸਰੇ ਜਿਹਾ ਨਾ ਕਰਨਾ ਕੁੜੀ ਦਾ। ਕੁੜੀ ਵਾਲੇ ਵੇਖਣ ਆਏ ਤੇ ਇੱਥੋਂ ਗੈਟਅਪ ਲੈ ਗਿਆ ਕੁੜੀ ਵਾਲਾ, ਪੂਰੀ ਕੁੜੀ ਬਣ ਕੇ ਤੇ ਉਹਨਾਂ ਦੇ ਅੱਗੇ ਆ ਗਿਆ। ਕੁੜੀ ਦੇ ਪਿਓ ਨੇ ਭਰਾ ਆਏ ਸਾਰੇ, ਉਹਦੀ ਅੰਮੀ, ਸਾਰਿਆਂ ਨੇ ਵੇਖ ਕੇ ਨਾ ਜਵਾਬ ਜੂ ਦੇ ਕੇ ਉਹਨੂੰ ਕਹਿੰਦਾ ਪੁੱਤਰ ਅੱਲਾ ਦਾ ਹੁਕਮ ਯਾਰ ਸਾਡਾ ਨਹੀਂ ਜ਼ੇਨ ਬਣਿਆ। ਸਾਰੇ ਭਰਾ ਵੀ ਚਲੇ ਗਏ, ਭਾਈ ਸੌਰੀ ਯਾਰ। ਮਾਂ ਵੀ ਕਹਿੰਦੀ ਅੱਛਾ ਪੁੱਤ ਸਾਡੇ ਵੱਲੋਂ ਮਾਦਰਤ। ਪਿਓ ਕੱਲਾ ਹੱਥ ਮਿਲਾ ਕੇ ਨਾ ਕਹਿ ਰਿਹਾ ਅੱਛਾ ਉਹਨਾਂ ਨੇ ਤਾਂ ਨਾ ਕਰਤੀ ਹੈ, ਮੇਰੇ ਵੱਲੋਂ ਠੀਕ ਹੈ। ਹਲਕੀ ਜੀ
ਤੇ ਮੇਰੇ ਵੱਲੋਂ ਨਾ ਧੋਕੇ ਆ ਬੇਵਕੂਫ ਨੇ। ਧੋਨੀ ਦਾ ਰਿਸ਼ਤਾ ਤੇ ਅਗਲੇ ਦਿਨ ਮੁੰਡੇ ਮਾਂ ਨੂੰ ਕਹਿ ਰਿਹਾ ਅੰਮੀ ਰਾਤੀ ਜਿੱਦ ਰਿਸ਼ਤਾ ਨਹੀਂ ਵੇਖਣੇ ਹਾਂ ਅੱਡੀ ਗਰਾਉਂਡ ਅੱਬੂ ਉਹ ਮੁੰਡੇ ਨਾਲ ਫਿਰ ਰਹੀ। ਧੋਨੀ ਦਾ ਰਿਸ਼ਤਾ ਦੇਖਣਾ ਹੈ ਤੇ ਧੋਨੀ ਉਹਨਾਂ ਦੇ ਸਾਹਮਣੇ ਮੂੰਹ ਨਹੀਂ ਖੋਲ ਰਿਹਾ, ਬੋਲ ਨਹੀਂ ਰਿਹਾ। ਉਹ ਸਾਰੀਆਂ ਕਹਿੰਦੇ ਮੁੰਡਾ ਕਿੰਨਾ ਸ਼ਰਮੀਲਾ, ਬਾਅਦ ਚ ਪਤਾ ਲੱਗਾ ਪੂਰਾ ਮੇਸੂ ਪਾਇਆ ਬੈਠਾ ਵੱਡਾ ਲੱਡੂ ਤੇ ਤੋੜਨ ਵੀ ਨਹੀਂ ਦਿਆ। ਕੁੜੀ ਵਾਲੇ ਦੇਖਣ ਆਏ, ਉਹਨਾਂ ਨੇ ਨਾ ਕਰਤੀ ਉਸਤਾਦ ਜੀ, ਉਹਨਾਂ ਦੇ ਮੋਬਾਈਲ ਨੂੰ ਗੇਮ ਪਾਤੀ। ਆਹ ਕਹਿੰਦਾ ਇਹਨਾਂ ਨੇ ਕਿਹੜਾ ਕਰਨਾ, ਮੈਂ ਚੁੱਕਿਆ ਮੋਬਾਈਲ ਲੈ ਗਿਆ। ਯਾਰ ਨੂੰ ਨਹੀਂ ਕੀ ਭਗਵਾਨ। ਕੁੜੀ ਵਾਲੇ ਨਾ ਕਰਕੇ ਗਏ ਤੇ ਇੰਨਾ ਗੁੱਸੇ 'ਚ ਬੈਠਾ ਹੁੰਦਾ, ਸਿਆਣਾ ਜਿਹਾ ਉੱਠ ਕੇ ਤੁਰਨ ਲੱਗਾ ਤੇ ਅੱਗੇ ਲੱਤ ਕਰਤੀ। ਆਹ ਮਿਰਚ ਇਹਨੂੰ ਕੁੜੀ ਵਾਲਿਆਂ ਨੇ ਨਾ ਕਰਤੀ, ਜ਼ਲੀਲ ਕਰਤਾ ਉਹਨਾਂ ਨੂੰ। ਅੱਛਾ ਜੀ। ਰੋਜ਼ ਕੋਈ ਨਾ ਕੋਈ ਬੰਦਾ ਲੈ ਜਾਓ ਉਹਨਾਂ ਦੀ ਦੁਕਾਨ ਦੇ ਅੱਗੇ, ਇਹਨਾਂ ਨੇ ਨਾ ਕੀਤੀ। ਉਹ ਨਾ ਕਰਕੇ ਉਹ ਜ਼ਲੀਲ ਹੋ ਗਏ ਵਿਚਾਰੇ। ਫਿਰ ਇਹ ਚਾਚਾ ਹੀ ਇਹਨਾਂ ਦੀ ਬੱਚੀ ਸੀ, ਇਹਨਾਂ ਨੇ ਨਾ ਕੀਤੀ। ਦੁੱਧ ਪਾਉਣ ਵਾਲਾ ਤੇ ਉਹਨੂੰ ਕਹਿੰਦਾ ਨਾ ਭਾਈ ਦੁੱਧ, ਇਹਨਾਂ ਨਾ ਕੀਤੀ ਆ। ਆਹੋ ਕੱਲਾ ਕੱਲਾ ਬੰਦਾ ਛੇੜ ਉਹਨਾਂ ਦੀ ਜਾਨ ਨਹੀਂ ਛੱਡ ਰਿਹਾ, ਜਿੱਥੇ ਜਾ ਰਹੇ ਨਾਲ ਫਿਰ ਰਿਹਾ ਉਹਨਾਂ ਦੇ। ਹਰ ਇੱਕ ਨੂੰ ਦਾ ਭਾਜੀ ਇਹਨਾਂ ਨੇ ਨਾ ਕੀਤੀ। ਉਸਤਾਦ ਜੀ ਮੁਦੱਸਰ ਨੂੰ ਮੈਂ ਸੱਚੀ ਮੁੱਚੀ ਕਿਹਾ, ਮੈਂ ਕਿਹਾ ਰਿਸ਼ਤਾ ਲੱਭ, ਕਹਿੰਦਾ ਤੇਰਾ ਮੈਂ ਰਿਸ਼ਤਾ ਲੱਭਾ, ਮੈਨੂੰ ਆਪਣੀ CV ਦੇ। ਉਹ ਜਿੱਦਾਂ ਉਹ ਨਹੀਂ ਕਹਿੰਦੇ ਜੰਗ ਲੱਗ ਜਾਂਦੀ ਕਿਤੇ ਦੋ ਮੁਲਕਾਂ ਦੀ, ਤੇ ਜੇ ਕਹਿੰਦਾ ਉਹ ਕਹਿੰਦੇ ਯਾਰ ਇਹ ਨਾ ਜਿਹੜੇ ਮੁਲਕ ਆ ਨਾ ਪਾਕਿਸਤਾਨੀ, ਇਹ ਨਾ ਸ਼ੌਕੀਨ ਆਦਮੀ ਹੁੰਦੇ ਨੇ, ਇਹਨਾਂ ਦੇ ਅੱਗੇ ਨਾ ਜਵਾਨ ਫੌਜੀ ਭੇਜੋ ਕਲੀਨ ਸ਼ੇਵਾਨ। ਉਹ ਭੇਜਦੇ ਤੇ ਸਾਰਿਆਂ ਨੂੰ ਗੋਲੀਆਂ ਮਾਰ ਦਿੰਦੇ। ਉਹ ਕਹਿੰਦੇ ਯਾਰ ਸ਼ਾਇਦ ਇਹਨਾਂ ਦੀ ਉਮਰ ਘੱਟ ਸੀ, ਥੋੜੇ ਜ਼ਰਾ ਹੋਰ ਜਵਾਨ ਭੇਜੋ। ਉਹ ਭੇਜਦੇ ਉਹਨੂੰ ਫਿਰ ਗੋਲੀਆਂ ਮਾਰ ਦਿੰਦੇ। ਐਂਡ ਉਹ ਬਾਬੇ ਭੇਜਦੇ ਨੇ। ਤੇ ਖੈਰ ਚਲੋ ਇਹਦਾ ਉਹ ਹਿਸਾਬ ਆ ਭਾਈਜਾਨ, ਪਰਸਨਲ ਰਾਬਤਾ ਕਰ ਲੈਣਾ ਅਗਰ ਲਤੀਫਾ ਸੁਣਨਾ ਹੈ। ਪਰਸਨਲੀ ਹੋਣਾ ਇਹ ਨਾ ਮੇਲਾ ਉਸਤਾਦ ਜੀ ਤੁਹਾਡੇ ਬੋਰਾ ਪਰ ਇਹ ਨਾ ਇਹਦਾ ਉਹ ਹਿਸਾਬ ਆ। ਉਹ ਗਏ ਤੇ ਉਹਨਾਂ ਨੇ ਕਿਹਾ ਜੀ ਮੁੰਡੇ ਦੀ ਉਮਰ ਘੱਟ ਆ, ਤੇ ਇਹ ਹੁਣ ਨਾ ਅਗਲੀ ਵਾਰੀ ਗਏ ਤੇ ਥੋੜਾ ਜਿਹਾ ਸਿਆਣਾ ਹੋ ਗਿਆ ਨਾ, ਵਾਲ ਮਾੜੇ ਚਿੱਟੇ ਕਰਕੇ। ਉਹਨਾਂ ਨੇ ਕਿਹਾ ਕਿ ਨਹੀਂ ਜੀ ਉਮਰ ਹਾਲੇ ਵੀ ਘੱਟ ਆ। ਅਗਲੀ ਵਾਰੀ ਗਏ ਤੇ ਨੇ ਅੱਧਾ ਸਿਰ ਚਿੱਟਾ ਕੀਤਾ, ਮੁੱਛਾਂ ਵੀ ਚਿੱਟੀਆਂ। ਫਿਰ ਉਹਨਾਂ ਨੇ ਕਹਿੰਦੇ ਜੀ ਉਮਰ ਘੱਟ ਆ ਤੇ ਫੁੱਲ ਬਾਬਾ ਬਣਿਆ। ਕਹਿੰਦੇ ਜੀ ਹਾਲੇ ਵੀ ਉਮਰ ਘੱਟ ਆ। ਤੇ ਅਗਲੀ ਵਾਰੀ ਗਏ ਤੇ ਵਿਸਾਖੀ ਪੜੀ, ਬਾਬਾ ਬਣਿਆ ਬੈਠਾ। ਉਹਨਾਂ ਨੇ ਕਿਹਾ ਜੀ ਹੁਣ ਤੇ ਬਿਲਕੁਲ ਹੀ ਉਮਰ ਘੱਟ ਆ, ਹੁਣ ਤੇ ਬਿਲਕੁਲ ਤੇ ਫਾਇਦਾ ਹੀ ਕੋਈ ਨਹੀਂ। ਪਿੱਛੇ ਕਰਤਾ। ਨਹੀਂ ਰਿਸ਼ਤਾ ਦੇਖਣ ਵਾਲੇ ਆਏ ਤੇ ਉਹਨੇ ਕਿਤੇ ਕਿਹਾ ਲੜਕਾ ਕਾ ਹੈ, ਲੜਕਾ ਨੂੰ ਦਿਖਾਓ, ਤੇ ਚਵਲ ਲੜਕੀਆਂ ਤਰ੍ਹਾਂ ਚਾਹ ਲੈ ਕੇ ਆਉਂਦੇ ਆ। ਆਹੋ ਮਾਮਾ ਤਾਂ ਮੁੰਡਾ ਵਾ। ਇਹਨੂੰ ਵੇਖਣ ਆਏ ਸਾਰੇ ਘਰਦਿਆਂ ਨੇ, ਜਦੋਂ ਵੇਖਿਆ ਨਾ ਤੇ ਕੁੜੀ ਦਾ ਪਿਓ ਕਹਿੰਦਾ ਤੁਸੀਂ ਚੱਲ ਜਾਓ, ਸਾਰੇ ਨਿਕਲੋ, ਮੈਂ ਵੇਖਦਾ ਇਹਨੂੰ। ਮੈਂ ਹਾਂ ਕਰਕੇ ਆਨਾ। ਇੱਕ ਵਾਰੀ ਵਿਆਹ ਵੇਖਣ ਆਏ ਮੇਰੇ ਘਰ ਕੁੜੀ ਵਾਲੇ, ਤੇ ਉਹ ਕੁੜੀ ਵੀ ਨਾਲ ਹੀ ਆ ਗਈ। ਅੱਛਾ ਜੀ। ਹਾਂਜੀ ਸਹੀ ਦੱਸਿਆ ਜੀ। ਕੁੜੀ ਵੀ ਨਾਲ ਆ ਗਈ ਤੇ ਮੇਰਾ ਆਪੂ ਕਹਿੰਦਾ ਕਿ ਚਲੋ ਜੀ ਅਸੀਂ ਮੁੰਡਾ ਤੁਹਾਨੂੰ ਦਿਖਾਤਾ ਵਾ ਤੇ ਅਗਲੇ ਜੁਮੇ ਅਸੀਂ ਕੁੜੀ ਵੇਖਣ ਆਏਗਾ। ਵੇਖੜੀ ਕੀ ਆ ਬੈਠੀ। ਉਹ 2 ਵਾਰੀ ਮੈਨੂੰ ਬਾਜੀ ਬੂਜੀ ਵੀ ਕਹਿ ਹੜਿਆ ਸੀ। ਚਲੋ ਮੈਂ ਤੂੰ ਕੋਈ ਰੌਲਾ ਨਹੀਂ ਕਹਿਤਾ ਤੇ ਤੇ ਬਾਅਦ ਚ ਇੱਕ ਮੈਂ ਕਿਹਾ ਇਹ ਕੌਣ ਕਹਿੰਦਾ ਮੇਰੀ ਬਾਜੀ ਬੁੱਢੀ ਆ। ਯਾਰ ਨਹੀਂ ਘਰ ਬਦਲ ਪਹਿਲੇ ਸਭ। ਤੇਰੀਆਂ ਹਰਕਤਾਂ ਨੇ ਚੰਗੀਆਂ, ਤੂੰ ਘਰ ਲੈ ਸਕਦਾ ਵਾ। ਉਸਤਾਦ ਜੀ ਤੇਰੀਆਂ ਕਰਤੂਤਾਂ ਨੇ ਚੰਗੀਆਂ, ਕਰਤੂਤ ਸਿਆਹ ਵਾ ਤੇਰੀ। ਤੂੰ ਕਰਤੂਤ ਸਿਆਹ ਬਹੁਤ ਖਾਣਾ। ਉਸਤਾਦ ਜੀ ਘਰ ਮੈਂ ਲੈ ਲੈਣਾ ਵਾ, 4 ਮਹੀਨੇ ਦਾ ਟਾਰਗੇਟ ਦੇਤਾ ਤੁਹਾਨੂੰ। ਅੱਛਾ 4 ਮਹੀਨੇ ਬਾਅਦ ਇਨਸ਼ਾਅੱਲਾ ਤਾਲਾ ਆਪਣਾ ਨਵਾਂ ਘਰ, ਨਵੀਂ ਗੱਡੀ, ਨਵਾਂ ਮਾਹੌਲ ਸਾਰਾ। ਇਨਸ਼ਾਅੱਲਾ। ਹੈ ਹਾਂਜੀ ਪ੍ਰੋਗਰਾਮ ਕਰ ਰਿਹਾ ਸੈਪਰੇਟ। ਨਹੀਂ ਆਪਣਾ ਨੋਨੀ ਸ਼ੇਰ ਵਾਲੀ ਬਣਿਆ। ਨਹੀਂ ਉਸਤਾਦ ਜੀ ਉਹਨੇ ਕੰਮ ਸ਼ੁਰੂ ਕਰਤਾ ਵਾ। 4 ਮਹੀਨੇ ਦਾ ਉਹਨੇ ਟਾਰਗੇਟ ਰੱਖਿਆ, ਮਿਹਨਤ ਕਰੇਗਾ। ਘਰ ਐਡਾ ਛੋਟਾ ਵਾ, ਹਾਂਜੀ ਘਰ ਰਿਸ਼ਤਾ ਵੇਖਣ ਵਾਲੇ ਹੁੰਦੇ ਆ, ਇੱਕ ਕਦਮ ਅੱਗੇ ਲੰਘ ਜਾਂਦੇ ਪਿੱਛੇ ਰਹਿ ਜਾਂਦਾ। ਪਿੱਛੇ ਹੋਣ ਦੇ ਅੱਗੇ ਨਾ ਅੱਗੇ ਹੁੰਦਾ ਹਲੇ ਕਿਤੇ ਮੂੰਹ ਬਾਹਰੋਂ ਹੀ ਮੁੜ ਜਾਂਦੇ ਲੋਕੀ। ਆ ਹੁਣ 6 ਜਣੇ ਰਿਸ਼ਤਾ ਵੇਖਣ ਆ ਗਏ, ਉਹਨਾਂ ਨੇ ਜੀ ਆਹ ਘਰ ਆ ਮੁੰਡੇ ਦਾ। ਉਹ ਬਾਹਰ ਖੜਦਾ ਜਾ ਤੂੰ ਵੇਖ ਕੇ ਆ, ਫਿਰ ਅਸੀਂ ਵੀ ਜਾਣਾ ਵਾ। ਉਸਤਾਦ ਜੀ ਲੋਕਾਂ ਦਾ ਥੱਲੇ ਵਾਲਾ ਪੋਰਸ਼ਨ ਖੁੱਲਾ ਹੁੰਦਾ, ਸਾਡਾ ਐਂਡ ਵਾਲਾ ਵਾ। ਇੰਨਾ ਉਹੀ ਛੋਟਾ। ਤਾਂ ਕਹਿ ਰਿਹਾ ਵੀ ਲੋਕੀ ਪੁੱਛਦੇ ਭਾਜੀ ਤੁਸੀਂ ਕੌਣ ਇੱਥੇ ਖਲੋਤੇ? ਜਾਂ ਮੇਰੀ ਅੰਮੀ ਅੰਦਰ ਮੁੰਡਾ ਵੇਖਣ ਗਈ ਹੈ ਜੀ, ਅਸੀਂ ਤਦ ਬਾਹਰ ਖੜੇ, ਉਹਨੇ ਆਉਣਾ ਤੇ ਫਿਰ ਅਸੀਂ ਜਾਣਾ। ਉਸਤਾਦ ਜੀ ਇਹਨਾਂ ਦਾ ਘਰ ਕੋਨ ਆਈਸਕ੍ਰੀਮ ਤਰ੍ਹਾਂ ਥੱਲੋਂ ਤੰਗ ਆ, ਉੱਤੋਂ ਖੁੱਲਦਾ। ਉਹ ਤਾਂ ਖੁੱਲੀ ਜਾਣਾ ਪੂਰਾ। ਕੋਣ ਆਈਸਕ੍ਰੀਮ। ਰਿਸ਼ਤਾ ਦੇਖਣ ਵਾਲੇ ਉਹਦੇ ਘਰ ਹੈ ਤੇ ਇਹਦੀ ਬਾਲ ਲੱਗਣੀ। ਆ ਜਾਓ ਭਾਜੀ ਅੰਦਰ ਆ ਕੇ ਖੜ ਜਾਓ। ਅੰਦਰ ਆ ਕੇ ਬਹਿ ਜਾਓ। ਲੈ ਆ ਜਾਓ ਅੰਦਰ ਆ ਕੇ ਖੜ ਜਾਓ। ਯਾਰ ਰਿਸ਼ਤਾ ਦੇਖਣ ਵਾਲੇ ਦੇ ਘਰ ਆਏ, ਉਹ ਘਰ ਨਹੀਂ ਆਏ। ਸਿਆਣਾ ਜਿਹਾ ਬੰਦਾ ਗਲੀ 'ਚ ਫਿਰ ਤੁਰ ਕੇ ਰਿਸ਼ਤਾ ਦੇਖਣ ਦੇ ਅੰਦਰ ਬੈਠਾ ਸੀ, ਕਦੇ ਐਨ ਲੰਘ ਜਾਵੇ ਕਦੇ। ਉਹ ਬਾਹਰੋਂ ਮੋਰੀ ਸਾਡੀ ਦੇਖ ਕੇ ਕਹਿੰਦੇ ਇੱਧਰ ਲਾਈ, ਇੱਧਰ ਲਾ। ਇੰਨਾ ਛੋਟਾ ਘਰ ਆ, ਕੁੜੀ ਵਾਲੇ ਦੇਖਣ ਆ ਗਏ, ਉਹ ਸਾਈਡ ਬਦਲ ਕੇ ਉਹਨਾਂ ਨੂੰ ਵਹਾਂਗੇ ਇਧਰੋਂ ਵੀ। ਥੀਏਟਰ ਕਰਦਾ ਹੁੰਦਾ ਸੀਗਾ ਰਿਸ਼ਤਾ ਦੇਖਣ ਵਾਲੇ ਤੇ ਉਹਨਾਂ ਸਾਹਮਣੇ ਨਾ ਸਲਾਮ ਅਲੈਕ।
ਉਹਨਾਂ ਨੇ ਕਿਹਾ ਮੁੰਡਾ ਕਿੱਥੇ, ਕਹਿੰਦੇ ਮੁੰਡਾ ਬਾਹਰ ਚਿੰਗ ਜੀ ਸੁੱਤਾ। ਇਹਦਾ ਮਕਾਨ ਵਾਕਈ ਉੱਤੋਂ ਬਹੁਤ ਖੁੱਲਾ ਵਾ ਖਾਨ ਸਾਹਿਬ। ਅੱਛਾ ਜੀ। ਹਾਂਜੀ ਉਸਤਾਦ ਜੀ, ਹਰ ਮੰਜ਼ਿਲ ਦੀ ਇਹਨਾਂ ਨੇ 2.5 ਫੁੱਟ ਕਿ 3 ਫੁੱਟ ਛੇੜ ਵਧਾਈ ਆ ਬਾਹਰ ਨੂੰ। ਹਾਂਜੀ, ਤੇ ਉੱਤੋਂ ਮਾਸ਼ਾਅੱਲਾ 2.5 ਮਰਲੇ ਉੱਤੋਂ ਹੋ ਗਿਆ ਵਾ। ਉਹ ਨਹੀਂ, ਉਹ ਲਾਹੌਰ ਇਦਾਂ ਹੀ ਹੈ, ਮੁਲਤਾਨ ਲਾਹੌਰ ਅੰਦਰੂਨ ਦੇ ਵਿੱਚ ਗਲੀਆਂ ਦੇ ਵਿੱਚ ਜਿਹੜੀ ਬਾਲਕੋਨੀ ਜੀ ਲੱਕੜ ਦੀ ਬਣੀ ਹੁੰਦੀ ਨਾ, ਉਹ ਬਾਲਕੋਨੀ ਨਾਲ ਬਾਲਕੋਨੀ ਲੱਗੀ। ਉਸਤਾਦ ਜੀ ਸਹੀ ਆ ਤੇ ਹੁਣ ਸਰਦੀਆਂ ਨਾ, ਯਾਨੀ ਕਮਰਿਆਂ ਚ ਵੜ ਕੇ ਸੌਂ ਜਾਈਦਾ। ਸਹੀ ਮਜ਼ਾ ਗਰਮੀਆਂ 'ਚ ਜਾਣਾ। ਤੁਸੀਂ, ਤੁਹਾਨੂੰ ਮੈਂ ਗਰਮੀਆਂ ਲੈ ਜਾਊਂਗਾ ਆਪਣੇ ਘਰ। ਉਹ ਸੌਂਦੇ ਨਹੀਂ ਉਸਤਾਦ ਜੀ, ਤਿੰਨ ਪਾ ਕੇ ਉੱਤੋਂ ਸਟੈਪਲਰ ਕਰੀ ਜਾਂਦੇ ਆ। ਸਾਈ ਥੱਲੋਂ ਮਕਾਨ ਛੋਟਾ, ਉੱਤੋਂ ਖੁੱਲਾ। ਮੈਂ ਲੱਗਦਾ ਮਕਾਨ ਨੇ ਕੈਪ ਪਾਈ ਆ। ਇਦਾਂ ਹੀ ਉਸਤਾਦ ਜੀ, ਸਾਹਮਣੇ ਦੀ ਦੀਵਾਰ ਨਾਲ, ਯਾਨੀ ਗਲੀ ਦੀ ਸਾਹਮਣੀ ਦੀਵਾਰ ਨਾਲ ਪੱਖਾ ਰੱਖਿਆ ਵਾ। ਉਹਨੇ ਘਰ 'ਚ ਹਵਾ ਸਿੱਟਣੀ। ਪੱਖਾ ਕਿੱਥੇ ਰੱਖਿਆ? ਪੱਖਾ ਸਾਹਮਣੇ ਦੀ ਦੀਵਾਰ ਨਾਲ ਰੱਖਿਆ, ਉਦੋਂ ਹਵਾ ਅੰਦਰ ਜੁੜ ਗਈ ਛੱਤ। ਜੇ ਕੋਈ ਲੰਘਦਾ ਹੋਵੇ ਤੇ ਉਹਨੂੰ ਵੀ ਹਵਾ ਲੱਗੇ, ਉਹ ਰੁਕ ਜਾਂਦੀ ਹੈ। ਨਹੀਂ ਉੱਪਰੋਂ ਉਤੋਂ ਬਾਅਦ ਭਾਈ ਅੱਗੇ ਹੋ ਜਾ, ਸਾਡੀ ਆਵਾਜ਼ ਡੱਕ ਕੇ ਖਲੋ ਗਿਆ। ਉਸਤਾਦ ਜੀ, ਇਹਨਾਂ ਉੱਪਰੋਂ ਵਾਕਈ ਛੱਤ ਇਕੱਠੀ ਹੈ। ਜਿਹੜਾ ਆਪਣੀ ਛੱਤ ਤੇ ਪੱਖਾ ਲਾਉਂਦੇ ਨਾ, ਉਹ ਹਮਸਾਏ ਸਾਹਮਣੇ ਵੀ ਆਪਣੇ ਨੂੰ ਕਰ ਲੈਂਦੇ ਆ। ਤੇ ਬੈਠੇ ਵੇਖਦੇ ਤਾਂ ਵੀ ਇਹ ਕੀ ਹੁੰਦੇ ਹੋ। ਅੱਛਾ, ਨਹੀਂ ਵੱਡਾ ਲੈ ਲੈਣਾ ਘਰ। ਇੰਨਾ ਛੋਟਾ ਘਰ ਉਸਤਾਦ ਜੀ, ਆਪਣਾ ਪੱਖਾ ਫੇਰਵਾ ਕਰਨ ਨਾ ਆਲੇ ਦੁਆਲੇ ਵਾਲੇ ਵੀ 3-4 ਘਰਾਂ 'ਚ ਹਵਾ ਚੱਲ ਜਾਂਦੀ। ਕਮੇਟੀ ਵਾਲੇ ਢਾਉਣਾ ਇਹਦਾ ਮਕਾਨ, ਕਿਸੇ ਨੇ ਕੰਪਲੇਨ ਕਰਤੀ, ਇਹਨੇ ਜਗ੍ਹਾ ਮੱਲੀ ਆ। ਉਹ ਥੱਲੋਂ ਦੇਖ ਕੇ ਕਹਿੰਦੇ ਯਾਰ ਨਹੀਂ ਇਹ ਸੱਚੇ ਆ ਭਾਈ, ਇਹਨੂੰ ਸਹੀ ਹੱਕ ਤੇ ਅਸੀਂ ਕਿਤੇ ਢਾਈਓ। ਅਸੀਂ ਤਾਂ ਥੱਲੋਂ ਨਿੱਕਾ ਜਿਹਾ ਘਰ ਆ, ਕਮੇਟੀ ਵਾਲੇ ਢਾਉਣ ਆਏ, ਜਾਣ ਲੱਗਾ ਕਹਿੰਦਾ ਢਾਉਣਾ ਵਾ, ਕਹਿੰਦਾ ਆਹੋ, ਕਹਿੰਦਾ ਲੈ ਉਹ ਢਾ ਕੇ ਹੋ ਗਏ। ਨਹੀਂ, ਇਹਦਾ ਐਡਾ ਛੋਟਾ ਮਕਾਨ ਆ, ਜਿਵੇਂ ਸਾਹਲ ਤੇ ਰੇਤ ਦੇ ਕੇ ਪੈਰ ਦੇ ਕੇ ਰੇਤ ਵਾਲੇ ਨੀ ਬਣਾਈਦਾ, ਉਹ ਵੀ ਵੱਡਾ ਬਣਦਾ ਵਾ। ਇਹਦਾ ਛੋਟਾ ਵਾ। ਨਹੀਂ, ਤੁਸੀਂ ਉਹ ਵੇਚ ਸਕਦੇ ਆ, ਜਿੰਨਾ ਵੀ ਆ ਤੁਹਾਡਾ ਹਿੱਸਾ ਤੁਸੀਂ ਵੇਚ ਸਕਦੇ ਆ। ਵੇਚ ਸਕਦੇ, ਲੇਕਿਨ ਉਹ ਅੰਮੀ ਮੇਰੀ ਕਹਿੰਦੀ ਨਹੀਂ ਵੇਚਣਾ। ਤੇਰੀ ਅੰਮੀ ਸਹੀ ਕਹਿੰਦੀ, ਉਹ ਪਤਾ ਖੁੱਲੇ ਘਰ ਜਾ ਕੇ ਉਹਨਾਂ ਦਾ ਦਿਲ ਨਹੀਂ ਲੱਗਣਾ। ਦਿਲ ਨੀ ਲੱਗਣਾ ਸਾਜ। ਉਹ ਇਦਾਂ ਉਸਤਾਦ ਜੀ, ਨੁੱਕਰ ਦੇ ਮਕਾਨ ਵੇਚ ਕੇ ਗਏ ਇਸੇ ਤੰਗੀ ਦੀ ਵਜ੍ਹਾ ਤੋਂ। ਉਹ ਜਾ ਕੇ ਬੁੱਢਾ ਬਾਬਾ ਬਿਮਾਰ ਹੋਇਆ, ਫਿਰ ਸਾਡੇ ਬਿਲਕੁਲ 2-4 ਮਕਾਨ ਛੱਡ ਕੇ ਉਹਨਾਂ ਦਾ ਮਕਾਨ ਵੇਚ ਕੇ ਗਏ। ਉਹ ਪਰੇ ਤੇ ਹਫ਼ਤੇ ਬਾਅਦ ਫੋਨ ਆਇਆ ਜੀ ਜਵੇਸਾਪੁਰ ਹੋ ਗਏ। ਫਿਰ ਗਲੀ 'ਚ 2-3 ਮੌਤਾਂ ਇਦਾਂ ਹੀ ਹੋਈਆਂ। ਤੇ ਜਦੋਂ ਮੇਰਾ ਅੱਬੂ ਕਹਿੰਦਾ ਨਾ ਆ ਵੇਚ ਕੇ ਜ਼ਰਾ ਖੁੱਲਾ ਲੈ ਲੈਨੇ ਆ, ਮੈਨੂੰ ਕਹੂਗਾ, ਮੇਰੇ ਅੰਮੀ ਕਹੂਗਾ ਕਿਉਂ ਮਰਨਾ। ਉਸਤਾਦ ਜੀ, ਹੁਣ ਇੰਨਾ ਤੰਗ ਮਕਾਨ ਹੈ, ਇਹਨਾਂ ਨੇ ਕਿਰਾਏ ਤੇ ਖੁੱਲਾ ਮਕਾਨ ਲਿਆ, ਸਾਰੇ ਆਮਣੇ ਸਾਹਮਣੇ ਬੈਠੇ। ਫਿਰ ਇਹਦੀ ਵਾਲਦਾ ਕਹਿੰਦੀ ਮੇਰੇ ਬੱਚੇ ਮੇਰੇ ਤੋਂ ਦੂਰ ਹੋ ਗਏ, ਸਾਰੇ ਸਾਹਮਣੇ ਬੈਠੇ। ਯਾਰ 3-4 ਭਰਾ ਇਕੱਠੇ ਅੰਦਰ ਵੜਨ ਨਾ ਤੇ ਐਂ ਲੱਗਦਾ ਬਿਲ ਤਰਨ ਦੇ ਆ, ਲੈਣ ਸਿਰ ਤੇ ਖਲੋਤੇ ਹੁੰਦੇ। ਨਹੀਂ ਯਾਰ, ਨਹੀਂ ਕੁਛ ਕਰ ਯਾਰ ਮੇਰਾ ਭਰਾ ਨਾ। ਉਸਤਾਦ ਜੀ ਮਕਾਨ ਮੈਂ ਲੈ ਲੈਣਾ ਵਾ। ਜੀ ਕਿੰਨੇ ਆ ਵਿੱਚ ਉਹਦੇ? ਹੁਣ 22 ਦੱਸਿਆ ਤਾਂ ਸੀ ਉਹਨੇ। 21-23 ਹੈਗੇ ਮਾਮੂ ਪਾ ਕੇ। ਉਹ ਸਾਰਿਆਂ 'ਚ ਨਹੀਂ, ਤੁਹਾਡੇ ਇਕੱਲੇ ਹਿੱਸੇ 'ਚ। ਜਿਹੜੇ ਅੰਦਰ ਰਹਿੰਦੇ ਆ ਸਾਡੇ ਘਰ 'ਚ ਹੀ। ਇਹਨਾਂ ਦੇ ਘਰ ਚੋਂ ਇਸ ਡਰ ਤੋਂ ਕੋਈ ਕੰਮ ਤੇ ਨਹੀਂ ਜਾਂਦਾ, ਜਗ੍ਹਾ ਮਿਲੀ ਜਾਣੀ। ਸਾਰੇ ਕਰ ਦਿੰਦੇ, ਕੰਮ ਤੇ ਜਾਣ ਲੱਗੇ ਸਾਫਾ ਰੱਖ ਜਾਂਦੇ ਆ। ਸਾਫਾ ਵੀ ਰੱਖਦੇ, ਉੱਥੇ ਕੋਈ ਐਸੀ ਆਈਟਮ ਰੱਖ ਕੇ ਜਾਂਦੇ ਕੋਈ ਹੋਰ ਨਾ ਖੜੇ। ਉਸਤਾਦ ਜੀ 4 ਭੈਣਾਂ ਦੀ ਸ਼ਾਦੀ ਕੀਤੀ ਨਾ, 4 ਭੈਣਾਂ, ਇੱਕ ਗੁਜਰਾਂ ਵਾਲੇ ਇੱਕ ਲਾਹੌਰ। ਜਿਹੜੀਆਂ 2 ਭੈਣਾਂ ਇੱਥੇ ਰਹਿੰਦੀਆਂ, ਉਹ ਅੰਮੀ ਪਿੱਛੋਂ ਇਕੱਲੀ ਹੁੰਦੀ, ਉਹ ਦੋਵੇਂ ਰਲ ਕੇ ਆ ਜਾਂਦੀਆਂ ਕਿ ਚੱਲ ਅੰਮੀ ਕੋ ਜਾਣੇ। ਉਹ ਫਿਰ ਬੱਚਿਆਂ ਦਾ ਰਸ਼ ਬਾਸ਼ੀਏ, ਉਹ ਸਾਰਾ ਸ਼ਹਿਨਸ਼ਾਹੀ ਸਿਸਟਮ ਚੱਲਦਾ ਰਹਿੰਦਾ। ਫਿਰ ਭਰਾ ਦੇ ਮਾਸ਼ਾਅੱਲਾ 3 ਬੱਚੇ ਆ, ਫਿਰ ਉਹਦੀ ਬੇਗਮ ਉਹ ਆਪ ਆ। ਯਾਰ ਉਹਦੇ ਤਾਂ ਹਿੱਸਾ ਲੈਦਾ ਨੇ ਨਾ। ਨਹੀਂ ਉਹੀ ਘਰ ਉਸੇ 'ਚ ਹੀ 1.25 ਮਰਲਾ ਹੀ। ਹਮਸ਼ੀਰਾ ਦੀ ਸ਼ਾਦੀ ਕਰਕੇ ਇਹ ਨਹੀਂ ਕਹਿੰਦੇ ਖੈਰ ਨਾ ਆਪਣੇ ਘਰ ਜਾ, ਉਹ ਨਿਕਲਦੀ ਕਹਿੰਦੇ ਲੈ ਜਗ੍ਹਾ ਖੁੱਲੀ ਹੋ ਗਈ। ਇੰਨਾ ਨਿੱਕਾ ਘਰ ਆ ਉਸਤਾਦ ਜੀ, ਇਦਾਂ ਦਾ ਨਹੀਂ ਕਹਿਣਾ ਪੈਂਦਾ ਓਏ ਹਲਕਾ ਜਿਹਾ ਓਏ ਗੱਲ ਸੁਣ। ਉਹ ਤੇ ਹੁੰਦਾ। ਅੱਛਾ, ਇਹਨਾਂ ਦੇ ਘਰ ਦੇ ਵਿੱਚ ਇਦਾਂ ਨਹੀਂ ਹੁੰਦਾ ਹੋਣਾ ਕਿ ਆ ਕਿੱਥੇ ਆ ਜੀ, ਬੈਠਕ 'ਚ ਬੈਠੇ ਨੇ, ਮਾਮੂ ਆਏ ਸੀ, ਕਮਰੇ 'ਚ ਬਿਠਾ ਉਹਨਾਂ ਨੂੰ। ਉਹ ਕਿੱਧਰ ਗਏ ਨੇ? ਉਹ ਉਧਰ ਆਪਣਾ ਡਰਾਇੰਗ ਰੂਮ 'ਚ ਬੈਠੇ ਨੇ। ਬੈਠੇ ਵਾਲਾ ਲਫ਼ਜ਼ ਹੀ ਨਹੀਂਗਾ। ਮਾਮੂ ਆਏ, ਬੈਠਕ 'ਚ ਖਿਲਾ ਰਹੇ ਇਹਨਾਂ ਨੂੰ। ਫੁੱਫੋ ਕਿੱਥੇ ਆ? ਫੁੱਫੋ ਸੇਨ 'ਚ ਖੜੀ ਆ। ਇਹ ਇਦਾਂ ਚਾਚੂ ਪਿਛਲੇ ਕਮਰੇ 'ਚ ਖਲੋਤੇ ਆ। ਕਮਰੇ ਤੇ ਹੈ ਨਹੀਂ ਸਰ, ਇੱਕ ਬੇੜ ਵਾਲਾ ਚੱਕਰ ਹੀ ਨਹੀਂਗਾ। ਇੱਕ ਕਮਰਾ ਹੀ ਆ। ਅੱਛਾ, ਲੋਕੀ ਕਹਿੰਦੇ ਨੇ ਬਾਹਰ ਕੋ ਬੰਦਾ ਖਲੋਤਾ ਹੋਵੇ ਨਾ, ਤੇ ਬੰਦਾ ਬਾਹਰ ਨਿਕਲਦਾ ਨਾ ਤੇ ਸਾਹਮਣੇ ਦੇਖਦਾ ਵੀ ਮੇਰਾ ਚਾਚਾ ਖੜਾ। ਚਾਚੂ ਇੱਥੇ ਖਲੋਤੇ ਆ, ਅੰਦਰ ਆ ਕੇ ਬਵੋ 10 ਮਿੰਟ। ਇਹਨਾਂ ਦਾ ਉਲਟ ਹਿਸਾਬ ਆ, ਚਾਚਾ ਸਾਹਮਣੇ ਬੈਠਾ ਹੁੰਦਾ, ਚਾਚੂ ਇੱਥੇ ਬੈਠੇ, ਅੰਦਰ ਆ ਖਲੋਵੋ 2 ਮਿੰਟ। ਅੰਦਰ ਆ ਕੇ ਖਲੋ ਜਾਓ, ਇੱਥੇ ਵੀ ਤੇ ਬੈਠੇ ਹੀ ਹੋ। ਲੈ ਪੁੱਠਾ ਹਿਸਾਬ ਆ। ਨਹੀਂ ਤਾਂ ਅੱਬੂ ਕਹੂਗਾ ਯਾਰ ਆਹੋ ਕੈਸੀ ਗੱਲ ਆ। ਇਹਦਾ ਅੱਬੂ ਆਹੋ ਇੱਥੇ ਬੈਠੇ ਬੈਠੇ ਥੱਕ ਜਾਓਗੇ, ਚੱਲ ਜਿੰਦਰ ਨਹੀਂ ਮੁੰਡਾ ਆਂਦਾ, ਅੰਦਰ ਆ ਕੇ ਖਲੋ ਜਾਓ ਆਰਾਮ ਨਾਲ। ਤਾਂ ਜੀ ਸੱਚੀ ਗੱਲ ਬੈਠੇ ਇਦਾਂ ਹੀ ਹੁੰਦਾ। ਯਾਰ ਆ ਕਿਹੜੀ ਗੱਲ? ਇਹਦੇ ਅੱਬੂ ਬਾਸ ਹਮਾਮਲ ਕੋ ਬੈਠੇ ਰਹਿੰਦੇ ਤੇ ਉੱਥੇ ਕਹਿਣਗੇ ਯਾਰ ਇੱਥੇ ਬੈਠਾ ਮੈਂ ਥੱਕ ਗਿਆ, ਘਰ ਜਾ ਕੇ ਪੂਰਾ ਖੜਦੇ ਆ। ਅੱਛਾ, ਇਹਦਾ ਆਪਾਂ ਬੈਠਾ ਹੁੰਦਾ ਨਾ ਬਾਹਰ, ਇੱਕ ਮਿਸਾਲ ਆ, ਤੇ ਇੰਤਜ਼ਾਰ ਕਰ ਕਦਾ ਉੱਠ ਕੇ ਸਕੂਨ ਨਾਲ ਬੈਠਾ, ਕਿਤੇ ਚਾਹ ਵੀ ਪੀ ਰਿਹਾ, ਇੰਤਜ਼ਾਰ ਕਰ ਰਿਹਾ, ਤੇ ਇੱਕਦਮ ਉੱਠ ਕੇ ਕਹੂਗਾ ਉਹ ਯਾਰ ਇੱਥੇ ਵੀ ਬੈਠਾ ਸਕੂਨ 'ਚ ਹੀ ਆ, ਮੈਂ ਘਰ ਜਾ ਕੇ 2 ਮਿੰਟ ਆਵਾਜ਼ਾਰੀ ਹੋ ਜਾਣਾ। ਪੁੱਠਾ ਹਿਸਾਬ ਆ। ਸਾਜੀ ਹੱਸੀ ਖੁਸ਼ੀ ਰਹਿਣੇ ਲੱਗਿਆ ਵਾਲਾ ਚੱਕਰ। ਸਹੀ ਹੱਸੀ ਖੁਸ਼ੀ। ਹਾਂਜੀ, ਸੌਖੀ ਜ਼ਿੰਦਗੀ। ਸਿਰਫ ਸੌਣ ਨੂੰ ਮੇਰੇ ਵਾਸਤੇ ਜਗ੍ਹਾ ਨਹੀਂ ਹੈਗੀ,
ਬਾਕੀ ਉਹ ਲੱਗ ਹੀ ਆ ਜਾਂਦਾ ਕੰਡਾ ਫੰਡਾ ਹੋਈ ਤੇ ਜਾ। ਫਿਰ ਤੂੰ ਵਿਆਹ ਕਿੱਦਾਂ ਕਰਾਏਗਾ ਵਿਆਹ ਫਿਰ? ਮਕਾਨ ਲੈਣਾ ਵਾ ਫਿਰ ਵਿਆਹ ਕਰਾਉਣਾ ਵਾ। ਮਕਾਨ ਤੇ ਗੱਡੀ ਦਾ 4 ਮਹੀਨੇ ਦਾ ਵਾਅਦਾ ਕਰ ਨਹੀਂ ਲਿਆ ਉਸਤਾਦ ਜੀ ਟਿਕਟੌਕ ਤੋਂ ਨਹੀਂ, ਉਦਾਂ ਉਦਾਂ ਮਿਹਨਤ ਕਸ਼ੀ ਨਾ। ਕਹਿੰਦਾ ਅੱਬੂ ਬਾਹਰ ਬੈਠਾ ਵਾ ਦੁਕਾਨ ਤੇ ਚੌਕ 'ਚ, ਕਹਿੰਦਾ ਚੱਲ ਯਾਰ ਇੱਥੇ ਤੇ ਦਮ ਹੀ ਨਹੀਂ ਘੁੱਟਣ ਦੇ ਆ। ਚੱਲ ਇੱਥੇ ਘਰ ਤਾਂ ਦਮ ਹੀ ਨਹੀਂ ਘੁੱਟਣਦੇ ਆ, ਘਰ ਜਾ ਕੇ ਜਰਾ ਥੋੜਾ ਜਿਹਾ ਨਾ ਸਾਹ ਬੰਦ ਕਰਦੇ ਆ। ਉਸਤਾਦ ਜੀ ਨੌਨੀ ਨੇ ਅੱਬੂ ਕੁੱਟਣ ਡਿਆ, ਕਹਿੰਦਾ ਤੇਰਾ ਕੱਲ ਚਾਚਾ ਕੀ ਕਹਿਣਾ ਸੀ, ਤੁਸੀਂ ਘਰ ਖੁੱਲੇ ਖੁੱਲੇ ਹੋ ਕੇ ਬੈਠੇ ਸੀ। ਅੱਛਾ ਇਹਦਾ ਅੱਬਾ ਕਹਿੰਦਾ ਲੈ ਯਾਰ ਪੁੱਤਰ ਗੱਲ ਇਹ ਆ, ਜਿੰਨਾ ਮਰਜੀ ਘਰ ਦੇ ਅੰਦਰ ਬਹਿ ਬੋਲੀਏ, ਸਕੂਨ ਆਪਣੇ ਬਾਹਰ ਹੀ ਜਾ ਕੇ ਹੁੰਦਾ। ਇਹਨਾਂ ਦੇ ਘਰ 'ਚ ਇਹਦਾ ਅੱਬਾ ਕਿਤੇ ਹੋਰ, ਜਿਵੇਂ ਨੇ ਅੰਮੀਆਂ ਕਹਿੰਦੀਆਂ ਕਿ ਕਿਸੇ ਹੋਰ ਦੇ ਘਰ ਸੋਣਾ ਹੋਵੇ ਸਾਰੀ ਰਾਤ ਪਲਸੱਟੇ ਮਾਰਦੀਆਂ ਰਹਿੰਦੀਆਂ, ਹਾਂਜੀ ਤੇ ਇਹਦੀ ਅੰਮੀ ਕਿਤੇ ਜਾ ਕੇ ਸੋਵੇ ਨੇ, ਦੀ ਅੰਮੀ ਕਹਿੰਦੀ ਲੈ ਆਪਣੀ ਜਗ੍ਹਾ ਮੇਰੀ ਖੁੱਸ ਗਈ ਨਾ ਘਰ ਵਾਲੀ, ਇੱਥੇ ਹੁਣ ਮੈਂ ਸਕੂਨ ਨਾਲ ਸੌਂਗੀ। ਅਫਸੋਸ ਹੋ ਸਿਆਪਾ ਸਿਆਪਾ ਇੱਥੇ ਹੁਣ ਮੈਨੂੰ ਸਾਰੀ ਰਾਤ ਸਕੂਨ ਨਾਲ ਹੀ ਮੈਨੂੰ ਨੀਂਦ ਆਈ ਜਾਣੀ ਹੈ। ਜੋ ਤੰਗੀ ਆਪਣੇ ਘਰ 'ਚ ਨਾ ਭੈਣਾ ਇੱਥੇ ਨਹੀਂ। ਇਹਦਾ ਅੱਬਾ ਚੌਕ ਚਾ ਕੇ ਕਹਿਣਾ ਸ਼ੁਕਰ ਆ ਮਾਲਕਾ ਛੱਤ ਤੇ ਖੋਲੀ। ਖੋਲੀ ਆਹੋ ਭਾਵੇਂ ਛੋਟਾ ਹੀ ਘਰ ਆ ਲੇਕਿਨ ਕਿਸੇ ਦਾ ਹੀ ਹੋਣਾ ਚਾਹੀਦਾ ਆਹੋ ਹਨਾ। ਆਹੋ 52 ਇੰਚ ਦੀ LCD ਲਾਈ ਹੈ ਉਸਤਾਦ ਜੀ, ਐਡੀ ਸਾਰੀ। ਉਹ ਕਿਸ ਰੁੱਖ ਲਾਈ ਮੈਨੂੰ ਪਤਾ, ਕੜੇ ਰੁਕ ਲਈ। ਕਿਸੇ ਰੁੱਖ ਵੀ ਨਹੀਂ ਭੋਰ ਕੇ ਲਾਈ ਆ। ਨਹੀਂ ਐਸ ਰੁੱਖ ਲਾਈ ਹੈ, ਸਿਰਫ ਕੰਧ ਨਾਲ ਲੱਗੇ ਹੁੰਦੇ, ਇੱਥੇ LCD ਹੁੰਦੀ ਤੇ ਵੇਖ ਵੇਖ ਇੰਜ ਨੰਗੀ ਜਦੋਂ ਦੂਜਾ ਭਰਾ ਕਹਿੰਦਾ ਮੈਂ ਵੀ ਵੇਖਣਾ ਥੋੜਾ ਪਰੇ ਹੋ, ਉਹ ਇੰਜ ਕਰਕੇ ਇੱਧਰ ਹੁੰਦਾ। ਸਤਾਸੀ ਵਿੱਚੋਂ ਅੱਧੀ ਕੱਟ ਕੇ ਉੱਤੇ ਥੱਲੇ ਲਾਈ। 52 ਇੰਚ ਦੀ LCD ਦੀਆਂ ਪੱਟੀਆਂ ਬਣਵਾ ਲਿਆ ਸੀ। ਆਹੋ ਉਹ ਯਾਰ ਇੰਨਾ ਤੰਗ ਘਰ ਵਾ, ਇੰਜ ਕਰਕੇ LCD ਚਲਾਈਏ, ਫਿਲਮ ਲੱਗੀ ਤੇ ਮੀਤਾ ਭਜਨ ਫਾਸ ਕੇ ਐਕਟਿੰਗ ਕਰਨ ਡਿਆ। ਰਿਸ਼ਤੇ ਮੇਂ ਤਾਂ ਹਮ ਤੁਹਾਰੇ ਚਾਚਾ ਨਾਲ ਹੋ ਯਾਰ। ਲੈ ਚਾਚਾ ਨਾਲ ਹੋ ਜਾ ਜਰਾ। ਤਾਂ ਜੀ ਇਹਨਾਂ ਦੇ ਕਲਾਕ ਦੀ ਵੀ ਵੱਡੀ ਸੂਈ ਨਹੀਂ ਹੈ, ਆਹੋ ਦੋਵੇਂ ਇੱਕੋ ਜਿਹੀਆਂ ਹੀ ਆ। ਉੱਤੇ ਛੱਤ ਨੂੰ ਵੱਜ ਜਾਂਦੀ ਸੀ। ਨਹੀਂ ਇਹਨੇ ਜਿੱਥੇ ਕਲਾਕ ਲਾਇਆ ਨਾ ਉਹਦੇ ਉੱਤੇ ਛੱਤ ਚੋਂ ਝਰੀ ਮਾਰੀ। ਮੈਂ ਕਿਹਾ ਇਹ ਕੀ ਕਹਿੰਦੇ ਉਸਤਾਦ ਜੀ ਤੈਨੂੰ ਸੂਈ ਲੰਘਦੀ। ਇਹ ਤਾਂ ਚਾਚਾ ਇੱਕਦਮ ਘਰ ਬੈਠਾ ਬੈਠਾ ਖਲੋ ਗਿਆ ਤੇ ਸਾਰੇ ਕਹਿਣ ਲੱਗ ਪਏ ਸੌਣ ਲੱਗਾ। ਹਲੇ ਤੇ ਮੇਰੇ ਘਰ ਦੇ ਕਹਿੰਦੇ ਗੈਲਰੀ ਬਣਾਉਣੀ ਹੈ। ਮੈਂ ਕਹਿੰਦੀ ਗੈਲਰੀ ਨਹੀਂ ਬਣਾਉਣੀ, ਸਿੱਧੇ ਸਿੱਧੇ ਕਮਰੇ ਰੱਖਣੇ। ਆਰਟ ਗੈਲਰੀ 3 ਕਮਰੇ ਉਸਤਾਦ ਜੀ, ਇਦਾਂ 1 2 3, ਤਿੰਨਾਂ ਦੇ ਬਾਹਰੋਂ ਬਾਹਰੋਂ ਪੌੜੀ ਹੈ ਬਸ। ਤਾਂ ਜੀ ਇਹਨਾਂ ਦੇ ਪੱਖੇ ਦੇ ਪਾੜ ਤੇ ਨਹੀਂ ਗਏ, 3 ਛਿੱਤਰ ਫਸਾਏ। ਜੌਰੀ ਚੱਪਲਾਂ ਨਿੱਕੇ ਨਿੱਕੇ ਬਸ ਘੁੰਮਦੇ ਰਹਿੰਦੇ ਉੱਤੇ। ਸਵੇਰੇ ਸਵੇਰੇ ਦੀ ਆਪਣੀ ਖਲੋਤੇ ਨੂੰ ਲਾ ਕੇ ਦੀ ਉੱਠ ਪਿਆ, ਕੰਮ ਤੇ ਨਹੀਂ ਜਾਣਾ। ਉਹ ਖਲੋਤਾ ਸੀ। ਜਦੋਂ ਉਹ ਦੇਖਦੇ ਨੇ ਕਿ ਜਦੋਂ ਹਿੱਲ ਨਹੀਂ ਨਾ ਰਿਹਾ, ਇਹਦਾ ਮਤਲਬ ਆਰਾਮ ਕਰ ਰਿਹਾ। ਜਦੋਂ ਕਹਿੰਦੀ ਨਾ ਉੱਠ ਪਿਆ, ਕੰਮ ਤੇ ਨਹੀਂ ਜਾਣਾ, ਥੋੜਾ ਇੰਜ ਹੁੰਦਾ ਨਾ, ਫਿਰ ਉਹਨੂੰ ਪਤਾ ਲੱਗਦਾ ਉੱਠ ਪਿਆ ਹੁਣ। ਇਹਦਾ ਅੱਬੂ ਖਲੋਤੇ ਖਲੋਤੇ ਡਿੱਗ ਪਿਆ ਤੇ ਅੰਮੀ ਕਹਿੰਦੀ ਤੇਰੇ ਅੱਬੂ ਉੱਠ ਗਏ। ਲੈ ਅੱਜ ਤਾਂ ਮੈਂ ਲੈ ਕੇ ਜਾਊਂਗਾ ਸੀਰੀਅਸ, ਮਜ਼ਾਕ ਨਹੀਂ ਹੈ ਕਿ ਮੈਂ ਤੁਹਾਨੂੰ ਉਹ ਨਹੀਂ ਦਿਖਾਣਾ ਕਿ ਦੇਖੋ ਮੈਂ ਕਿੱਦਾਂ ਰਹਿੰਦੇ ਆ। ਵੈਸੇ ਤਾਂ ਦਊਂਗਾ ਕਿ ਸਵਾ ਮਰਲੇ 'ਚ ਕਿੱਦਾਂ ਰਹਿੰਦੇ। ਤੁਸੀਂ ਯਾਰ ਉੱਤੋਂ ਜਾਣਾ ਕਿਸ ਦਿਨ ਦੇ ਘਰ ਯਾਰ। ਤਾਜ ਉੱਤੋਂ ਤੂੰ ਦੇਖ ਸਾਡੀ ਤੂੰ ਮੈਨੂੰ ਖਵਾਉਣਾ ਸੀ, ਉਹ ਪਤਾ ਨਹੀਂ ਕੀ ਕਿਹਾ ਸੀ। ਤਾਜੀ ਮੱਛੀ ਕੀ ਭਲਾ? ਨਹੀਂ ਤੂੰ ਇੱਕ ਹੋਰ ਜੀ ਕਿਹਾ ਸੀ ਮੈਂ ਤੁਹਾਨੂੰ ਖਵਾਉਂ ਅੰਮੀ ਕੋ ਬਣਵਾ ਕੇ। ਉਹੀ ਮੱਛੀ 'ਚ ਕੰਡਾ ਹੀ ਨਹੀਂ ਹੈ ਕੋਈ। 100 ਰੁਪਏ ਵਾਲੀ? ਨਹੀਂ ਉਹ ਕਿਤੇ ਠਹਿਰ ਜਾ ਯਾਰ, ਕਿਹੜੀ? ਤਾਜੀ ਤੁਸੀਂ ਬੜੀਆਂ ਮੱਛੀਆਂ ਖਾਧੀਆਂ ਹੋਣੀਆਂ। ਸਾਰੀ ਮੱਛੀ ਤਲ ਕੇ ਅੰਮੀ ਮੇਰੀ ਨੇ ਸਾਰੇ ਕੰਡੇ ਕੱਢਦੇ ਨੇ ਉਹਦੇ। ਠੀਕ ਆ। ਉਹ ਫਿਰ ਇੰਨਾ ਸਾਰਾ ਮਸਾਲਾ ਬਣਾ ਕੇ ਉਹ ਸਾਰੀ ਹਾਂਡੀ ਉਹਦੇ ਵਿੱਚ, ਉਹ ਮੱਛੀ ਉਹਦਾ ਸਾਲਣ ਬਣਾ ਕੇ ਰੋਟੀ ਦੇ ਉੱਤੇ ਪਾ ਕੇ ਜਾਂ ਕੋਲੀ 'ਚ ਪਾ ਕੇ ਨਿਜ਼ਾਮ ਹਾਏ ਦਹੀਂ ਦੇ ਰਾਇਤੇ ਦੇ ਨਾਲ। ਉਹ ਕਿਦੋਂ? ਇੱਕ ਹੋਰ ਚੀਜ਼ ਤੋਂ ਕਹੀ ਸੀ ਕਿ ਮੈਂ ਅੰਮੀ ਨੂੰ ਕਹੂੰਗਾ ਬਣਾ ਕੇ ਦੇਣਗੇ, ਕੜੇਲੇ ਗੋਸ਼ਤ। ਕਰੇਲੇ ਕੁਛ ਟਾਈਮ ਕਿਦੋਂ? ਕਿਦੋਂ? ਬਸ ਜਗ੍ਹਾ ਖੁੱਲੀ ਹੁੰਦੀ ਖਾ ਲਿਓ ਲੜਕ ਕੇ। ਨਹੀਂ ਜਲਦੀ ਤੁਸੀਂ ਆਰਡਰ ਲਾਓ ਕਿਦੋਂ ਖਾਣੇ। ਯਾਰ ਮੈਂ ਕੀ ਆਰਡਰ ਲਾਉਣਾ, ਤੂੰ ਜਦੋਂ ਤੂੰ ਖਵਾਉਣੇ ਖਵਾ ਦੀ, ਮੈਨੂੰ ਦੱਸ ਦੇ ਕਿ ਸਾਜੀ ਕੱਲ ਕੁਛ ਨਾ ਖਾਣਾ, ਕੱਲ ਮੈਂ ਲੈ ਕੇ ਆਉਂ ਤੁਹਾਡੇ ਲਈ। ਰੋਜ਼ੇ ਚੱਲਣ ਦੇ ਨੇ ਨਾ, ਮੈਂ ਕਿਹਾ ਫਿਰ ਤੁਸੀਂ ਈਦੋਂ ਬਾਅਦ ਖਾ ਲੈਣਾ। ਲੈ ਆ ਲੈ ਲਓ। ਰੋਜ਼ਿਆਂ 'ਚ ਕੀ ਆ, ਤਾਂ ਘਰ ਹਾਂਡੀ ਨਹੀਂ ਪੱਕਦੀ ਤੁਹਾਡੇ? ਪੱਕਦੀ ਆ ਲੇਕਿਨ ਤੁਸੀਂ ਸ਼ਾਮ ਨੂੰ ਉੱਥੇ ਜਾਣਾ ਨਹੀਂ ਨਾ, ਤੂੰ ਇੱਥੇ ਲਿਆ, ਦੁਪਹਿਰੇ ਰੋਜ਼ਾ ਹੁੰਦਾ ਵਾ। ਇਹਦੀ ਸ਼ਰਤ ਭਲਾ ਕੀ ਆ ਯਾਰ ਤੂੰ ਪਕਾ ਕੇ ਇੱਥੇ ਲਿਆ। ਆਹੋ ਦੁਪਹਿਰੇ ਸਾਜੀ ਰੋਜ਼ਾ ਹੁੰਦਾ ਵਾ। ਚਲੋ ਉਹ ਯਾਰ ਸਾਰੀਆਂ ਹਾਂਡੀਆਂ ਰੋਟੀ 3 ਵਜੇ ਸ਼ੁਰੂ ਹੋ ਜਾਂਦੀਆਂ ਵਾ। ਤੁਸੀਂ ਕੀ ਕਿੱਦਾਂ ਪਕਾਉਨੇ ਘਰ? ਦੁਪਹਿਰੇ ਤੇ ਰੋਜ਼ਾ ਹੁੰਦਾ। ਉਹ ਸਵੇਰੇ ਦਹੀਂ, ਸ਼ਾਮ ਨੂੰ ਲਈ ਨਹੀਂ ਸ਼ਾਮ ਨੂੰ ਸਰਕਾਰਾਂ। ਚਲੋ ਜੀ, ਲਓ ਜੀ, ਲੈ ਬਣਾਉਣੀ ਯਾਰ, ਤੁਸੀਂ ਕਹਿ ਦਿੰਨੇ ਖਵਾਉਂਦਾ ਮੈਨੂੰ ਕੋਈ ਤਾਜੀ ਨਹੀਂ ਮੈਂ ਯਾਰ। ਤੁਹਾਨੂੰ ਸੱਚੀ ਮੁੱਚੀ ਖਵਾਉਂਗਾ ਚਲੋ। ਹੁਣ, ਵਾਦਾ ਹੋ ਗਿਆ। ਰੱਬ ਰੱਖਾ ਜੀ।